ਕਬੀਰ ਜੀ ਦਾ ਇੱਕ ਸ਼ਬਦ ਰਹਿ ਗਿਆ ਸੀਗਾ ਗੌੜੀ ਰਾਗ ਦੇ ਵਿੱਚ। ਇਸ ਤੋਂ ਬਾਅਦ ਫਿਰ ਕਬੀਰ ਜੀ ਦੀ 52 ਅੱਖਰੀ ਹੈਗੀ, ਫਿਰ ਜਿਹੜਾ ਹੈਗਾ ਦਿਨ ਹੈਗੇ ਆ, ਫਿਰ ਜਿਹੜੇ ਹੈਗੇ ਵਾਰ ਹੈਗੇ ਆ, ਫਿਰ ਇਹਨਾਂ ਦੇ ਉੱਤੇ ਗਿਆਨ ਹੈਗਾ। ਤੇ ਉਸ ਤੋਂ ਬਾਅਦ ਫਿਰ ਦੂਸਰੇ ਭਗਤਾਂ ਦੀ ਬਾਣੀ ਨਾਮਦੇਵ ਵਗੈਰਾ ਦੀ ਆਊਗੀ। ਤੇ ਆਪਾਂ ਆਖਰੀ ਸ਼ਬਦ ਜਿਹੜਾ ਅੰਗ 339 339 ਤੇ 74ਵਾਂ ਸ਼ਬਦ ਆ। ਮਹਾਰਾਜ ਮੇਹਰ ਕਰਨ ਜੀ। ਗੌੜੀ ਮਾਈ ਮੋਹੇ ਅਵਰ ਨਾ ਜਾਣਿਓ ਆਨਾ ਨਾ। ਕਹਿੰਦੇ ਹੈ ਮੇਰੀ ਮਾਂ, ਮੈਂ ਨਾ ਕਿਸੇ ਹੋਰ ਨੂੰ ਨਹੀਂ ਜਾਣਦਾ, ਕਿਸੇ ਆਨ ਨੂੰ ਨਹੀਂ ਜਾਣਦਾ, ਮੈਨੂੰ ਕੋਈ ਦੂਸਰਾ ਨਹੀਂ ਨਜ਼ਰ ਆਉਂਦਾ। ਇਹਨਾਂ ਇੱਕ ਕੈਮਰਾ ਹੈਗਾ ਕੁਲਵੰਤ ਜੀ ਦਾ, ਪਲੀਜ਼ ਕੈਮਰਾ ਬੰਦ ਕਰ ਦਿਓ ਆਪਣਾ, ਤੁਹਾਡਾ ਕੈਮਰਾ ਮੂਵ ਕਰ ਰਿਹਾ। ਮਾਈ ਮੈਂ ਅਵਰ ਨਾ ਜਾਣਿਓ ਆਨਾ ਨਾ, ਮੋਹੇ ਅਵਰ ਨਾ ਜਾਣਿਓ ਆਨਾ ਨਾ। ਕਹਿੰਦੇ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ ਉਸ ਮਾਲਕ ਪਰਮਾਤਮਾ ਤੋਂ ਇਲਾਵਾ। ਕੈਮਰਾ ਫਿਰ ਸ਼ੁਰੂ ਕਰਤਾ ਤੁਹਾਡਾ ਕੁਲਵੰਤ ਜੀ। माई मैं अवर न जान्यो आना ना, शिव सनकाद तास जास गुण गावें, तास बसें मोरे प्राणा ना। कहते मैं किहनू जानदा है? कहते शिव जी वर्गे सनक सनकाद जिहड़े है ब्रह्मा दे पुत्र जिन्हां ने भगती कीती है, वो मालक परमात्मा तो अलावा कहते मैं किसी होर नूं नहीं जानदा। ਉਹਦੇ ਵਿੱਚ ਮੇਰੇ ਪ੍ਰਾਣ ਵਸਦੇ ਆ। ਹੁਣ ਮਾਲਕ ਪਰਮਾਤਮਾ ਦੇ ਵਿੱਚ ਚੌਥੇ ਪਦ ਦੇ ਵਿੱਚ ਮੇਰੀ ਸੁਰਤ ਵਸਦੀ ਆ, ਟਿਕਦੀ ਆ। ਮਾਈ ਮੋਹੇ ਅਵਰ ਨਾ ਜਾਣਿਓ ਆਨਾ ਨਾ। ਆਨਾ ਨਾ ਮਤਲਬ ਹੋਰ ਕੋਈ ਆਨ ਪਰਮਾਤਮਾ ਤੋਂ ਇਲਾਵਾ ਮੈਂ ਕਿਸੇ ਨੂੰ, ਸਾਰਿਆਂ ਦੇ ਵਿੱਚ ਪਰਮਾਤਮਾ ਨੂੰ ਦੇਖਦਾ ਆ। ਉਸ ਤੋਂ ਆਨ ਕੋਈ ਨਹੀਂ ਹੈਗਾ, ਮਾਲਕ ਪਰਮਾਤਮਾ ਤੋਂ ਆਨ। ਮਾਈ ਮੋਹੇ ਅਵਰ ਨਾ ਜਾਣਿਓ ਆਨਾ ਨਾ, शिव सनकाद जास गुण गावें, तास बसें मोरे प्राणा ना। रहाओ हृदय प्रगास ज्ञान गुर गम्मत, गगन मंडल में ध्याना ना। मेरा रूटीन की हैगा? मेरे हिरदे दे विच प्रकाश हो गया है, जोत प्रकाश हो गया मेरे हिरदे दे विच। गुरु दे ज्ञान दे द्वारा, ब्रह्म ज्ञान दे द्वारा, शब्द ब्रह्म दे द्वारा मेरी ये गमता हुई है। हृदय प्रकाश ज्ञान गुर गम्मत, गगन मंडल में ध्यान ना। मेरा ध्यान कित्थे है? गगन मंडल दे विच ध्यान है मेरा, बाहर ध्यान नहीं है आकार दे वाल, निराकार दे वाल। वो जिहड़ी हैगी आ सुन दे विच, गगन मंडल दे विच मेरा ध्यान हैगा। बिखै रोग भै बंधन भागे, मन निज कर सुख जाना ना। कहंदे बिखै जिहड़े है विषय विकार जिहड़े हैगे, स्वाद जिहड़े चोगा जिहड़ा पाया होया आ, ये बंधन जिहड़े माया दे हैगे ये अपने आप ही भज गए। बिखै रोग भै बंधन भागे, मन निज कर सुख जाना ना। मेरे मन ने असली निज कर चौथे पद दे विच जिहड़ा हैगा उस सुख नूं जान लिया कि ये जिहड़ा विचारां तो जिहड़ा हैगा, ये लहरां तो जिहड़ा हैगा, ये अलग जिहड़ा हैगा सुख किहड़ा हैगा। ये विचार बंद करन दे बाद चौथे पद दा सुख किहड़ा हैगा, वो अमृत रस किहड़ा हैगा, मेरे मन ने वो जान लिया। हाँ जी वीर जी। माई मोहे अवर ना जान्यो आना ना, मैं होर कोई आन नहीं जानता उस मालक परमात्मा तो अलावा। शिव सनकाद, शिव जी और सनक आदि जिहड़े ब्रह्मा दे पुत्र हैगे, जास गुण गावें जिहदे गुण गाउंदे सी, तास बसें मोरे प्राणा ना। मेरे प्राण उस मालक परमात्मा दे विच, मेरी सुरत उत्ते आत्मा दे विच वसदी है। रहाओ। हाँ जी वीर जी। हाँ जी ठीक है साध संगत जी। ये हुण ਜਦੋਂ ਸੁਰਤੀ ਆਤਮ ਤੱਤ ਚ ਲੀਨ ਹੋ ਜਾਂਦੀ ਆ, ਉਸ ਅਵਸਥਾ ਦੇ ਬਾਰੇ ਗੱਲ ਕਰ ਰਹੇ ਨੇ। ਆਖਰੀ ਸ਼ਬਦ ਆ, ਇਸ ਕਰਕੇ ਜਿਹੜਾ ਹੈਗਾ ਟਾਰਗੇਟ ਬਸ ਅਚੀਵ ਹੋ ਗਿਆ। ਹਾਂ, ਉਹ ਹੁਣ ਆਪ ਤੁਹਾਡੀ ਹੀ ਅਵਸਥਾ ਨੂੰ ਤਸਦੀਕ ਕਰ ਰਹੀ ਹੈ ਬਾਣੀ। ਤੇ ਆਪ ਬਾਣੀ ਸੁਣੋ, ਬਾਣੀ ਵਿਚਾਰ ਕਰਦੇ ਆ। ਬਾਣੀ ਕੀਤਾ ਸਮਝਾ ਰਹੀ ਹੈ ਆਪਾਂ ਨੂੰ। ਕਹਿੰਦੇ ਆ ਕਿ ਉਹ ਕਹਿੰਦੇ ਮਾਈ ਮੋਹੇ ਅਵਰ ਨਾ ਜਾਣਿਓ ਆਨਾ ਨਾ, ਮੈਂ ਆਨ ਕਿਸੇ ਨੂੰ ਨਹੀਂ ਜਾਣਦਾ।
ਕਹਿੰਦੇ ਕਿ ਮੈਂ ਹੁਣ ਕਿਸੇ ਨੂੰ ਨਹੀਂ ਜਾਣਦਾ, ਕਿਉਂਕਿ ਜਾਣਨ ਵਾਸਤੇ ਨਾ ਦੋ ਚਾਹੀਦੇ ਆ। ਹੁਣ ਜਿੱਥੇ ਬ੍ਰਹਮ ਚ ਜਦੋਂ ਸਾਡੀ ਸੁਰਤੀ ਚੱਲ ਜਾਂਦੀ, ਫਿਰ ਕੱਲਾ ਬ੍ਰਹਮ ਹੀ ਰਹਿ ਜਾਂਦਾ। ਫਿਰ ਮਤਲਬ ਸਾਡੀ ਜਿਹੜੀ ਚੇਤਨਾ ਨਾ ਬਹੁਤ ਉੱਚੇ ਲੈਵਲ ਤੇ ਚੱਲ ਜਾਂਦੀ ਹੈ। ਉੱਥੇ ਹੁਣ ਦੂਜਾ ਨਹੀਂ ਹੈਗਾ, ਉੱਥੇ ਇੱਕ ਬ੍ਰਹਮ ਹੀ ਰਹਿ ਜਾਂਦਾ, ਇੱਕੋ ਬ੍ਰਹਮ। ਇਹ ਨਹੀਂ ਕਿ ਤੁਹਾਨੂੰ ਸਮਝਾਉਣ ਦੀ ਲੋੜ ਪਊਗੀ ਆਪਣੇ ਆਪ ਨੂੰ। ਇਹ ਬਾਈ ਪ੍ਰੋਡਕਟ ਹੀ ਆ। ਜਦੋਂ ਵੀ ਤੁਹਾਡੀ ਸੁਰਤੀ ਆਤਮਾ ਤੱਤ ਚ ਲੀਨ ਹੋ ਗਈ, ਆਟੋਮੈਟਿਕਲੀ ਹੀ ਤੁਹਾਡੀ ਸੁਰਤੀ ਨੇ ਜਿਹੜਾ ਭੌਤਿਕ ਤੇ ਜੋ ਵੀ ਦਿਖਾਈ ਦੇ ਰਹੇ ਨੇ ਲੋਕ, ਚਾਹੇ ਕਿਸੇ ਵੀ ਰੂਪ ਦੇ ਵਿੱਚ, ਤੁਸੀਂ ਉਹਨਾਂ ਤੋਂ ਅਲੱਗ ਹੋ ਕੇ ਆਪਣੇ ਅੰਦਰ ਸਥਿਰ ਹੋ ਜਾਓਗੇ। शिव सनकाद जास गुण गावें तास बसे मोरे प्राणानाथ। कहते शिव जी वर्गे सनकादी ये ब्रह्मा के पुत्र जेडे हैगे सनक सनत कुमार सनंदन, कहते ये वर्गे जेडे चार ब्रह्मा के पुत्र सीगे आदि, कहते जेडे मालक परमात्मा के गुण गाउंदे सी, उस मालक दे विच मेरे प्राण वसदे आ हुण रहाओ। बिल्कुल ठीक है जी। कहते जेडे ब्रह्मा के चार मुंडे सी, हाँ, ते शिव जी शिव जी ये ਜਿਹੜੀ ਚੀਜ਼ ਦੀ ਭਗਤੀ ਕਰ ਰਹੇ ਸੀ, ਜਿਹੜੇ ਬ੍ਰਹਮ ਦੀ ਭਗਤੀ ਕਰ ਰਹੇ ਸੀ, ਪਾਰ ਬ੍ਰਹਮ ਦੀ, ਹੁਣ ਮੈਂ ਵੀ ਉੱਥੇ ਪਹੁੰਚ ਚੁੱਕਿਆ। ਸਹੀ ਹੈ ਸਾਹਿਬ? ਬਿਲਕੁਲ। ਔਰ ਮੈਂ ਵੀ ਉਸ ਅਵਸਥਾ ਨੂੰ ਆਪ ਖੁਦ ਅਨੁਭਵ ਕਰ ਲਿਆ ਹੈ। ਹੁਣ ਮੇਰੇ ਪ੍ਰਾਣ ਦਾ ਮਤਲਬ ਕਿ ਮੈਂ ਉਸ ਵਿੱਚ ਇੱਕਮਿਕ ਹੋ ਗਿਆ ਵਾਂ। ਹੁਣ ਮੇਰੇ ਤੇ ਉਹਦੇ ਵਿੱਚ ਕੋਈ ਭੇਦ। ਠੀਕ ਹੈ ਨਾ ਜੀ ਸਾਹਿਬ? ਰਹਾਓ ਹਿਰਦੇ ਪ੍ਰਗਾਸ ਗਿਆਨ ਗੁਰਗੰਮਤ। कहते मेरे तो हिरदे च प्रकाश हो गया, जोत प्रकाश हो गया। किमें हो गया? कहते मेरे आत्मा का प्रकाश हो गया मेरे अंदर। कहते ज्ञान गुर गम्मत, कहते उत्थे गमता किमें हुई मेरी उत्थे पहुँच किमें हुई? पहुँच सीगा वो परमात्मा का अगम सीगा, उत्थे किमें पहुँच हो गई? कहते गुरु के ज्ञान के द्वारा पहुँच हो गई पाए, ब्रह्म ज्ञान के द्वारा पहुँच हो गई। गगन मंडल में ध्याना ना, मेरा ध्यान गगन मंडल च लग गया है, वो उच्ची सुरत हो गई है मेरी, विचार मंडल ਨੂੰ ਕ੍ਰਾਸ ਕਰ ਗਈ ਹੈ। ਹਾਂਜੀ ਵੀਰ ਜੀ। ਹਾਂਜੀ, ਉਹ ਕਹਿ ਰਹੇ ਨੇ ਕਿ ਹੁਣ ਇਸ ਅਵਸਥਾ ਦੇ ਵਿੱਚ ਮੈਂ ਇਹ ਅਨੁਭਵ ਕਰ ਰਿਹਾ ਕਿ ਮੇਰੀ ਜਿਹੜੀ ਸੁਰਤੀ ਉਹ ਗਗਨ ਮੰਡਲ ਚਲ ਗਈ। ਆਪਣੀ ਬਾਣੀ 'ਚ ਕਿਤੇ ਹੋਰ ਵੀ ਲਿਖਿਆ ਵਾ, ਮਨ ਚੜਿਆ ਦਸਵੇਂ ਆਕਾਸ਼। ਬਿਲਕੁਲ, ਜਿੱਥੇ ਊਂਘ ਨਾ ਭੁੱਖ ਹੈ। ਹਾਂ, ਉਹੀ ਸਾਰਾ ਜਿੱਥੇ ਬਾਣੀ ਦੇ ਵਿੱਚ ਹੋਰ ਤਸਦੀਕ ਕਰਦੇ ਨੇ, ਉੱਥੇ ਧਰਤੀਆਂ ਨਹੀਂ, ਉੱਥੇ ਸੂਰਜ ਨਹੀਂ, ਉੱਥੇ ਟਾਈਮ ਨਹੀਂ ਹੈਗਾ। ਉਹੀ ਚੀਜ਼ ਹੈ। ਇਹ ਗਗਨ ਮੰਡਲ ਦੇ ਵਿੱਚ ਜਦੋਂ ਸਾਡੀ ਸੁਰਤੀ ਲੀਨ ਹੋ ਜਾਂਦੀ ਹੈ ਤੇ ਫਿਰ ਬ੍ਰਹਮ ਹੀ ਆ ਅਸਲ ਦੇ ਵਿੱਚ ਨਾ। ਜਿਹੜਾ ਇਹ ਨਹੀਂ ਕਿ ਸੁਰਤੀ ਆਪਣੀ ਕਿਤੇ ਚੜ ਗਈ ਆ, ਸੁਰਤੀ ਬਹੁਤ ਛੋਟੀ ਹੁੰਦੀ ਜਾਂਦੀ, ਸੂਖਮ ਹੁੰਦੀ ਜਾਂਦੀ ਹੈ, ਸੂਖਮ ਹੁੰਦੀ ਜਾਂਦੀ ਹੈ, ਸੂਖਮ ਹੁੰਦੀ ਜਾਂਦੀ ਹੈ। ਇੱਕ ਸਮਾਂ ਆਉਂਦਾ ਹੈ ਤੁਸੀਂ ਇੰਨੇ ਸੂਖਮ ਹੋ ਜਾਓਗੇ, ਤੁਸੀਂ ਉਸ ਤੋਂ ਵੱਧ ਸੂਖਮ ਨਹੀਂ ਹੋ ਸਕਦੇ। ਬਸ ਜਦੋਂ ਤੁਸੀਂ ਉਸ ਅਵਸਥਾ 'ਚ ਪਹੁੰਚ ਗਏ ਤੇ ਤੁਹਾਨੂੰ ਪਤਾ ਲੱਗ ਜਾਣਾ ਕਿ ਹੁਣ ਗਤੀ ਰੁਕ ਗਈ ਆ, ਹੁਣ ਅੱਗੇ ਗਤੀ ਨਹੀਂ ਹੋ ਰਹੀ। ਤੇ ਬਸ ਉਸੇ ਅਵਸਥਾ 'ਚ ਫਿਰ ਜਦੋਂ ਤੁਸੀਂ ਧਿਆਨ ਸਿਮਰਨ ਕੀਤਾ, ਫਿਰ ਤੁਹਾਡੀ ਸੁਰਤੀ ਉੱਥੇ ਪਹੁੰਚ ਜਾ ਕਰਨੀ ਆ। ਬਾਰ-ਬਾਰ ਉਸੇ ਅਵਸਥਾ 'ਚ ਤੁਸੀਂ ਟਿਕਣਾ ਹੈ। ਔਰ ਜਿਵੇਂ ਜਿਵੇਂ ਤੁਸੀਂ ਉਸ ਅਵਸਥਾ ਦੇ ਵਿੱਚ ਠਹਿਰਨ ਲੱਗ ਪਏ ਤੇ ਹੌਲੀ-ਹੌਲੀ ਕਰਕੇ ਤੁਹਾਡੀ ਆਦਤ ਕਰਨੀ ਜਿਹੜੀ ਸਥਿਤੀ ਹੈ ਨਾ। ਓਹੋ, ਇਹ ਕਿਹੜੀ ਤੁਸੀਂ ਕੀ ਚਾਲੂ ਕਰਤਾ ਜੀ? ਕੁਲਵੰਤ ਕੌਰ ਜੀ। ਹਾਂ, ਠੀਕ ਹੈ। ਫਿਰ ਤੁਹਾਡੇ ਅੰਦਰ ਇੱਕ ਐਸੀ ਸਥਿਤੀ ਬਣ ਜਾਣੀ ਆ, ਉਹਨੂੰ ਅਖੰਡ ਆਨੰਦ ਕਹਿੰਦੇ ਨੇ। ਉਹ ਆਨੰਦ ਜਿਹੜਾ ਟੁੱਟਦਾ ਨਹੀਂ ਆ। ਇੱਕ ਤੇ ਆਨੰਦ ਹੁੰਦਾ ਨਾ, ਟੁੱਟ ਗਿਆ, ਆਇਆ ਚਲ ਗਿਆ, ਆਇਆ ਚਲ ਗਿਆ, ਏਦਾਂ ਨਹੀਂ ਅਵਸਥਾ ਹੈਗੀ। ਉਹ ਬੜੀ ਪੱਕੀ ਅਵਸਥਾ ਹੈ। ਔਰ ਉੱਥੇ ਜਦੋਂ ਸੁਰਤੀ ਪਹੁੰਚ ਜਾਂਦੀ ਆ, ਫਿਰ ਉਹ ਜਿਹੜਾ ਮੰਡਲ ਆ ਉੱਥੋਂ ਹੀ ਬਾਹਰ ਨਹੀਂ ਆਉਂਦੇ। ਉਹ ਫਿਰ ਆਖਰ ਤੱਕ ਸਾਡੀ ਸੁਰਤੀ ਉੱਥੇ ਹੀ ਰਹਿੰਦੀ ਹੈ। ਹਾਂਜੀ ਨੇ ਜੀ ਸਾਹਿਬ। ਬਿਖੈ ਰੋਗ ਭੈ ਬੰਧਨ ਭਾਗੇ, ਮਨ ਨਿਜ ਕਰ ਸੁਖ ਜਾਨਾ ਨਾ। ਕਹਿੰਦੇ ਜਿਹੜੇ ਬਿਖੈ, ਇਹ ਕਾਮ ਕ੍ਰੋਧ ਲੋਭ ਮੋਹੰਕਾਰ ਜੋ ਵਿਸ਼ੇ ਵਿਕਾਰ ਸੀਗੇ, ਇਹ ਰੋਗ ਸੀਗੇ ਜਿਹੜੇ, ਕਹਿੰਦੇ ਇਹ ਮਾਇਆ ਦੇ ਬੰਧਨ ਸੀਗੇ ਜਿਹੜੇ, ਇਹ ਸਵਾਦ ਜਿਹੜੇ ਮਾਇਆ ਨੇ ਚੋਗੇ ਪਾਏ ਹੋਏ ਸੀਗੇ ਮੋਹ ਦੇ, ਕਹਿੰਦੇ ਉਹ ਸਾਰੇ ਭੱਜ ਗਏ। ਮਨ ਨਿਜ ਕਰ ਸੁਖ ਜਾਨਾ ਨਾ, ਮੇਰੇ ਮਨ ਨੇ ਜਿਹੜਾ ਹੈਗਾ ਚੌਥੇ ਪਦ ਦਾ ਨਿਜ ਘਰ ਦਾ ਜਿਹੜਾ ਅਸਲੀ ਟਿਕਾਣਾ ਹੈਗਾ ਉਹਦਾ, ਉਹ ਵਿਚਾਰ ਮੰਡਲ ਤੋਂ ਪਰੇ ਜਿਹੜਾ ਹੈਗਾ, ਕਹਿੰਦੇ ਉਹ ਸੁਖ ਮਨ ਨੇ ਜਾਣ ਲਿਆ ਵੀ ਅਸਲੀ ਸੁਖ ਉਹ ਮਨ ਉੱਥੇ ਪਹੁੰਚ ਗਿਆ, ਮਨ ਉਹ ਸੁਖ ਮੰਨਣ ਲੱਗ ਪਿਆ। ਹਾਂਜੀ ਵੀਰ ਜੀ। ਹਾਂਜੀ, ਇੱਥੇ ਸਾਧ ਸੰਗਤ ਜੀ, ਇੱਥੇ ਕਬੀਰ ਜੀ ਇਹ ਸਮਝਾ ਰਹੇ ਨੇ ਕਿ ਜਦੋਂ ਮੈਂ ਉਸ ਸੁੱਖ ਨੂੰ ਅਨੁਭਵ ਕਰ ਲਿਆ, ਉਸ ਸੁੱਖ ਦਾ ਰਸ ਮੰਨ ਲਿਆ, ਫਿਰ ਕੀ ਹੋਇਆ ਕਿ ਰੋਗ ਜਿਹੜੇ ਸੀ ਨਾ, ਵਿਖੇ ਰੋਗ ਦਾ ਮਤਲਬ ਵਿਸ਼ੇ ਵਿਕਾਰ,
ਉਹ ਕੀ ਹੋ ਗਏ, ਉਹ ਸਾਰੇ ਬੰਧਨ ਟੁੱਟ ਗਏ। ਹੁਣ ਇੰਦਰੀਆਂ ਦੇ ਸੁੱਖ ਨਹੀਂ ਮੈਂ ਮੰਨਦਾ ਹੁਣ, ਕਿਉਂਕਿ ਮੈਨੂੰ ਉਸ ਬਹੁਤ ਨਿੱਜ ਘਰ ਦਾ ਸੁੱਖ ਮਿਲ ਗਿਆ। ਇਸੇ ਹੀ ਤਰ੍ਹਾਂ ਜਦੋਂ ਤੁਹਾਡੀ ਸੁਰਤੀ ਉੱਪਰ ਚੜ ਗਈ ਨਾ, ਫਿਰ ਤੁਹਾਨੂੰ ਔਕੜਾਂ ਤੋਂ ਭੱਜਣ ਦੀ ਲੋੜ ਨਹੀਂ ਆ, ਔਕੜ ਹੀ ਤੁਹਾਡੇ ਤੋਂ ਭੱਜ ਜਾਣਗੇ। ਵਿਜੇ ਸਾਹਿਬ ਬਿਲਕੁਲ ਫਰਕ ਜੇ, ਇੱਕ ਤੇ ਆਪਾਂ ਔਕੜਾਂ ਤੋਂ ਭੱਜ ਰਹੇ ਹਾਂ ਨਾ, ਇਹਦਾ ਮਤਲਬ ਉਹ ਚੀਜ਼ ਸਾਡੇ ਅੰਦਰ ਪੈਦਾ ਹੋ ਰਹੀ ਆ ਤੇ ਅਸੀਂ ਉਸ ਤੋਂ ਦੂਰ ਭੱਜ ਰਹੇ ਹਾਂ, ਉਹਨੂੰ ਪਰਹੇਜ਼ ਕਹਿ ਲਓ। ਪਰ ਹੁਣ ਕੀ ਹੋ ਜਾਣਾ ਹੈ, ਤੁਹਾਡੇ ਅੰਦਰੋਂ ਤਿਆਗ ਹੋ ਜਾਣਾ, ਉਹਨਾਂ ਨੇ ਆਪਣੇ ਆਪ ਹੀ ਭੱਜ ਜਾਣਾ, ਤੁਹਾਡੇ ਤੋਂ ਦੂਰ ਹੋ ਜਾਣਾ, ਕਿਉਂਕਿ ਹੁਣ ਤੁਹਾਡਾ ਇੰਟਰਸਟ ਹੀ ਨਹੀਂ ਹੈਗਾ। ਛੋਟੇ ਬੱਚਿਆਂ ਨੂੰ ਆਪਾਂ ਕਹਿੰਦੇ ਆ ਕਿ ਇਹ ਖਿਡੌਣੇ ਸਾਨੂੰ ਦੇ ਦਿਓ, ਉਹ ਨਹੀਂ ਚਾਹੁੰਦਾ, ਪਰ ਜਦੋਂ ਨੂੰ ਵਧੀਆ ਖਿਡੌਣਾ ਦੇ ਦੋਗੇ ਕੀ ਕਰੂਗਾ, ਉਹ ਪੁਰਾਣੇ ਖਿਡੌਣਿਆਂ ਦੇ ਵਹਿੰਦਾ ਵੀ ਨਹੀਂ। ਕਿਉਂਕਿ ਉਸੇ ਹੀ ਤਰ੍ਹਾਂ ਸਾਡੀ ਅਵਸਥਾ ਹੈ, ਜਿਵੇਂ ਜਿਵੇਂ ਅਸੀਂ ਵੱਡੇ ਹੋਈ ਜਾਂਦੇ ਆ ਤੇ ਛੋਟੇ ਛੋਟੇ ਜਿਹੜੇ ਖਿਡੌਣੇ ਸਾਨੂੰ ਬੜੇ ਚੰਗੇ ਲੱਗਦੇ ਸੀ, ਬੜੇ ਵਧੀਆ ਲੱਗਦੇ ਸੀ, ਅਸੀਂ ਉਹ ਫਿਰ ਉਹਨਾਂ ਨਾਲ ਨਹੀਂ ਖੇਡਦੇ। ਇਸੇ ਹੀ ਤਰ੍ਹਾਂ ਜਦੋਂ ਸਾਨੂੰ ਆਤਮਿਕ ਰਾਸ਼ੀ ਪ੍ਰਾਪਤੀ ਹੁੰਦੀ ਹੈ, ਫਿਰ ਇਹ ਭੋਗਾਂ ਦਾ ਤਿਆਗ ਆਪਣੇ ਆਪ ਹੀ ਹੋ ਜਾਂਦਾ ਹੈ, ਇਹ ਨਹੀਂ ਕੋਈ ਜ਼ਬਰਦਸਤੀ ਕਰਨਾ ਪੈਂਦਾ। ਹਾਂਜੀ ਮਿਰਜ਼ਾ ਸਾਹਿਬ ਸੇਮ ਚੀਜ਼ ਅਗਲੀ ਲਾਈਨ ਕਹਿ ਰਹੀ ਆ, ਏਕ ਸੁਮਤ ਰਤ ਜਾਨ ਮਾਨ ਪ੍ਰਭ। ਕਹਿੰਦੇ ਇੱਕ ਸੁਮਤ, ਬਸ ਉੱਚਾ ਖਿਡੌਣਾ, ਜਿਹੜਾ ਵੱਡਾ ਖਿਡੌਣਾ ਕਿਹੜਾ, ਪਰਮਾਤਮਾ। ਏਕ ਸੁਮਤ ਰਤ, ਉਹਦੇ ਵਿੱਚ ਰਤਿਆ ਜਾਣ ਦੇ ਨਾਲ, ਜਾਨ ਮਾਨ ਪ੍ਰਭ, ਪਰਮਾਤਮਾ ਨੂੰ ਜਾਣਨ ਦੇ ਨਾਲ, ਮੰਨਣ ਦੇ ਨਾਲ। ਏਕ ਸੁਮਤ ਰਤ ਜਾਨ ਮਾਨ ਪ੍ਰਭ, ਦੂਸਰ ਮਨੇ ਨਾ ਆਨਾ ਨਾ। ਕਹਿੰਦੇ ਹੋਰ ਦੂਜਾ ਖਿਡੌਣਾ ਨਹੀਂ ਹੁਣ ਚੰਗਾ ਲੱਗਦਾ, ਮਨ 'ਚ ਨਹੀਂ ਆਉਂਦਾ ਹੁਣ। ਏਕ ਸੁਮਤ ਰਤ ਜਾਨ ਮਾਨ ਪ੍ਰਭ, ਦੂਸਰ ਮਨੇ ਨਾ ਆਨਾ ਨਾ। ਚੰਦਨ ਬਾਸ ਭਏ ਮਨ ਬਾਸਨ। ਕਹਿੰਦੇ ਐਸਾ ਮਨ ਹੋ ਗਿਆ, ਇੰਨੀ ਖੁਸ਼ਬੂ ਆ ਰਹੀ ਹੈ ਅੰਦਰੋਂ, ਪਤਾ ਹੀ ਨਹੀਂ ਲੱਗਦਾ ਕਿਸ ਤਰ੍ਹਾਂ ਕਿੱਥੋਂ ਆ ਰਹੀ ਹੈ ਖੁਸ਼ਬੂ, ਔਰ ਮਨ ਦੇ ਵਿੱਚ ਵਾਸਨਾ ਰਹੀ ਨਹੀਂ। ਚੰਦਨ ਬਾਸ ਭਏ ਮਨ ਬਾਸਨ ਤਿਆਗ ਘਟਿਓ ਅਭਿਮਾਨਾ ਨਾ। ਕਹਿੰਦੇ ਜਿਹੜੀ ਪਹਿਲਾਂ ਵਾਸਨਾ ਵਿਸ਼ੇ ਵਿਕਾਰ ਸੀਗੀ, ਉਹ ਜਿਹੜੀ ਹੈਗੀ ਤਿਆਗ ਗਈ, ਘਟ ਗਿਆ ਅਭਿਮਾਨ, ਮੇਰਾ ਹੰਕਾਰ, ਮੇਰੀ ਹਉਮੈ ਘਟ ਗਈ। ਐਸੀ ਖੁਸ਼ਬੂ ਆ ਗਈ ਅੰਦਰੋਂ, ਜਿਹੜੀ ਗੁਣਾਂ ਦੀ ਖੁਸ਼ਬੂ, ਚੰਦਨ ਵਰਗੀ ਖੁਸ਼ਬੂ ਅੰਦਰ ਆ ਗਈ। ਚੰਦਨ ਬਾਸ ਭਏ ਮਨ ਬਾਸਨ ਤਿਆਗ ਘਟਿਓ ਅਭਿਮਾਨਾ ਨਾ। ਕਹਿੰਦੇ ਮਨ ਦੀ ਵਾਸਨਾ, ਪਹਿਲਾਂ ਮਨ ਵਾਸਨਾ ਦੇ ਵਿੱਚ ਸੀਗਾ, ਮਨ ਨੇ ਵਾਸਨਾ ਤਿਆਗ ਦਿੱਤੀ, ਹੁਣ ਜਿਹੜਾ ਹੈਗਾ ਗੁਣਾਂ ਦੀ ਖੁਸ਼ਬੂ ਆ, ਹੁਣ ਅੰਮ੍ਰਿਤ ਰਸ ਅੰਦਰ ਜਿਹੜਾ ਹੈਗਾ ਮਾਣ ਰਿਹਾ ਆ। ਏਕ ਸੁਮਤ ਰਤ ਜਾਨ ਮਾਨ ਪ੍ਰਭ, ਦੂਸਰ ਮਨੇ ਨਾ ਆਨਾ ਨਾ। ਕਹਿੰਦੇ ਹੋਰ ਕੋਈ ਦੂਸਰਾ ਨਹੀਂ ਮਨ ਦੇ ਵਿੱਚ ਆਉਂਦਾ ਹੁਣ ਪਾਏ, ਉਸੇ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਹੈਗਾ ਮੇਰਾ ਮਨ ਜਿਹੜਾ ਹੈਗਾ ਪਰਮਾਤਮਾ ਦੇ ਵਿੱਚ ਹੀ ਰਤਿਆ ਰਹਿੰਦਾ ਹੈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਇੱਥੇ ਬਾਣੀ ਵਿੱਚ ਆਪਾਂ ਨੂੰ ਕਬੀਰ ਜੀ ਇਹ ਸਮਝਾ ਰਹੇ ਨੇ ਕਿ ਜਦੋਂ ਮੇਰਾ ਉਸ ਸਹਿਜ ਅਵਸਥਾ ਦੇ ਨਾਲ ਸੰਪਰਕ ਸਥਾਪਿਤ ਹੋ ਗਿਆ, ਫਿਰ ਦੂਸਰਿਆਂ ਦੇ ਵੱਲ ਮੇਰਾ ਕੋਈ ਧਿਆਨ ਨਹੀਂ ਜਾਂਦਾ, ਕਿਉਂਕਿ ਉਹ ਉਸ ਅਵਸਥਾ ਚ ਸੁਰਤੀ ਬਾਹਰ ਨਹੀਂ ਆ ਸਕਦੀ, ਬਹੁਤ ਮੁਸ਼ਕਲ ਹੈ। ਹੁਣ ਅਗਲੀ ਤੁਕ ਚ ਲਿਖ ਰਹੇ ਨੇ, ਚੰਦਨ ਬਾਸ ਭਏ ਮਨ ਬਾਸਨ ਤਿਆਗ ਘਟਿਓ ਅਭਿਮਾਨਾ ਨਾ। ਕਹਿੰਦੇ ਘਟ ਚੋਂ ਜਿਹੜਾ ਹੈਗਾ ਮੇਰਾ ਅਭਿਮਾਨ ਜਿਹੜਾ ਹੈਗਾ ਦੂਰ ਹੋ ਗਿਆ, ਘਟ ਗਿਆ। ਇਸ ਅਵਸਥਾ ਦੇ ਵਿੱਚ ਸਾਧ ਸੰਗਤ ਜੀ, ਤੁਹਾਨੂੰ ਸਾਰਿਆਂ ਨੂੰ ਵੈਸੇ ਪਤਾ ਹੋਣਾ ਚਾਹੀਦਾ ਵਾ ਕਿ ਜਦੋਂ ਤੁਸੀਂ ਬੰਦਗੀ ਕਰਨੀ ਆ, ਮਹੀਨੇ ਡੇਢ ਮਹੀਨੇ ਲਾ ਲਓ, 25-30 ਦਿਨ ਲਾ ਲਓ, 2 ਮਹੀਨੇ ਲਾ ਲਓ, ਇਹ ਪਤਾ ਹੀ ਨਹੀਂ ਹੁੰਦਾ ਵੀਰ ਜੀ, ਇਹ ਗੱਲ ਸਮਝ ਤੇ ਠੀਕ ਹੈ ਜੀ। ਇਹ ਹੁਣ ਕਹਿੰਦੇ ਨੇ ਕਿ ਚੰਦਨ ਦੇ ਵਾਂਗੂ ਨਾ ਤੁਹਾਡੇ ਅੰਦਰੋਂ ਖੁਸ਼ਬੂ ਆਉਣੀ, ਤੇ ਮਹਿਕ ਆਊਗੀ ਤੁਹਾਡੇ ਨਾਸਾਂ 'ਚ, ਤੁਹਾਨੂੰ ਪਤਾ ਲੱਗੂਗਾ ਕਿ ਬੜੀ ਮਹਿਕ ਆਈ। ਔਰ ਮਹਿਕ ਜਦੋਂ ਆਉਣੀ ਸ਼ੁਰੂ ਹੋ ਗਈ ਤੇ ਸਮਝ ਲਓ ਕਿ ਤੁਹਾਡੇ ਅੰਤਰਾਕਰਨ ਜਿਹੜੀ ਸ਼ੁੱਧੀਕਰਨ ਦਾ ਪ੍ਰੋਸੈਸ ਸ਼ੁਰੂ ਹੋ ਗਿਆ। ਹੁਣ ਕਹਿੰਦੇ ਆ ਕਿ ਬਾਸ ਤਿਆਗ ਘਟਿਓ ਅਭਿਮਾਨਾ। ਹੁਣ ਕਹਿੰਦੇ ਕਿ ਮੇਰੇ ਅੰਦਰ ਜਿਹੜਾ ਹੰਕਾਰ ਦਾ ਜਿਹੜਾ ਅਭਿਮਾਨ ਆ, ਉਹ ਘਟਣਾ ਸ਼ੁਰੂ ਹੋ ਗਿਆ। ਹੁਣ ਨਾਰਮਲੀ ਆਪਨੇ ਦੇਖਿਆ ਹੋਊਗਾ, ਇੱਕ ਮੁਲਾਜ਼ਮ ਨੂੰ ਲਾ ਲਓ ਜਾਂ ਕੋਈ ਸਰਕਾਰੀ ਕਲਰਕ ਨੂੰ ਲਾ ਲਓ ਜਾਂ ਕੋਈ ਹੋਰ ਕੋਈ ਵੀ ਜਿਹਦੇ ਕੋਲ ਅਹੁਦਾ ਹੈਗਾ, ਉਹ ਅਸਲ 'ਚ ਉਹ ਨਹੀਂ ਸਮਝਦਾ ਕਿ ਇਹ ਜਿਹੜਾ ਮੈਨੂੰ ਅਹੁਦਾ ਮਿਲਿਆ, ਅਸਲ 'ਚ ਮੈਨੂੰ ਇੱਕ ਜ਼ਿੰਮੇਵਾਰੀ ਮਿਲੀ ਹੈ। ਪਰ ਉਹ ਕੀ ਕਰਦਾ ਹੈ, ਫਾਲਸੀਫਾਈ ਕਰਦਾ ਹੈ, ਔਰ ਉਹ ਖੁਦ ਇੰਸਪੈਕਟਰ ਬਣ ਜਾਂਦਾ ਹੈ। ਜੀ ਸਾਹਿਬ ਬਿਲਕੁਲ। ਅਸਲ 'ਚ ਤਾਂ ਜਿਹਨੂੰ ਜ਼ਿੰਮੇਵਾਰੀ ਮਿਲੀ ਹੈ, ਇੱਕ ਸਮਾਂ ਆਊਗਾ ਉਹ ਜ਼ਿੰਮੇਵਾਰੀ ਉਸ ਤੋਂ ਖੋਹ ਲਈ ਜਾਵੇਗੀ। ਪਰ ਜਦੋਂ ਕੁਰਸੀ ਤੇ ਬੈਠਾ ਹੁੰਦਾ ਨਿੱਜਰ ਸਾਹਿਬ, ਉਹ ਅਸਲ 'ਚ ਸੋਚਦਾ ਕਿ ਮੈਂ ਬਹੁਤ ਪਾਵਰਫੁਲ ਹਾਂ। ਤੁਸੀਂ ਵੇਖ ਲਿਓ,
ਆਮ ਲਾਈਨ 'ਚ ਬੰਦਾ ਸਧਾਰਨ ਬੰਦਾ ਲੱਗਿਆ ਹੋਊ ਨਾ ਤੇ ਉਹਨੂੰ ਅੱਧਾ ਘੰਟਾ ਖਲੋ ਜਾਊਗਾ, ਉਹਨੂੰ ਡਾਕਟਰ ਕਹਿਣਗੇ ਕਿ ਕਲੀਨਿਕ ਦੇ ਵਿੱਚ 1 ਘੰਟਾ ਲੱਗੂਗਾ, ਤੇਰਾ ਨੰਬਰ ਲੇਟ ਆ, ਉਹਨੇ ਸ਼ਾਂਤੀ ਨਾਲ ਖਲੋਤੇ ਰਹਿਣਾ। ਪਰ ਜੇ ਕਿਸੇ ਕੋ ਮਾੜੀ ਮੋਟੀ ਪੋਜੀਸ਼ਨ ਹੈ ਨਾ ਬੰਦੇ ਕੋ, ਉਹ ਕੋ ਲਾਈਨ 'ਚ ਖਲੋਤੇ ਨਹੀਂ ਜਾਣਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਉਹਨੇ ਭੁੜਕੀ ਜਾਣਾ ਕਿਉਂਕਿ ਉਹ ਖਲੋ ਹੀ ਨਹੀਂ ਸਕਦਾ, ਉਹਦੇ ਮਗਰ ਸੱਜ ਬੱਧੇ ਹੋਇਆ ਨਿਕਾ ਜਾ ਨਜਰ ਸਾਹਿਬ। ਬਿਲਕੁਲ ਸਹੀ ਗੱਲ ਹੈ ਜੀ। ਆਹ ਤੇ ਸਾਧ ਸੰਗਤ ਜੀ ਨਹੀਂ ਯਕੀਨ ਤੇ ਵੇਖ ਲਓ, ਫਿਰ ਉਹਨੇ ਕਹਿਣਾ ਕਿ ਤੂੰ ਜਾਣਦਾ ਨਹੀਂ ਮੈਂ ਕੌਣ ਹੈ। ਮਤਲਬ ਕਿ ਮੈਂ ਹੈ ਵਾਂ ਕੁਝ। ਤੇ ਇਸੇ ਤਰ੍ਹਾਂ ਬਾਣੀ ਕਹਿੰਦੇ ਨੇ ਕਿ ਜਿਹੜਾ ਅਭਿਮਾਨ ਆ ਬੰਦੇ ਨੂੰ ਗਿਆਨ ਹੋ ਜਾਂਦਾ ਹੈ ਕਿ ਇਹ ਜਿਹੜੀਆਂ ਭੌਤਿਕ ਪਦਾਰਥ ਦੀਆਂ ਚੀਜ਼ਾਂ ਨੇ ਇਹ ਕੋਈ ਫਿਕਸ ਚੀਜ਼ਾਂ ਨਹੀਂ ਹੈਗੀਆਂ ਤੇ ਟੈਂਪਰੇਰੀ ਹੈ। ਪਰ ਜਦੋਂ ਬੰਦਾ ਪਾਵਰ 'ਚ ਹੁੰਦਾ ਹੈ ਨਾ, ਉਹ ਬੰਦਾ ਮੰਨਦਾ ਥੋੜੀ ਹੈ। ਬੰਦਾ ਸੱਚੀ ਸੋਚਦਾ ਵਾ ਕਿ ਮੈਂ ਜੱਜ ਆ। ਉਹ ਇਹ ਨਹੀਂ ਸੋਚਦਾ ਕਿ ਜੱਜ ਦੀ ਮੈਨੂੰ ਇੱਕ ਜ਼ਿੰਮੇਵਾਰੀ ਦਿੱਤੀ ਹੈ ਔਰ ਇਸ ਟਾਈਮ ਤੇ ਮੇਰੀ ਡਿਊਟੀ ਹੈ ਇਸ ਤੇ ਜਿਹੜੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾਵਾਂ। ਹੁਣ ਮੈਂ ਇੱਕ ਕੁੱਕ ਆ, ਮੈਂ ਇੱਕ ਟੀਚਰ ਆ, ਮੈਂ ਇੱਕ ਪ੍ਰਿੰਸੀਪਲ ਆ, ਮੈਂ ਇੱਕ ਕਲਰਕ ਆ, ਮੈਂ ਇੱਕ ਡਰਾਈਵਰ ਆ। ਉਹ ਡਿਊਟੀ ਮੈਨੂੰ ਮਿਲੀ ਆ ਔਰ ਮੇਰੀ ਸੇਵਾ ਇਹੋ ਹੀ ਆ ਕਿ ਉਸ ਡਿਊਟੀ ਨੂੰ ਮੈਂ ਪੂਰੀ ਤਰ੍ਹਾਂ ਨਿਭਾਵਾਂ। ਪਰ ਬੰਦਾ ਏਦਾਂ ਨਹੀਂ ਕਰਦਾ, ਬੰਦਾ ਹਉਮੈ 'ਚ ਆ ਜਾਂਦਾ ਔਰ ਉਸੇ ਅਹੁਦੇ ਨੂੰ ਕੀ ਸਮਝ ਲੈਂਦਾ ਕਿ ਇਹ ਮੈਂ ਹੀ ਹਾਂ ਔਰ ਮੈਂ ਏਦਾਂ ਹੀ ਰਵਾਂਗਾ। ਹਾਂਜੀ ਨਿਜਰ ਸਾਹਿਬ ਅੱਗੇ ਚਲੀ। ਜੋ ਜਨ ਗਾਏ ਧਿਆਏ ਜਸ ਠਾਕੁਰ, ਤਾਸ ਪ੍ਰਭੂ ਹੈ ਥਾਨਾ ਨਾ। ਕਹਿੰਦੇ ਭਾਈ ਇਹ ਅਵਸਥਾ ਜਿਹੜੀ ਹੈਗੀ, ਇਹ ਸੁੱਖ ਜਿਹੜਾ ਹੈਗਾ, ਇਹ ਕੋਈ ਵੀ ਮਾਣ ਸਕਦਾ ਹੈ, ਕੋਈ ਵੀ ਮਾਣ ਸਕਦਾ ਹੈ। ਇਹ ਕਿਸੇ ਦੇ ਬਾਪ ਦੀ ਜਾਇਦਾਦ ਨਹੀਂ ਹੈਗੀ ਆ। ਕੋਈ ਵੀ ਮਾਣ ਸਕਦਾ ਹੈ, ਕੋਈ ਵੀ ਜਨ ਕਿਹੜਾ ਜਿਹੜਾ ਵੀ ਧਿਆਨ ਸਿਮਰਨ ਕਰੂਗਾ ਉਸ ਠਾਕੁਰ ਦੇ ਪਰਮਾਤਮਾ ਦੇ ਗੁਣ ਗਾਊਗਾ, ਪਰਮਾਤਮਾ ਉਹਦੇ ਘਰ ਦੇ ਵਿੱਚ ਆ ਜਾਏਗਾ। ਉਹਦਾ ਘਰ ਜਿਹੜਾ ਹਿਰਦਾ ਘਰ ਪਰਮਾਤਮਾ ਦਾ ਥਾਨ ਬਣ ਜਾਏਗਾ। ਜੋ ਜਨ ਗਾਏ ਧਿਆਏ ਜਸ ਠਾਕੁਰ, ਤਾਸ ਪ੍ਰਭੂ ਹੈ ਥਾਨਾ ਨਾ। ਉਹ ਪ੍ਰਭੂ ਉਹਦਾ ਸਥਾਨ ਉਹਦੇ ਹਿਰਦੇ 'ਚ ਹੋ ਜਾਏਗਾ। ਤਹਿ ਵੱਡ ਭਾਗ ਬਸਿਓ ਮਨ ਜਾ ਕੇ, ਕਰਮ ਪ੍ਰਦਾਨ ਮਥਾ ਨਾਨਾ। ਕਹਿੰਦੇ ਉਹਦੇ ਤਾਂ ਵੱਡੇ ਭਾਗ ਜਾਗ ਗਏ ਭਾਈ, ਜਿਹਦੇ ਮਨ ਦੇ ਵਿੱਚ ਮਾਲਕ ਪਰਮਾਤਮਾ ਵਸ ਗਿਆ। ਉਹ ਤਾਂ ਸਭ ਤੋਂ ਉੱਚਾ ਕਰਮ ਹੋ ਗਿਆ, ਕਰਮ ਪ੍ਰਦਾਨ ਹੋ ਗਿਆ। ਉਹ ਇਨਸਾਨ ਜਿਹੜਾ ਸਭ ਤੋਂ ਉੱਚਾ ਕਰਮ ਕਰ ਰਿਹਾ ਹੈ, ਕਹਿੰਦੇ ਉਹਦੇ ਮੱਥੇ ਤੇ ਤਾਂ ਸਭ ਤੋਂ ਉੱਚੇ ਭਾਗ ਜਾਗ ਗਏ, ਕਰਮ ਪ੍ਰਦਾਨ ਹੋ ਗਿਆ। ਉਹ ਜੋ ਜਨ ਗਾਏ ਧਿਆਏ ਜਸ ਠਾਕੁਰ, ਤਾਸ ਪ੍ਰਭੂ ਹੈ ਥਾਨਾ ਨਾ। ਤਹਿ ਵੱਡ ਭਾਗ ਬਸਿਓ ਮਨੇ ਜਾ ਕੇ, ਕਰਮ ਪ੍ਰਦਾਨ ਮਥਾਨਾ ਨਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇੱਥੇ ਬਾਣੀ 'ਚ ਆਪਾਂ ਨੂੰ ਇਹ ਸਮਝਾ ਰਹੇ ਨੇ ਕਬੀਰ ਜੀ ਕਿ ਜੋ ਜਨ, ਜੋ ਦਾ ਮਤਲਬ ਜਿਹੜਾ ਮਰਜੀ, ਬਿਲਕੁਲ। ਕਾਏ ਦਾ ਮਤਲਬ ਹੋ ਗਿਆ ਬੰਦਗੀ ਕਰਨੀ, ਧਿਆਨ ਮਤਲਬ ਧਿਆਨ ਕਰਨਾ। ਜਸ ਠਾਕੁਰ, ਹੁਣ ਜਸ ਮਤਲਬ ਪਰਮਾਤਮਾ ਦਾ ਠਾਕੁਰ, ਜੋ ਵੀ ਪਰਮਾਤਮਾ ਜਿਹੜਾ ਠਾਕੁਰ ਹੈ ਉਹਦਾ ਜਸ ਜੋ ਵੀ ਗਾਏਗਾ। ਜਸ ਗਾਉਣਾ ਮਤਲਬ ਉਹਦੀ ਬੰਦਗੀ ਕਰੇਗਾ, ਉਹਦਾ ਧਿਆਨ ਸਿਮਰਨ ਕਰੇਗਾ ਤੇ ਉਹਦੇ ਵਿੱਚ ਹੀ ਪਰਮਾਤਮਾ ਨੇ ਪ੍ਰਗਟ ਹੋ ਜਾਣਾ। ਬਿਲਕੁਲ ਗੋਰਖੀ ਸਾਹਿਬ ਦੇਖੋ, ਪਰਮਾਤਮਾ ਦਾ ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈਗੁਣ ਤੇ ਪ੍ਰਪੀਨੋ ਦਾ ਜਸ ਗਾਉਣਾ ਇੱਥੇ ਜਿਹੜਾ ਹੈਗਾ ਫਿਰ ਸਲਿਪਰੀ ਚੀਜ਼ ਹੈਗੀ ਆ। ਇੱਥੇ ਬਾਹਰਲੀ ਕੋਈ ਆਕਾਰ ਦੇ ਨਾਲ ਜਿਹੜਾ ਹੈਗਾ ਆਪਾਂ ਕਰਮਾਂ ਦੇ ਨਾਲ, ਕਰਮਕਾਂਡ ਦੇ ਨਾਲ ਥੋੜੀ ਨਾ ਉਹਦਾ ਜਸ ਗਾ ਸਕਦੇ ਆ, ਫੁੱਲ ਤੋੜ ਕੇ ਜਾਂ ਹੋਰ ਕੁਛ ਅਰਪਣ ਕਰਕੇ। ਹਾਂਜੀ ਵੀਰ ਜੀ। ਸਾਧ ਸੰਗਤ ਜੀ ਇੱਥੇ ਦੇਖੋ, ਰਾਧਾ ਸਵਾਮੀ ਨੂੰ ਫਿਰ ਬਾਣੀ ਚੈਲੰਜ ਕਰ ਗਈ ਹੈ। ਉਹ ਇਹ ਨਹੀਂ ਹੈ ਕਿ ਉਹ ਬੰਦਾ ਉੱਥੇ ਪਤਾ ਨਹੀਂ 7 ਲੋਕ ਅਗੰਮ ਲੋਕ ਜਾ ਕੇ ਮਿਲੇਗਾ। ਉਹ ਕਹਿੰਦੇ ਕਿ ਉਹਦੇ ਵਿੱਚ ਹੀ ਪ੍ਰਗਟ ਹੋ ਜਾਏਗਾ ਪਰਮਾਤਮਾ। ਸਾਹਿਬ ਬਿਲਕੁਲ ਸਹੀ ਆ। ਹਾਂ, ਉਹ ਕਹਿੰਦੇ ਕਿ ਪਰਮਾਤਮਾ ਉਹਦੇ ਹਿੱਤੇ ਜਾ ਕੇ ਵਸ ਜਾਏਗਾ, ਅੰਦਰ ਹੀ ਡੇਰਾ ਲਾ ਲਏਗਾ। ਬਿਲਕੁਲ। ਅਸਲ ਚ ਵਿੱਚ ਪਰਮਾਤਮਾ ਸਾਰਿਆਂ ਦੇ ਅੰਦਰ ਹੀ ਆ। ਪਰਮਾਤਮਾ ਤੋਂ ਬਿਨਾਂ ਆਪਾਂ ਥੋੜੀ ਜਿੰਦੇ ਰਹਿ ਸਕਦੇ ਆ। ਕਿੱਥੋਂ ਜਿੰਦਾ ਰਵਾਂਗੇ? ਇਹ ਦੀ ਮੇਰੀ ਮਸ਼ੀਨ ਆ, ਇਹ ਤਾਂ ਪਤਾ ਨਹੀਂ ਕਿੰਨੇ ਕੁ ਪੁਰਜੇ ਚੱਲਣ ਦੇ ਅੰਦਰ, ਤੇ ਇਹ ਕਿੰਨਾ ਕੁ ਸਿਪਾਹੀ ਮੈਨੂੰ ਜਿੰਦਾ ਰੱਖ ਕੇ ਬੈਠਾ ਵਾ ਕਿ ਕਿਸੇ ਤਰੀਕੇ ਨਾਲ ਇਹ ਚਰਨਜੀਤ ਇੰਨੇ ਸਾਲ ਕੱਟੂਗਾ, ਪਤਾ ਨਹੀਂ ਵੱਧ ਕੇ ਘੱਟ, ਇਹ ਤੇ ਪਤਾ ਕੋਈ ਨਹੀਂ, ਪਰ ਉਹ ਪੂਰੀ ਕੋਸ਼ਿਸ਼ ਕਰ ਰਹੇ ਨੇ। ਉਹ ਕਹਿੰਦੇ ਕਿ ਉਹ ਠਾਕੁਰ ਹੈ ਨਾ ਜਿਹੜਾ ਸਾਰਾ ਇਹ ਬ੍ਰਹਿਮੰਡ ਦਾ ਮਾਲਿਕ ਹੈ, ਰਾਜਾ ਹੈ, ਬਾਦਸ਼ਾਹ ਹੈ, ਉਹ ਕੀ ਕਰੂਗਾ? ਤੇਰੇ ਅੰਦਰ ਆ ਕੇ ਵਸ ਜੇ। ਠੀਕ ਹੈ ਨਾ ਜਸਾ, ਤੇਰੇ ਹਿਰਦੇ 'ਚ ਕਹਿ ਲਓ, ਇਹ ਨਹੀਂ ਅਸਲ ਦੇ ਵਿੱਚ ਤੂੰ ਹੀ ਉਹਦੇ 'ਚ ਚੱਲ ਜਾਣਾ। ਤੇ ਰਾਮ ਕਬੀਰਾ ਇੱਕ ਭੇਦ ਤੇ ਕੋਈ ਨਾ ਸਕੇ ਪਛਾਣੀ। ਕੋਈ ਕਬੀਰ ਇਹ ਨਹੀਂ ਕਿ ਰਾਮ ਨੂੰ ਲੱਭਣ ਵਾਸਤੇ ਜੰਗਲ 'ਚ ਗਿਆ ਸੀ ਤੇ ਅਗੰਮ ਲੋਕ 'ਚ ਜਿੱਦਾਂ ਇਹ ਨਹੀਂ ਕਹਿ ਦਿੰਦੇ ਕਿ ਪਹਿਲਾਂ ਜੀ ਤੁਸੀਂ ਕੀੜੀ ਚਾਲ ਚੜਨਾ ਹੈ, ਕੀੜੀ ਚੜੂਗੀ ਡਿੱਗ ਜੂਗੀ, ਚੜੂਗੀ ਡਿੱਗ ਜੂਗੀ, ਫਿਰ ਮੱਕੜੀ ਉੱਥੋਂ ਥੱਲੇ ਆਏਗੀ, ਥੱਲੇ ਚੱਪ ਕੇ ਰਸ ਪੀ ਕੇ ਉੱਪਰ ਚੜ ਜਾਏਗੀ। ਫਿਰ ਕਹਿੰਦੇ ਕਿ ਪੰਛੀ
ਪੰਛੀ ਇੱਕ ਪਹਾੜ ਤੋਂ ਦੂਜੇ ਪਹਾੜ ਤੇ ਜਾਂਦਾ। ਏਦਾਂ ਤੁਸੀਂ ਏਦਾਂ ਦੀ ਗੱਲਾਂ ਬਾਤਾਂ ਬਣਾ ਰਹੇ ਨੇ। ਪਰਮਾਤਮਾ ਕੋਈ ਵੱਖਰਾ ਨਹੀਂ ਹੈ ਜਿੱਥੇ ਆਪਾਂ ਲੱਭਣ ਜਾਣਾ। ਸੁਰਤੀ ਕੋਈ ਬਾਹਰ ਨਹੀਂ ਜਾਂਦੀ, ਸੁਰਤੀ ਸਾਡੇ ਅੰਦਰ ਹੀ ਸਥਿਰ ਹੁੰਦੀ ਆ। ਹੁਣ ਜਦੋਂ ਕੋਈ ਪ੍ਰਾਣਾ ਨੂੰ ਆਪਣੇ ਰੂਪ ਤੇ ਹੀ ਸਥਿਰ ਕਰਦੇ ਹਾਂ ਤੇ ਉਹਦੇ ਨਾਲ ਕੀ ਇੰਝ ਲੱਗਦਾ ਕਿ ਬੰਦਾ ਟਰੈਵਲ ਕਰਦਾ। ਤੁਹਾਨੂੰ ਵੀ ਲੱਗੇਗਾ ਮੈਂ ਬੜੀ ਸਪੀਡ ਦੇ ਨਾਲ ਕਿਸੇ ਗੁਫਾ 'ਚ ਜਾ ਰਿਹਾ। ਆਪਾਂ ਜਾਂਦੇ ਨਹੀਂ ਕਿਤੇ ਵੀ, ਆਪਾਂ ਕੇਵਲ ਆਪਣੇ ਆਪ 'ਚ ਸਵੈ ਵਿੱਚ ਅਸਤ ਹੋਣ ਦੇ ਲਈ ਜਦੋਂ ਕੋਸ਼ਿਸ਼ ਕਰਦੇ ਹਾਂ ਤੇ ਸਾਨੂੰ ਏਦਾਂ ਦਾ ਅਨੁਭਵ ਹੁੰਦਾ ਹੈ। ਹਾਂਜੀ ਨਿਜਰ ਸਾਹਿਬ ਅੱਗੇ ਚਲੀਏ। ਹਾਂ ਤੇ ਬੜ ਭਾਗ ਬਸ ਬਸ ਮਨ ਨਹੀਂ ਜਾ ਕੇ ਕਰਮ ਪ੍ਰਦਾਨ ਮਥਾ ਨਾ। ਉਹਦੇ ਵੱਡੇ ਭਾਗ ਹੋ ਗਏ ਜਿਹਦੇ ਮਨ ਦੇ ਵਿੱਚ ਵਸ ਗਿਆ ਭਾਈ। ਉਹਦਾ ਕਰਮ ਸਭ ਤੋਂ ਪ੍ਰਧਾਨ ਆ, ਉਹਦੇ ਮੱਥੇ ਤੇ ਭਾਗ ਜਾਗ ਗਏ। ਕਾਟ ਸਕਤ। ਹਾਂਜੀ ਵੀਰ ਜੀ, ਹਾਂਜੀ ਹਾਂਜੀ। ਬਸ ਇਹ ਤੁਕ ਤੇ ਇਹੋ ਕਹਿ ਰਹੇ ਨੇ ਕਿ ਜਦੋਂ ਕਿਸੇ ਜੀਵ ਦੇ ਅੰਦਰ ਪ੍ਰਮਾਤਮਾ ਆਪਣੇ ਰੂਪ ਵਿੱਚ ਪ੍ਰਗਟ ਹੋ ਜਾਂਦਾ ਹੈ ਤੇ ਸਮਝ ਲਓ ਕਿ ਦੁਨੀਆ ਤੇ ਸਭ ਤੋਂ ਵੱਡਾ ਕੰਮ ਹੋ ਗਿਆ। ਹਾਂ, ਇਸ ਤੋਂ ਵੱਧ ਕੁਝ ਨਹੀਂ ਹੈਗਾ। ਜਦੋਂ ਕਿਸੇ ਜੀਵ ਦੀ ਭਗਤੀ ਵੇਖ ਕੇ ਪ੍ਰਮਾਤਮਾ ਜੋਤ ਸਰੂਪ ਉਹਦੇ ਅੰਦਰ ਪ੍ਰਗਟ ਹੋ ਜਾਂਦਾ। ਤੁਹਾਡੇ ਅੰਦਰ ਇੱਕ ਬ੍ਰਹਮ ਅਗਨ ਪ੍ਰਗਟ ਹੋਏਗੀ। ਤੇ ਜਦੋਂ ਬ੍ਰਹਮ ਅਗਨ ਪ੍ਰਗਟ ਹੋ ਗਈ, ਇਹਨੇ ਹਨੇਰੇ ਨੂੰ ਨਸ਼ਟ ਕਰ ਦੇਣਾ। ਤੁਹਾਨੂੰ ਕੁਝ ਵੀ ਨਹੀਂ ਕਰਨ ਦੀ ਲੋੜ। ਤੁਸੀਂ ਬਸ ਨਿਰਮਲ ਧਾਰਾ 'ਚ ਜਾ ਕੇ ਬਹਿਣਾ ਹੀ ਹੈ, ਕਿਉਂਕਿ ਅਸੀਂ ਕੁਝ ਕਰ ਨਹੀਂ ਸਕਦੇ। ਅੰਦਰ ਤੇ ਸਾਰਾ ਸੂਖਮ ਹੈਗਾ, ਪਰ ਸੂਖਮ ਤੇ ਸਾਡਾ ਥੋੜੀ ਕੋਈ ਕੰਟਰੋਲ ਹੈਗਾ। ਇਹ ਕੇਵਲ ਇੱਕ ਵਿਧੀ ਬਣਾਈ ਹੈ ਰੱਬ ਨੇ ਕਿ ਬਸ ਏਦਾਂ ਹੀ ਸੰਗਤ ਦੇ ਵਿੱਚ ਜਾਓ, ਉਹ ਗੁਣ ਨੂੰ ਪ੍ਰਾਪਤ ਕਰੋ, ਬੰਦਗੀ ਕਰੋ, ਜਾਪ ਕਰੋ, ਫਿਰ ਧਿਆਨ ਸਿਮਰਨ ਕਰਦੇ ਜਾਓ। ਧਿਆਨ ਜਿਹੜਾ ਵਾ ਫਿਰ ਕਾਗਰ ਹੁੰਦਾ ਜਾਂਦਾ ਹੈ। ਫਿਰ ਇੱਕ ਸਮਾਂ ਹੁੰਦਾ ਤੁਹਾਡੀ એનર્ਜੀ ਅੰਦਰੋਂ ਪ੍ਰਗਟ ਹੋ ਜਾਂਦੀ ਹੈ, ਤੁਹਾਡੀ ਪ੍ਰਾਣ ਊਰਜਾ ਪ੍ਰਗਟ ਹੋ ਗਈ। ਉਸ ਤੋਂ ਬਾਅਦ ਨਾਮ ਪ੍ਰਗਟ ਹੋ ਗਿਆ। ਤੇ ਇਹੋ ਹੀ ਆ ਠੰਡਾ ਤੇ ਤੱਤਾ ਪ੍ਰਕਾਸ਼ ਤੁਹਾਡੇ ਥੱਲੋਂ ਮੂਲਾਧਾਰ ਤੋਂ ਉੱਪਰ ਨੂੰ ਚੜ੍ਹਨਾ। ਇਹਨੇ ਕੀ ਕਰਨਾ ਕਿ ਜਿੰਨੇ ਵੀ ਤੁਹਾਡੇ ਚੱਕਰ ਹੈਗੇ ਨਾ 9 ਦਰਵਾਜ਼ੇ, 9 ਦਰਵਾਜ਼ਿਆਂ ਦੇ ਵਿੱਚ ਜਿਹੜੀ એનર્ਜੀ ਵੇਸਟ ਹੋ ਰਹੀ ਆ, ਉਹ ਜਿੱਦਾਂ ਟੂਟੀਆਂ ਬੰਦ ਕਰ ਦੇਣੀਆਂ ਵਾ, ਇਹੋ ਹੀ એનર્ਜੀ ਉੱਪਰ ਚੱਲ ਜਾਣੀ ਆ। ਮੁੜ ਕੇ ਤੁਹਾਨੂੰ ਗੁੱਸਾ ਵੀ ਨਹੀਂ ਆਉਣਾ। ਕਿਉਂ ਨਹੀਂ ਆਉਣਾ? ਕਿਉਂਕਿ એનર્ਜੀ ਨਹੀਂ ਹੈਗੀ ਹੁਣ ਤੁਹਾਡੇ ਕੋਲ। ਔਗਣਾਂ ਨੂੰ ਵੀ ਭੋਗਣ ਦੇ ਲਈ ਨਿਜਰ ਸਾਹਿਬ ਸ਼ਕਤੀ ਚਾਹੀਦੀ ਹੈ। ਬਿਲਕੁਲ। ਅੱਜ ਕੱਲ੍ਹ ਡਿਮਾਂਡ ਕੋਈ ਅੰਦਰੋਂ ਆਉਂਦੀ ਹੈ ਤੇ ਤਾਂ ਹੀ ਤੇ ਸਪਲਾਈ ਦੀ ਲੋੜ ਪੈਂਦੀ ਹੈ। ਹੁਣ ਮੈਂ ਇੱਥੇ ਬੈਠਾ ਸੀ, ਮੈਂ ਹੁਣ ਆਪਣੀ ਮੈਡਮ ਨੂੰ ਕਿਹਾ ਮੈਡਮ ਖਾਣ ਵਾਸਤੇ ਲਿਆਓ, ਭੁੱਖ ਲੱਗੀ ਆ। ਅੱਜ ਕੱਲ੍ਹ ਅੰਦਰੋਂ ਕੋਈ ਸਿਗਨਲ ਆਉਂਦਾ ਤੇ ਤਾਂ ਹੀ ਮੈਂ ਮਹਿਸੂਸ ਕਰਦਾ ਕਿ ਮੈਨੂੰ ਭੁੱਖ ਲੱਗੀ। ਹੁਣ ਇਹ ਕਾਮ ਹੋਇਆ, ਕ੍ਰੋਧ ਹੋਇਆ, ਲੋਭ ਹੋਇਆ, ਮੋਹ ਹੋਇਆ, ਇਹ ਸਾਡੇ ਅੰਦਰ ਤਰੰਗਾਂ ਪੈਦਾ ਹੁੰਦੀਆਂ ਨੇ ਸਾਡੇ ਚਿੱਤ ਚੋਂ। ਜਦੋਂ ਚਿੱਤ ਨੂੰ ਵਿੰਨ ਦਿੰਦਾ ਨਾ ਪ੍ਰਕਾਸ਼, ਉਸ ਤੋਂ ਬਾਅਦ ਫਿਰ ਕੋਈ ਤਿਰੰਗ ਨਹੀਂ ਪੈਦਾ ਹੁੰਦੀ, ਕਿਉਂਕਿ ਪ੍ਰਕਾਸ਼ ਨੇ ਪੂਰੀ ਸਫਾਈ ਕਰਤੀ ਹੈ। ਫਿਰ ਜਾਲੇ ਨਹੀਂ ਲੱਗਣ ਦਿੰਦਾ। ਜਿੱਦਾਂ ਮਤਲਬ ਜਾਲੇ ਨਹੀਂ ਲੱਗਣ ਦਿੰਦਾ, ਮਤਲਬ ਜਿੱਦਾਂ ਰੁੱਖ ਨਹੀਂ ਆਪਾਂ ਘਰਾਂ 'ਚ ਲਾਏ ਹੁੰਦੇ ਆ ਤੇ ਜਦੋਂ ਡਾਣੀ ਇੱਧਰ ਉੱਧਰ ਨਿਕਲਣ ਦੀ ਕੋਸ਼ਿਸ਼ ਕਰਦੀ ਆ ਤੇ ਆਪਾਂ ਉਹਨੂੰ ਕੈਂਚੀ ਨਾਲ ਕੱਟ ਦਿੰਦੇ ਆ ਨਾ ਨਿਜਰ ਸਾਹਿਬ। ਬਿਲਕੁਲ। ਉਹਨੂੰ ਆਪਾਂ ਚਾਹੁੰਦੇ ਆ ਕਿ ਇਹ ਇੱਕ ਮਰਿਆਦਾ ਵਾ, ਇੱਕ ਬਾਉਂਡਰੀ ਆ, ਇਹ ਰੁੱਖ ਕੋਈ ਸਾਨੂੰ ਡਿਸਟਰਬੈਂਸ ਨਾ ਕਰੇ। ਤੇ ਫਾਲਤੂ ਦੀ ਡਾਣੀਆਂ ਆਪਾਂ ਵੱਢ ਦਿੰਦੇ ਆ, ਪਰ ਜਿੰਨਾ ਕੁ ਲੋੜ ਆਪਾਂ ਉਹਨਾਂ ਕੁ ਰੱਖਦੇ ਆ। ਉਹੀ ਹਿਸਾਬ ਸਾਡਾ ਹੈ। ਬੰਦਗੀ ਦੇ ਵਿੱਚ ਕੀ ਹੁੰਦਾ ਕਿ ਔਗਣਾਂ ਦੀਆਂ ਡਾਣੀਆਂ ਅਸੀਂ ਆਪਣੇ ਆਪ ਹੀ ਕੱਟ ਦਿੰਦੇ ਹਾਂ। ਹਾਂਜੀ ਨਿਜਰ ਸਾਹਿਬ। ਕਾਟ ਸਕਤ शिव सहज प्रगास्यो एक है एक समाना ना। कहते जी माया सीगी शक्ति जी सीगी, एक शिव हैगा, एक आत्मा हैगी, एक माया हैगी शक्ति। कहते काट सकत माया की जिहड़ी हैगी ताकत, माया दे काम क्रोध लोभ मोह अहंकार, माया दे जिहड़े है मोह जिहड़े हैगे बंधन माया दे कहते कट दिते। शिव सहज प्रगास्यो कहते आत्म सहज अवस्था च आत्म प्रकाश हो गया, अंदर ब्रह्म अगन पैदा हो गई। एक है एक समाना ना, कहते कहते हुण दो नहीं रहे, हुण एक हो गया। परमात्मा और आत्मा एक हो गई। काट सकत शिव सहज प्रगास्यो एक है एक समाना ना। कह कबीर गुर भेट महासुख परमत रहे मन माना ना। कहते किमें हो गया सारा कुछ, ये स्टार्ट किमें होया? कहते ब्रह्म ज्ञान तो होया, शब्द ब्रह्म तो होया, गुरुआं दे ब्रह्म ज्ञानियां दे साध संगत तो होया। कह कबीर गुर भेट महासुख, ये महासुख मिल गया मैनू, मेरा भरमत रहे, मेरा भरमण खत्म हो गया, हुण भटकना खत्म हो गई, जूना दे विच जाना खत्म हो गया। मन माना ना, मेरा मन मन गया, प्रैक्टिकल मन मन गया। ये इस चीज़ नू अनुभव करके मेरा मन मन गया। हाँ जी बेटी।
ਹਾਂਜੀ ਠੀਕ ਹੈ ਸੰਗਤ ਜੀ, ਇੱਥੇ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਹੈ ਕਿ ਜਦੋਂ ਮੈਂ ਬੰਦਗੀ ਕੀਤੀ ਤੇ ਕੀ ਹੋਇਆ ਕਿ ਨਾਰਮਲੀ ਤੁਸੀਂ ਦੇਖੋਗੇ ਨਾ, ਇਹ ਜਿੰਨਾ ਵੀ ਸੰਸਾਰ ਆ, ਬਾਣੀ ਚ ਇਸੇ ਲਿਖਿਆ ਜੋ ਜੋ ਤੀਸੇ ਸੋ ਸੋ ਰੋਗੀ। ਕਿਉਂ ਰੋਗੀ? ਇਹ ਸਾਰੇ ਮਾਇਆ ਦੇ ਨਾਲ ਜੁੜੇ ਆ, ਮਾਇਆ ਦੇ ਭੋਗ ਹੈਗੇ ਨੇ। ਮਾਇਆ ਜਿਹੜੀ ਕੰਮ ਕਰਦੀ ਹੈ, ਇਹਨਾਂ ਸੱਤਾਂ ਨਾਲ ਕੰਮ ਕਰਦੀ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ ਤੇ ਦ્વੈਸ਼। ਔਰ ਇਹੋ ਹੀ ਹੈ ਪ੍ਰਕਿਰਤੀ ਦੇ ਵਿੱਚ ਸਾਡੇ ਜਿਹੜੇ ਮੇਨ ਜਿਹੜੀਆਂ ਸਾਡੀਆਂ ਕੰਟਰੋਲ ਕਰਨ ਵਾਲੀਆਂ ਸੰਗਲੀਆਂ ਹਨ, ਇਹੋ ਹੀ ਜੰਜੀਰਾਂ ਹਨ, ਹੋਰ ਕੋਈ ਵੱਖਰੀ ਨਹੀਂ ਆ। ਜਦੋਂ ਤੁਸੀਂ ਬੰਦਗੀ ਕੀਤੀ ਤੇ ਹੌਲੀ ਹੌਲੀ ਕਰਕੇ ਇਹ ਜਿਹੜੀਆਂ ਜੰਜੀਰਾਂ ਨੇ ਹੌਲੀ ਹੌਲੀ ਇਹਨਾਂ ਟੁੱਟਣਾ ਸ਼ੁਰੂ ਹੋ ਗਿਆ। ਔਰ ਇੱਕ ਸਮਾਂ ਆਊਗਾ ਜਦੋਂ ਇਹ ਜੰਜੀਰਾਂ ਬਿਲਕੁਲ ਟੁੱਟ ਜਾਣੀਆਂ। ਪਰ ਜਿਵੇਂ ਜਿਵੇਂ ਅਸੀਂ ਪਰਮਾਤਮਾ ਦੇ ਵੱਲ ਵੱਧਦੇ ਹਾਂ ਨਾ, ਤੇ ਪ੍ਰਕਿਰਤੀ ਦਾ ਪ੍ਰਭਾਵ ਘਟ ਜਾਂਦਾ। ਉਹ 'ਚ ਕੁਛ ਕਰਨ ਦੀ ਲੋੜ ਨਹੀਂ ਆ। ਇਹ ਨਹੀਂ ਕਿ ਸਾਨੂੰ ਕੁਛ ਕਰਨ ਦੀ ਲੋੜ ਆ, ਇਹ ਆਟੋਮੈਟਿਕਲੀ ਜਿੱਦਾਂ ਆਪਾਂ ਅੱਗੇ ਤਰਦੇ ਹਾਂ ਨਾ, ਝੀਲ ਦੇ ਵਿੱਚ ਬੰਦਾ ਤੈਰਨਾ ਸ਼ੁਰੂ ਕਰਦਾ ਹੈ ਤੇ ਬੰਦਾ ਗਾਂਹ ਤੁਰਿਆ ਜਾਂਦਾ ਤੇ ਪਿਛਲਾ ਪਾਣੀ ਪਿੱਛੇ ਰਹੀ ਜਾਂਦਾ। ਉਹ ਹਿਸਾਬ ਇੱਥੇ ਆ। ਤੇ ਫਿਰ ਜਦੋਂ ਅਸੀਂ ਅੱਗੇ ਤੁਰੇ ਜਾਂਦੇ ਹਾਂ ਤੇ ਇਹ ਜਿਹੜਾ ਦ્વੈਸ਼ ਆ, ਜਿਹੜਾ ਸਾਨੂੰ ਮਤਲਬ ਦ્વੈਸ਼ ਕਹਿ ਲਓ, ਦ્વੈਸ਼ ਨਹੀਂ ਕਹਿ ਸਕਦਾ ਇਹਨੂੰ, ਜਿੱਦਾਂ ਇਹ ਜਿਹੜੀ ਮਾਇਆ ਹੈ, ਮਾਇਆ ਤੋਂ ਲੰਘ ਜਾਂਦੇ ਆ ਆਪਾਂ ਅੱਗੇ, ਫਿਰ ਬ੍ਰਹਮ ਚ ਲੀਨ ਹੋ ਜਾਂਦੇ ਆ। ਫਿਰ ਇੱਕ ਹੀ ਤੇ ਹੈ ਬ੍ਰਹਮ ਆ, ਕਿਉਂਕਿ ਇਹ ਜੋ ਵੀ ਜਗਤ ਸਾਨੂੰ ਦਿਖਾਈ ਦਿੰਦਾ ਹੈ ਬ੍ਰਹਮ ਤੋਂ ਹੀ ਆਇਆ ਹੈ। ਸ਼ਕਤੀ ਕਹਿ ਲਓ ਇਹਨੂੰ, ਸ਼ਕਤੀ। ਹਾਂ ਜੇ ਸਭ ਇਹ ਸ਼ਕਤੀ ਕਹਿ ਲਓ, ਇੱਕ ਸ਼ਿਵ ਹੈ ਤੇ ਇੱਕ ਸ਼ਕਤੀ ਹੈ। ਸ਼ਕਤੀ ਦਾ ਮਤਲਬ ਕਿ ਬਿਨ ਸਜਾਣਾ ਹੈ, ਇਹ ਯਥਾਰਥ ਸੱਚ ਨਹੀਂ ਹੈਗਾ। ਔਰ ਜਦੋਂ ਅਸੀਂ ਸ਼ਿਵ ਤੇ ਚੱਲ ਜਾਂਦੇ ਹਾਂ ਤੇ ਸ਼ਿਵ ਦੇ ਵਿੱਚ ਸ਼ਕਤੀ ਨਹੀਂ ਜਾ ਸਕਦੀ। ਹਾਂ ਸ਼ਿਵ ਦੀ ਸ਼ਕਤੀ ਬਾਹਰ ਆ ਸਕਦੀ। ਤੇ ਇਹ ਬਸ ਉਹੀ ਆ ਕਿ ਉਹ ਸ਼ਿਵ ਦੇ ਵਿੱਚ ਅਸੀਂ ਚੱਲ ਜਾਂਦੇ ਹਾਂ ਤੇ ਫਿਰ ਅਸੀਂ ਇੱਕ ਦੇ ਨਾਲ ਹੀ ਇੱਕ ਹੋ ਜਾਂਦੇ, ਇੱਕ ਹੀ ਸਮਾ ਜਾਂਦੇ। ਅਗਲੀ ਤੁਕ ਬੋਲਣ ਜੋ ਸਰ ਕਹਿ ਕਬੀਰ, ਗੁਰ ਭੇਟ ਮਹਾਸੁਖ। ਕਹਿੰਦੇ ਕਿਵੇਂ ਆ ਗਿਆ ਇਹ ਸੁਖ? ਮਹਾਸੁਖ ਕਿਵੇਂ ਆ ਗਿਆ? ਕਹਿੰਦੇ ਬਸ ਗੁਰੂ ਨੂੰ ਭੇਟਣ ਦੇ ਨਾਲ ਆਇਆ ਭਾਈ। ਇਹ ਜਿਹੜਾ ਹੈਗਾ ਗੁਰੂ ਦਾ ਗਿਆਨ, ਜਿਹੜੇ ਪਹੁੰਚੇ ਹੋਏ ਆ, ਜਿਨ੍ਹਾਂ ਨੇ ਯਾਤਰਾ ਕਰ ਲਈ ਹੈ, ਉਹਨਾਂ ਦੇ ਜਿਹੜੇ ਸ਼ਬਦ ਬ੍ਰਹਮ ਜਿਹੜਾ ਹੈਗਾ, ਉਹਨਾਂ ਦੇ ਗਿਆਨ ਦੇ ਦੁਆਰਾ ਜਿਹੜਾ ਹੈਗਾ ਇਹ ਮਹਾਸੁਖ ਮਿਲਿਆ ਹੈ। ਕਿਉਂਕਿ ਬਗੈਰ ਕਹਿੰਦੇ ਗੁਰੂ ਦੇ ਨਹੀਂ ਮਿਲ ਸਕਦਾ ਭਾਈ। ਬਗੈਰ ਗਾਈਡ ਦੇ ਇਹ ਕੰਮ ਨਹੀਂ ਹੋ ਸਕਦਾ, ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਹੈ। ਹਨੇਰੇ ਦੇ ਵਿੱਚ ਆਪਾਂ ਤਾਂ ਠੇਡੇ ਖਾਵਾਂਗੇ ਇੱਧਰ ਉੱਧਰ, ਆਪਾਂ ਨੂੰ ਤਾਂ ਰਾਹ ਹੀ ਨਹੀਂ ਪਤਾ। ਜਿਨ੍ਹਾਂ ਨੇ ਰਾਹ ਦੇਖਿਆ, ਜਿਨ੍ਹਾਂ ਨੂੰ ਰਾਹ ਪਤਾ ਹੈ, ਉਹਨਾਂ ਦੀ ਜਿਹੜੀ ਹੈਗੀ ਆ GPS ਲੈ ਕੇ ਤਾਂ ਆਪਾਂ ਤੁਰ ਸਕਦੇ ਹਾਂ। ਕਹਿ ਕਬੀਰ, ਗੁਰ ਭੇਟ ਮਹਾਸੁਖ ਪਰਮਤ ਰਹੇ। ਇਹ ਭਰਮਣ ਜਿਹੜਾ ਹੈਗਾ ਮਾਇਆ ਦੇ ਵਿੱਚ, ਨਹੀਂ ਤਾਂ ਗੋਤੇ ਖਾਈ ਜਾਂਦੇ ਸੀ। ਜਨਮ ਇਸ ਤਰ੍ਹਾਂ ਹੀ ਅਜਾਈ ਜਾਂਦਾ ਸੀਗਾ। ਕਹਿੰਦੇ ਮਨ ਮਾਨਾ ਨਾ, ਹੁਣ ਜਿਹੜਾ ਹੈਗਾ ਮਨ ਮੇਰਾ ਮੰਨ ਗਿਆ। ਹਾਂਜੀ ਵੀਰ ਜੀ, ਪ੍ਰੈਕਟੀਕਲ ਕਰਨ ਦੇ ਨਾਲ ਮਨ ਮੰਨਿਆ। ਸੰਗਤ ਜੀ ਇੱਥੇ ਫਿਰ ਕਬੀਰ ਜੀ ਕਲੀਅਰ ਕਰ ਰਹੇ ਨੇ। ਉਹ ਕਹਿੰਦੇ ਕਿ ਐਸੀ ਸੰਗਤ ਮਿਲੀ। ਹੁਣ ਉਹ ਸੰਗਤ ਨੇ ਭੇਦ ਦੱਸਿਆ ਕਿ ਭੋਲਿਆ ਤੂੰ ਹੈ ਜੜ ਦੇ ਨਾਲ ਜੁੜਿਆ, ਜੜ ਦੇ ਵਿੱਚ ਤਾਂ ਪ੍ਰਮਾਤਮਾ ਹੈ ਨਹੀਂ। ਔਰ ਕੋਈ ਵਿਧੀ ਤੁਸੀਂ ਧਿਆਨ ਸਿਮਰਨ ਕਰਨਾ ਹੈ, ਤੈਨੂੰ ਆਪਣੇ ਧਿਆਨ ਨੂੰ ਇਕਾਗਰ ਕਰਨਾ ਪੈਣਾ। ਜਿਹੜਾ ਗਿਆਨ ਧਿਆਨ ਤੇ ਕੁਛ ਕਰਮ ਨਾ ਜਾਣਾ, ਸਾਰ ਨਾ ਜਾਣਾ, ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਾ ਮੇਰੀ। ਹਾਂ ਹੁਣ ਕਿਤੇ ਗਿਆਨ ਦਾ ਮਤਲਬ ਧਿਆਨ, ਧਰਮ। ਗਿਆਨ ਦਾ ਮਤਲਬ ਹੈਗਾ ਧਰਮ। ਗਿਆਨ ਧਿਆਨ, ਪਹਿਲੀ ਗੱਲ ਤੇ ਧਰਮ ਦਾ ਹੀ ਨਹੀਂ ਪਤਾ। ਹੁਣ ਜੀਵਨ ਚ ਜਦੋਂ ਸਾਡੇ ਧਰਮ ਆਉਂਦਾ ਫਿਰ ਸਾਨੂੰ ਗਿਆਨ ਹੁੰਦਾ ਕੀ ਕਰਨਾ ਸਹੀ ਹੈ, ਕੀ ਕਰਨਾ ਗਲਤ ਆ। ਹੁਣ ਜਦੋਂ ਆਪਾਂ ਸਹੀ ਗਲਤ ਦੇ ਵਿੱਚ ਥੋੜਾ ਫਰਕ ਕਰਨਾ ਜਾਣ ਲੈਂਦੇ ਆ ਨਾ, ਤੇ ਉਹਦੇ ਨਾਲ ਕੀ ਹੁੰਦਾ ਕਿ ਸਾਡਾ ਧਿਆਨ ਇਕੱਠਾ ਹੁੰਦਾ, ਕੇਂਦਰਿਤ ਹੁੰਦਾ ਨਜ਼ਰ ਸਾਹਿਬ। ਹੁਣ ਮੈਂ ਮਾੜੇ ਕੰਮ ਕਰੀ ਜਾਊਂਗਾ, ਧਿਆਨ ਮੇਰਾ ਕਿੱਥੋਂ ਕਾਗਰ ਹੋਊਗਾ ਦੱਸੋ? ਸਾਰਾ ਦਿਨ ਮੈਂ ਇੰਤਜ਼ਾਰ ਦਾ ਦੁਰਪ੍ਰਯੋਗ ਕੀਤਾ ਹੈ। ਔਰ ਮੈਂ ਉਹ ਹੁਣ ਜੇ ਮੰਨ ਲਓ ਇੱਕ ਕਾਰ ਆ, ਥੋੜੀ ਬਹੁਤੀ ਸਾਫ਼ ਵੀ ਕੀਤੀ, ਅੱਧਾ ਘੰਟਾ ਲਾ ਕੇ ਸਾਰਾ ਦਿਨ ਮੈਂ ਚੱਕਰ ਚ ਘੁਮਾਈ ਜਾਂਦਾ, ਤੇ ਕਿੰਨੀ ਕੁ ਸਾਫ਼ ਹੋਊਗੀ? ਬਿਲਕੁਲ। ਆਪ ਜਸਟ ਸੋਚੋ, ਧਾਰਮਿਕ ਧਰਮ ਦਾ ਮਤਲਬ ਤੇ ਇਹੋ ਹੀ ਹੈ। ਇੱਥੇ ਹੁਣ ਆਪਾਂ ਅੱਜ 1 ਘੰਟਾ ਆਪਾਂ ਸਫਾਈ ਕੀਤੀ ਆ ਤੇ 23 ਘੰਟੇ ਆਪਾਂ ਘਰ ਚ ਗੰਦ ਪਾਈ ਜਾਈਏ, ਉਹ ਘਰ ਸਾਫ਼ ਹੋਊਗਾ ਨਜ਼ਰ ਸਾਹਿਬ? ਬਿਲਕੁਲ ਨਹੀਂ ਹੋਏਗਾ ਜੀ, ਬਿਲਕੁਲ ਨਹੀਂ ਹੋਏਗਾ। ਹਾਂ, ਤੇ ਇਸ ਲਈ ਕਹਿੰਦੇ ਆ ਕਿ ਜਿਹੜਾ ਸੁੱਖ ਸੀ ਉਹ ਮਹਾ ਸੁੱਖ ਦਾ ਮਤਲਬ ਇਹੋ ਹੀ ਸੀ ਕਿ ਮੈਂ ਜਿਹੜੀ ਵਿਰੋਧੀ ਡਾਇਰੈਕਸ਼ਨ ਸੀ ਉਹ ਬੰਦ ਕਰਤੀ, ਉਧਰ ਨਹੀਂ ਮੈਂ ਜਾ ਰਿਹਾ ਹੁਣ, ਪਰ ਮੈਂ ਆਪਣੇ ਅੰਦਰ ਯਾਤਰਾ ਸ਼ੁਰੂ ਕਰਤੀ ਹੈ। ਤੇ ਫਿਰ ਮੈਨੂੰ ਕੀ ਹੋ ਗਿਆ ਕਿ ਉਹ ਪ੍ਰਮਾਤਮਾ ਮਿਲ ਗਿਆ। ਪ੍ਰਮਾਤਮਾ ਮਿਲਦਾ ਨਹੀਂ ਆ ਕਿਸੇ ਨੂੰ, ਇਹ ਸਾਰਾ ਪ੍ਰਮਾਤਮਾ ਹੀ ਹੈ। ਜਦੋਂ ਸਾਡੀ ਟੁੱਟੀ ਆਤਮਾ ਤੱਤ ਚ ਲੀਨ ਹੋ ਜਾਂਦੀ ਹੈ, ਫਿਰ ਅਸੀਂ ਬ੍ਰਹਮ ਹੀ ਹੋ ਜਾਂਦੇ ਹਾਂ, ਤੇ ਫਿਰ ਸਾਨੂੰ ਮਹਾ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਉਂਕਿ ਮਹਾ ਸੁੱਖ ਦਾ ਮਤਲਬ ਆ ਜਿੱਦਣ ਤੁਹਾਡੇ ਅੰਦਰ ਇੱਕ ਅਵਸਥਾ ਬਣ ਗਈ
ਤੁਸੀਂ ਇਹ ਮਹਿਸੂਸ ਕਰੋਗੇ ਕਿ ਹੁਣ ਕੁਝ ਜਾਣਨ ਵਾਸਤੇ ਬਾਕੀ ਨਹੀਂ ਰਹਿ ਗਿਆ। ਹੁਣ ਕਿਤੇ ਜਾਣ ਵਾਸਤੇ ਵੀ ਬਾਕੀ ਨਹੀਂ ਰਹਿ ਗਿਆ। ਪਹਿਲਾਂ ਤਾਂ ਤੁਹਾਡਾ ਮਨ ਕਰਦਾ ਸੀ ਨਾ, ਮੈਂ ਫਲਾਣੇ ਗੁਰਦੁਆਰੇ ਚੱਲ ਜਾ, ਮੰਦਿਰ ਚੱਲ ਜਾ, ਮਸਜਿਦ ਚੱਲ ਜਾ, ਆਹ ਪਾਠ ਪੜ੍ਹ ਲਾਂ, ਉਹ ਪਾਠ ਪੜ੍ਹ ਲਾਂ, ਆਹ ਪਾਠ ਕਰ ਲਾਂ, ਲੰਗਰ ਕਰਾਵਾਂ, ਦਾਨ ਕਰਾਵਾਂ। ਇਹ ਨਹੀਂ ਮੈਂ ਕਹਿੰਦਾ ਨਹੀਂ ਕਰਨਾ, ਸਾਰਾ ਕੁਝ ਕਰਨਾ ਵਾ, ਪਰ ਅੰਦਰੋਂ ਇੱਛਾ ਨਹੀਂ ਹੈਗੀ ਹੁਣ। ਕਿਉਂਕਿ ਜਿਹੜਾ ਗਿਆਨ ਹੈ ਨਾ, ਗਿਆਨ ਸੂਰਜ ਆ। ਹੁਣ ਸੂਰਜ ਚੜਿਆ ਹੋਵੇ ਤੇ ਤੁਸੀਂ ਦੀਵਾ ਬਾਲੋਗੇ ਦੇ ਸਾਹਮਣੇ ਨਿਜਰ ਸਾਹਿਬ? ਬਿਲਕੁਲ। ਇਹ ਆਪ ਜਸਟ ਸੋਚੋ, ਤੇ ਕਾਮਨ ਸੈਂਸ ਹੈ, ਜਗਾਓਗੇ ਤੇ ਉਹਦਾ ਅਸਰ ਹੀ ਨਹੀਂ ਹੈਗਾ। ਇਹ ਨਹੀਂ ਕਿ ਤੁਹਾਡਾ ਦਿਲ ਨਹੀਂ ਕਰਨਾ ਦੀਵਾ ਬਾਲਣ ਨੂੰ, ਤੁਸੀਂ ਬਾਲੋਗੇ ਤੁਹਾਡੇ ਦੀਵੇ ਦਾ ਅਸਰ ਹੀ ਕੋਈ ਨਹੀਂ ਹੋਣਾ। ਤੁਹਾਨੂੰ ਤਾਂ ਪਤਾ ਲੱਗਣਾ ਤੇ ਸੂਰਜ ਚੜਿਆ ਹੋਇਆ ਬਾਹਰ। ਇਸੇ ਤਰ੍ਹਾਂ ਹੀ ਜਦੋਂ ਤੁਹਾਡਾ ਅੰਤਰਾਕਰਨ ਸ਼ੁੱਧ ਹੋ ਗਿਆ ਤੇ ਗਿਆਨ ਪ੍ਰਗਟ ਹੋ ਜਾਣਾ, ਮਨ ਤੁਹਾਡੇ ਅੰਦਰ ਪ੍ਰਕਾਸ਼ ਹੋ ਜਾਣਾ, ਪ੍ਰਕਾਸ਼ ਹੋ ਜਾਏਗਾ, ਬਹੁਤ ਵੱਡਾ ਪ੍ਰਕਾਸ਼। ਲੱਖਾਂ ਹੀ ਕਰੋੜਾਂ ਜਿਹੜੇ ਜੁਗਨੂ ਦੇ ਰੂਪ ਚ ਪ੍ਰਕਾਸ਼ ਦੇ ਕਣ ਆ ਥੱਲੋਂ ਤੁਹਾਡੇ ਉੱਪਰ ਨੂੰ ਜਾਣਗੇ ਤੇ ਸਹਸਰਾ ਚੱਕਰ ਚ ਸਮਾਈ ਜਾਣੇ। ਇਹੋ ਹੀ ਵਿਧੀ ਹੈ, ਪ੍ਰਮਾਤਮਾ ਨੇ ਏਦਾਂ ਹੀ ਬਣਾਇਆ। ਤੇ ਬਸ ਇਹ ਕਿ ਜਿੱਦਾਂ ਮਤਲਬ ਇੱਕ ਮਾਂ ਆਪਣੇ ਪੇਟ ਚ ਬੱਚੇ ਨੂੰ ਜਨਮ ਦਿੰਦੀ ਆ, ਫਿਰ ਉਹ ਮਾਂ ਬਣਦੀ ਆ, ਇਸੇ ਹੀ ਤਰ੍ਹਾਂ ਪ੍ਰਮਾਤਮਾ ਨੂੰ ਵੀ ਸਾਨੂੰ ਆਪਣੇ ਅੰਦਰੋਂ ਜਨਮ ਦੇਣਾ ਪੈਂਦਾ ਹੈ। ਇਹ ਕੁਦਰਤੀ ਨਿਯਮ ਹੈ, ਪ੍ਰਮਾਤਮਾ ਨੇ ਏਦਾਂ ਹੀ ਬਣਾਇਆ। ਘਾਲਣਾ ਵਾ, ਇਹ ਨਹੀਂ ਕਿ ਬਹੁਤ ਈਜ਼ੀ ਜੌਬ ਨਹੀਂ ਹੈਗੀ ਕਿ 2-4 ਮਿੰਟ ਚ ਕੰਮ ਹੋ ਜਾਏਗਾ। ਘਾਲਣਾ ਹੈ, ਔਰ ਕਿਸੇ ਨਾਲ ਕੋਈ ਲੜਨਾ ਨਹੀਂ, ਕੋਈ ਸੰਸਾਰ ਨੂੰ ਕੁਝ ਕਹਿਣਾ ਹੀ ਨਹੀਂ। ਆਪ ਜਦੋਂ ਸਹੀ ਹੋ ਗਏ ਨਾ, ਤੁਸੀਂ ਅੰਦਰੋਂ ਸਹੀ ਹੋ ਗਏ, ਤੇ ਫਿਰ ਮੈਨੂੰ ਦੱਸਿਓ ਕੋਈ ਜਾ ਕੇ ਤੱਕ ਕੋਈ ਮਾੜਾ ਹੈ ਤੁਹਾਨੂੰ ਮਿਲ ਜੇ ਨਿਜਰ ਸਾਹਿਬ। ਬਿਲਕੁਲ। ਹਜੇ ਤਾਂ ਆਪਾਂ ਨੂੰ ਦੁਨੀਆ ਭਰ ਦੇ ਮਾੜੇ ਬੰਦੇ ਦੇਖਦੇ ਆ ਨਾ, ਪਰ ਜਦੋਂ ਤੁਹਾਡਾ ਅੰਤਰਾਕਰਨ ਸ਼ੁੱਧ ਹੋ ਗਿਆ ਨਾ, ਫਿਰ ਕੋਈ ਮਾੜਾ ਲੱਭਣ ਚੱਲ ਜਿਓ ਅਰਜਨ ਦੇ ਵਾਂਗੂ, ਤੁਹਾਨੂੰ ਮਾੜਾ ਮਿਲਣਾ ਹੀ ਨਹੀਂ। ਕਿਉਂਕਿ ਤੁਸੀਂ ਸਹੀ ਹੋ ਗਏ ਜੋ। ਇਹ ਜਿਹੜਾ ਲੋਕਾਂ ਚ ਆਪਾਂ ਨੂੰ ਔਗਣ ਨਜ਼ਰ ਆਉਂਦੇ ਆ ਨਾ, ਇਹ ਕਿਉਂ ਨਜ਼ਰ ਆਉਂਦੇ ਨੇ? ਕਿਉਂਕਿ ਸਾਡਾ ਜਿਹੜਾ ਚਿੱਤ ਆ ਉਹ ਚ ਮਲੀਨਤਾ ਵਾ ਥੋੜੀ ਬਹੁਤੀ। ਇਸ ਕਰਕੇ ਉਹ ਦਰਪਣ ਚ ਜਦੋਂ ਆਪਾਂ ਵਹਿੰਦੇ ਆ ਤੇ ਉਹ ਮਲੀਨਤਾ ਸਾਡੀ ਦ੍ਰਿਸ਼ਟੀ ਨਾਲ ਚਿਮੜ ਜਾਂਦੀ ਆ, ਔਰ ਸਾਨੂੰ ਇੱਧਰ ਉੱਧਰ ਦੀਆਂ ਚੀਜ਼ਾਂ ਦਿਖਦੀਆਂ। ਠੀਕ ਹੈ ਜੀ ਸਾਹਿਬ? ਹਾਂਜੀ, ਅੱਗੇ ਜਿਹੜਾ ਹੈਗਾ 52 ਅੱਖਰੀ ਸ਼ੁਰੂ ਹੁੰਦੀ ਹੈ ਜੀ, कबीर जी दी। राग गौड़ी पूर्वी 52 अखरी कबीर जियो की। एक ओंकार सतनाम करता पुरख गुर प्रसाद। 52 अक्षर लोक त्रै सब किछ इन्हीं माहें। ये अक्षर खिर जाएंगे वो अक्षर इनमें नाहें। 52 अक्षर कहते 52 अक्षर आ लिपि दे। ਕਹਿੰਦੇ ਲੋਕ 3 ਲੋਕ, ਧਰਤ ਪਤਾਲ ਆਕਾਸ਼ ਕਹਿ ਲਓ ਜਾਂ ਤ੍ਰਿਗੁਣੀ ਮਾਇਆ ਕਹਿ ਲਓ, ਇਹਦਾ ਸਾਰਾ ਗਿਆਨ ਜਿਹੜਾ ਹੈਗਾ ਸਾਰਾ ਦਾ ਸਾਰਾ ਇਹ 3 ਅੱਖਰਾਂ ਦੇ ਵਿੱਚ ਹੀ ਹੈਗਾ। ਇਹ 52 ਅੱਖਰਾਂ ਦੇ ਵਿੱਚ ਹੀ ਇਹ ਜਿਹੜਾ 3 ਲੋਕਾਂ ਦਾ ਜਿਹੜਾ ਹੈਗਾ ਇਹ ਆਕਾਰ ਜੋ ਸੰਸਾਰ ਹੈਗਾ, ਸੰਸਾਰ ਦਾ ਗਿਆਨ ਇਹਨਾਂ ਅੱਖਰਾਂ ਦੇ ਵਿੱਚ ਦਿੱਤਾ ਜਾ ਸਕਦਾ ਹੈ। 52 ਅੱਖਰ ਲੋਕ ਤ੍ਰੈ ਸਭ ਕੁਛ ਇਨੀ ਮਾਹੇ। ਸਾਰਾ ਸੰਸਾਰ ਨੂੰ ਆਪਾਂ ਡਿਸਕ੍ਰਾਈਬ ਕਰ ਸਕਦੇ ਹਾਂ। ਇਹ ਅੱਖਰ ਖਿਰ ਜਾएंगे, ਕਹਿੰਦੇ ਇਹ ਅੱਖਰ ਖਤਮ ਹੋ ਜਾਣਗੇ, ਇਹ ਗਿਆਨ ਵੀ ਖਤਮ ਹੋ ਜਾਏਗਾ। ਉਹ ਅੱਖਰ ਇਨਮੇ ਨਾਹੇ। ਉਹ ਅੱਖਰ ਜਿਹੜੇ ਪਰਮਾਤਮਾ ਨੂੰ ਅਨੁਭਵ ਕਰਦੇ ਆ, ਜਿਹੜੇ ਪਰਮਾਤਮਾ ਦੇ ਜਿਹੜੇ ਹੈਗੇ ਬ੍ਰਹਮ ਜਿਹੜੇ ਹੈਗੇ ਲਿਵ ਵਾਲੇ ਰਸਤੇ ਦੇ ਅੱਖਰ ਹੈਗੇ ਭਾਈ, ਉਹ ਅੱਖਰ ਇਹਨਾਂ ਦੇ ਵਿੱਚ ਹੈ ਨਹੀਂਗੇ। ਇਹ ਅੱਖਰ ਖਿਰ ਜਾएंगे, ਉਹ ਅੱਖਰ ਇਨਮੇ ਨਾਹੇ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਇੱਥੇ ਕਬੀਰ ਜੀ ਸਾਨੂੰ ਸਮਝਾ ਰਹੇ ਨੇ 2 ਵਿਦਿਆ ਨੇ, ਇੱਕ ਹੈ ਅਪਰਾ ਵਿਦਿਆ, ਇੱਕ ਹੈ ਪਰਾ ਵਿਦਿਆ। ਇਹ ਜਿਹੜੇ 52 ਅੱਖਰਾਂ ਦੀ ਗੱਲ ਕਰਦੇ ਆ ਨਾ, ਇਹ ਸਾਰੀ ਅਪਰਾ ਵਿਦਿਆ ਵਾ। ਅਪਰਾ ਵਿਦਿਆ ਦੇ ਵਿੱਚ ਇਹ ਜੋ ਵੀ ਭੌਤਿਕ ਪਦਾਰਥ ਸਾਨੂੰ ਦਿਖਦੇ ਨੇ, ਜੋ ਵੀ ਕੁਝ ਦਿਖਦਾ ਹੈ, ਜਿੰਨੇ ਵੀ ਗ੍ਰੰਥ ਨੇ, ਜੋ ਵੀ ਅਸੀਂ ਜਾਣਿਆ, ਇਹ ਸਾਰੇ ਅਪਰਾ ਵਿਦਿਆ ਚ ਆਉਂਦੇ ਆ। ਤੇ ਉਹ ਗੱਲ ਕਰਦੇ ਨੇ ਪਰਾ ਵਿਦਿਆ। ਪਰਾ ਵਿਦਿਆ ਜਿਹੜੀ ਆ ਅਨੁਭਵ ਦਾ ਵਿਸ਼ਾ ਹੈ, ਉਹਨੂੰ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ। ਪਰਮਾਤਮਾ ਦੇ ਬਾਰੇ ਵੀ ਤੁਸੀਂ ਦੱਸ ਨਹੀਂ ਸਕਦੇ। ਬਿਲਕੁਲ। ਹਾਂ, ਉਹਨੂੰ ਅਨੁਭਵ ਕਰ ਸਕਦੇ ਜੋ, ਉਹਦੇ 'ਚ ਰਹਿ ਸਕਦੇ ਜੋ, ਕੋਈ ਇੱਕ ਚੰਗਾ ਸੁਖੀ ਜੀਵਨ ਬਤੀਤ ਕਰ ਸਕਦੇ ਜੋ। ਤੇ ਜੇ ਤੁਸੀਂ ਕੱਲ ਨੂੰ ਕਹਿ ਦੋ ਕਿ ਮੈਨੂੰ ਪਤਾ ਲੱਗ ਜੂਗਾ ਕਿ ਬੱਚੇ ਕਿੱਥੋਂ ਪੈਦਾ ਹੋ ਰਹੇ ਆ, ਕਿ ਕਿੱਥੇ ਧਰਤੀਆਂ ਸਾਂਭਣ ਵਾਲਾ ਸਿਸਟਮ ਹੈਗਾ ਹੈ, ਇਹ ਤੁਹਾਨੂੰ ਕੁਛ ਵੀ ਨਹੀਂ ਪਤਾ ਲੱਗਣਾ। ਇਹ ਜਿਹੜਾ ਬੰਦੇ ਦੀ ਡਿਜ਼ਾਈਨਿੰਗ ਕਿੱਥੇ ਹੋ ਰਹੀ ਹੈ, ਕੌਣ ਕਰ ਰਿਹਾ ਵਾ, ਕਿੱਥੇ ਬੈਠਾ ਵਾ, ਏਦਾਂ ਦਾ ਕੋਈ ਯੂਨਿਟ ਨਹੀਂ ਹੈਗਾ। ਪਰਮਾਤਮਾ ਸਰਵ ਵਿਆਪਕ ਆ, ਪਰਮਾਤਮਾ ਇੱਕ ਜਗ੍ਹਾ ਨਹੀਂ ਬੈਠਾ। ਇਹੋ ਹੀ ਸਾਡੇ ਜੀਵਨ ਦਾ ਭਰਮ ਆ। ਕਿਉਂਕਿ ਆਮ ਲੋਕਾਂ ਨੇ ਸਾਨੂੰ ਸਮਝਾ ਦਿੱਤਾ ਹੈ
ਕਿ ਪ੍ਰਮਾਤਮਾ ਕਿਤੇ ਹੋਰ ਬੈਠਾ ਹੈ ਤੇ ਅਸੀਂ ਕਿਤੇ ਹੋਰ ਬੈਠੇ ਹਾਂ। ਜੇ ਪ੍ਰਮਾਤਮਾ ਕਿਤੇ ਬੈਠਾ ਹੈ ਨਾ ਤੇ ਫਿਰ ਉਹ ਪ੍ਰਮਾਤਮਾ ਸਰਵ ਵਿਆਪਕ ਨਹੀਂ ਆ। ਬਿਲਕੁਲ ਉਹ ਸਾਡੇ ਵਾਂਗੂ ਇੱਕ ਸਧਾਰਨ ਇਨਸਾਨ ਆ। ਉਹ ਰੂਪ ਨਾ ਰੰਗ ਨਾ ਰੇਖ, ਉਹ ਬਾਣੀ ਚ ਕਿਹਾ ਹੈ ਇਹ ਤਿੰਨਾਂ ਚ ਪ੍ਰਮਾਤਮਾ ਨਹੀਂ ਹੈਗਾ। ਉਹ ਨਾ ਉਹ ਸ਼ੁਰੂ ਹੁੰਦਾ ਨਾ ਉਹ ਖਤਮ ਹੁੰਦਾ। ਉਹ ਕੋਈ ਇਨਸਾਨ ਦੀ ਕਲਪਨਾ ਵਾ ਜਿਹਨੇ ਬਣਾਤਾ ਹੈ ਕਿ ਉੱਥੇ ਕੋਈ ਸਵਰਗ ਬਣਿਆ, ਉੱਥੇ ਕੋਈ ਨਰਕ ਬਣਿਆ। ਏਦਾਂ ਦੀ ਕੋਈ ਗੇਮ ਨਹੀਂ ਹੈਗੀ। ਇਹ ਪ੍ਰਕਿਰਤੀ ਸਾਰੀ ਕੰਟਰੋਲ 'ਚ ਹੈ। ਆਪਣੇ ਆਪ ਹੀ ਨਿਯਮ ਬਣੇ ਨੇ ਕਿ ਉਹ ਜਿੱਦਾਂ ਵੀ ਜੀਵ ਪੈਦਾ ਹੋ ਰਹੇ ਨੇ, ਜੀਵ ਠਹਿਰਦਾ ਹੈ, ਜੀਵ ਖਤਮ ਹੋ ਜਾਂਦਾ ਹੈ, ਫਿਰ ਗਰਭ ਮੰਡਲ 'ਚ ਉਸੇ ਤਰ੍ਹਾਂ ਜੂਨੀਆਂ 'ਚ ਘੁੰਮ ਰਿਹਾ। ਪਰ ਗਰਭ ਮੰਡਲ ਕੋਈ ਸਪੈਸ਼ਲ ਦੂਰ ਨਹੀਂ ਬਣੇ ਜਿੱਥੇ ਜਾਣਾ ਪੈਣਾ ਆਪਾਂ ਨੂੰ। ਜਿੱਥੇ ਸਮਝਾਇਆ ਗਿਆ ਕਿ ਉੱਥੇ ਅੱਗ ਦੀ ਨਦੀ ਹੈਗੀ ਆ, ਉਹਦੇ ਵਿੱਚ ਹੀ ਲੰਘਣਾ ਪਊਗਾ। ਉਹ ਬੰਦਾ ਪੁੱਛੇ ਜਦੋਂ ਸਾਡਾ ਸੰਸਕਾਰ ਹੋ ਗਿਆ ਤੇ ਬਾਕੀ ਕੀ ਰਹਿ ਗਿਆ? ਤੇ ਮਰਜ਼ੀ ਲੈ ਜਾਓ, ਬਾਕੀ ਤੇ ਸੂਖਮ ਹੈਗਾ। ਔਰ ਸੂਖਮ ਫਿਲਮਾਂ ਵਾਂਗੂ ਨਹੀਂ ਆ। ਫਿਲਮਾਂ 'ਚ ਤੇ ਕਿੱਡਾ ਵੱਡਾ ਬੰਦੇ ਬਣਾ ਦਿਖਾਏ ਨੇ, ਜਨਾਨੀਆਂ ਬੰਦੇ ਤੁਰੇ ਫਿਰਦੇ ਨੇ ਭੂਤਾਂ ਦੇ ਰੂਪ 'ਚ, ਐਡੇ ਵੱਡੇ ਦੰਦ। ਪਰ ਜਿਹੜਾ ਜੀਵ ਆ ਉਹ ਇੰਨਾ ਛੋਟਾ ਵਾ। ਹੁਣ ਮਾਂ ਦੇ ਗਰਭ 'ਚ ਜਦੋਂ ਪ੍ਰਵੇਸ਼ ਕਰਦਾ, ਮਾਂ ਪਿਓ ਦਾ ਬਿੰਦ ਕਿੰਨਾ ਛੋਟਾ ਵਾ। ਆਪ ਜਸਟ ਸੋਚੋ, ਜੀਵ ਕੋਈ ਬਹੁਤਾ ਵੱਡਾ ਥੋੜੀ ਆ। ਇਹ ਜਿਹੜਾ ਕੀੜੀ ਦਾ ਜੀਵ ਤੇ ਸਾਡੇ ਜੀਵ ਕੋਈ ਫਰਕ ਨਹੀਂ ਹੈਗਾ, ਸੇਮ ਹੈਗੇ ਨੇ ਦੋਨੋਂ। ਬਸ ਇਹ ਆ ਕਿ ਇਨਸਾਨਾਂ ਨੇ ਏਦਾਂ ਹੀ ਗੱਪਾਂ ਬਣਾ ਛੱਡੀਆਂ ਨੇ, ਲੋਕਾਂ ਨੂੰ ਭਰਮਾਂ 'ਚ ਪਾਤਾ, ਵਹਿਮਾਂ 'ਚ ਪਾਤਾ। ਤੇ ਇਹ ਕਹਿੰਦੇ ਆ ਕਿ ਜਦੋਂ ਤੂੰ ਉਸ ਅਵਸਥਾ ਨੂੰ ਅਨੁਭਵ ਕਰੇਗਾ, ਉਹਨੂੰ ਤੂੰ ਅਨੁਭਵ ਕਰ ਸਕਦਾ ਹੈ, ਪਰ ਉਹਨੂੰ ਦੱਸ ਨਹੀਂ ਸਕਦਾ, ਐਕਸਪਲੇਨ ਨਹੀਂ ਕਰ ਸਕਦਾ। ਆਪਾਂ ਤੇ ਇੱਕ ਸੇਬ ਦੇ ਸਵਾਦ ਨੂੰ ਵੀ ਦੱਸ ਨਹੀਂ ਸਕਦੇ ਨੇ। ਜਿੱਦਾਂ ਹੁਣ ਗੁੜ ਦਾ ਸਵਾਦ ਖਾ ਕੇ ਦੱਸੋ ਕਿ ਲਿਖ ਦੋ ਕਿ ਕਿਤਾਬ 'ਚ ਕੋਈ ਲਿਖ ਸਕਦਾ? ਕੋਈ ਤਾਂ ਅਨੁਭਵ ਦਾ ਵਿਸ਼ਾ ਹੈ। ਹਾਂਜੀ ਜੀ ਸਰ। ਜਹਾਂ ਬੋਲ ਤੈਂ ਅਛਰ ਆਵਾ, ਜਹ ਅਬੋਲ ਤੈਂ ਮਨ ਨਾ ਰਹਾਵਾ। ਕਹਿੰਦੇ ਬੜੀ ਕਮਾਲ ਦਾ ਜਿਹੜਾ ਹੈਗਾ, ਜਿਹੜੀ ਹੈਗੀ ਆ ਕਬੀਰ ਜੀ ਦੀ ਗਿਆਨ ਦੱਸ ਰਹੇ ਆ। ਕਹਿੰਦੇ ਜਿੱਥੇ ਬੋਲ ਹੈਗਾ ਤੇ ਉੱਥੇ ਅੱਖਰ ਚਾਹੀਦੇ ਪਏ ਬੋਲਣ ਵਾਸਤੇ। ਕਿਉਂਕਿ ਬੋਲ ਕੀ ਹੈ? ਬੋਲ ਹੈਗਾ ਭਈ ਸੰਸਾਰ ਦਾ ਆਕਾਰ। ਇਸ ਪ੍ਰਕਿਰਤੀ ਜਿਹੜੀ ਹੈਗੀ ਇਹ ਬੋਲਣ ਵਾਸਤੇ, ਇਹਨੂੰ ਦੱਸਣ ਵਾਸਤੇ ਅੱਖਰ ਚਾਹੀਦਾ। ਤੇ ਜਹ ਅਬੋਲ ਉਹ ਪਰਮਾਤਮਾ ਉੱਥੇ ਕਹਿੰਦੇ ਆ ਜਿਹੜਾ ਬੋਲਣ ਵਾਲਾ ਹੈਗਾ ਉਹੀ ਨਹੀਂ ਰਹਿੰਦਾ। ਜਹ ਅਬੋਲ ਤਹ ਮਨ ਨਾ ਰਹਾਵਾ। ਕਹਿੰਦੇ ਮਨ ਰਹਿੰਦਾ ਹੀ ਨਹੀਂ ਉੱਥੇ, ਮਨ ਹੀ ਖਤਮ ਹੋ ਜਾਂਦਾ ਹੈ। ਜਹ ਬੋਲ ਤੈ ਅਛਰ ਆਵਾ, ਜਹ ਅਬੋਲ ਤੈ ਮਨ ਨਾ ਰਹਾਵਾ। ਬੋਲ ਅਬੋਲ ਮਦ ਹੈ ਸੋਈ। ਕਹਿੰਦੇ ਇੱਕ ਚੀਜ਼ ਯਾਦ ਰੱਖ ਲਓ ਭਾਈ, ਇਹ ਜੋ ਕੁਛ ਦਿਖ ਰਿਹਾ ਹੈ ਪ੍ਰਕਿਰਤੀ ਔਰ ਜੋ ਨਹੀਂ ਦਿਖ ਰਹੀ ਪਿੱਛੇ ਮਾਲਕ ਪਰਮਾਤਮਾ, ਬੋਲ ਅਬੋਲ ਮਦ ਹੈ ਸੋਈ। ਦੋਨਾਂ ਦਾ ਕੰਟਰੋਲਰ ਇੱਕੋ ਹੀ ਹੈਗਾ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੇ ਨਾ ਕੋਈ। ਕਹਿੰਦੇ ਪਰ ਜਿਹੇ ਜਿਹਾ ਉਹ ਹੈਗਾ ਉਹੀ ਜਿਹਾ ਜਿਹੜਾ ਹੈਗਾ ਲਿਵ ਵਾਲੇ ਰਸਤੇ ਤੇ ਤ੍ਰਿਗੁਣੀ ਜਿਹੜਾ ਹੈਗਾ, ਇਹ ਰੂਪ ਨਾ ਰੇਖ ਨਾ ਰੰਗ ਕੀ ਤ੍ਰੈ ਗੁਣ ਤੇ ਪ੍ਰਪਿਨ। ਜੀ ਕਿਹੜੇ ਆ ਗਏ ਜੀ? ਇੱਕ ਸੈਕਿੰਡ, ਇਹ ਨਾ ਪਤਾ ਨਹੀਂ, ਇੱਕ ਸੈਕਿੰਡ ਜੀ। ਕਿਹਨਾਂ ਨੇ ਮਾਈਕ ਚਾਲੂ ਕਰਤਾ ਜੀ? ਆਪਣਾ ਵੀਰਪਾਲ ਕੌਰ ਜੀ। ਆਪਾਂ ਸੀਗੇ ਜੀ ਜਹਾਂ ਬੋਲ ਤੈਂ ਅਛਰ ਆਵਾ। ਕਹਿੰਦੇ ਜਿੱਥੇ ਬੋਲਣਾ ਹੈਗਾ, ਜਿੱਥੇ ਜਿਹੜਾ ਹੈਗਾ ਤਿੰਨ ਗੁਣੀ ਮਾਇਆ ਹੈਗੀ ਆ, ਜਿੱਥੇ ਆਕਾਰ ਹੈਗਾ ਉੱਥੇ ਅੱਖਰ ਚਾਹੀਦੇ ਆ। ਜਿੱਥੇ ਸੰਸਾਰ ਹੈਗਾ ਉੱਥੇ ਅੱਖਰ ਚਾਹੀਦੇ ਆ। ਜਹਾਂ ਬੋਲ ਤੈਂ ਅਛਰ ਆਵਾ, ਜਹ ਅਬੋਲ ਤੈਂ ਮਨ ਨਾ ਰਹਾਵਾ। ਕਹਿੰਦੇ ਜਿੱਥੇ ਅਬੋਲ ਹੈਗਾ, ਇਹਦੇ ਪਿੱਛੇ ਦੀ ਜਿਹੜੀ ਹੈਗੀ ਆ, ਇਹ ਜਿਹੜੀ ਹੈਗੀ ਚੌਥੇ ਪਦ ਦੀਆਂ ਗੱਲਾਂ ਜਿਹੜੀਆਂ ਹੈਗੀਆਂ, ਜਿਹੜੀਆਂ ਨਿਰਗੁਣ ਦੀਆਂ ਗੱਲਾਂ ਹੈਗੀਆਂ, ਕਹਿੰਦੇ ਉੱਥੇ ਮਨ ਹੀ ਨਹੀਂ ਰਹਿੰਦਾ। ਬੋਲ ਅਬੋਲ ਮਦ ਹੈ ਸੋਈ। ਕਹਿੰਦੇ ਬੋਲ ਔਰ ਅਬੋਲ ਦੋਨਾਂ ਦਾ ਕੰਟਰੋਲਰ ਇੱਕੋ ਹੀ ਹੈਗਾ ਦੋਨਾਂ ਦੇ ਵਿੱਚ ਭਾਈ। ਜਸ ਉਹ ਹੈ ਤਸ ਲਖੇ ਨਾ ਕੋਈ। ਕਹਿੰਦੇ ਜਿਹੇ ਜਿਹਾ ਉਹ ਹੈਗਾ, ਹੁਣ ਜਿਹੜਾ ਹੈਗਾ ਉਹ ਤਿੰਨ ਗੁਰੀ ਮਾਇਆ ਤੋਂ ਭਰੇ ਹੈਗਾ, ਨਿਰਗੁਣ ਹੈਗਾ। ਕਹਿੰਦੇ ਉਹ ਨਿਰਗੁਣ ਨੂੰ ਉਹਨੂੰ ਲਖਣਾ ਨਹੀਂ ਚਾਹੁੰਦਾ ਕੋਈ, ਉਹਦੀ ਭਗਤੀ ਨਹੀਂ ਕਰਨਾ ਚਾਹੁੰਦਾ ਕੋਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਉੱਪਰ ਤੁਕ ਦੇ ਵਿੱਚ ਜਿਹੜਾ ਲਿਖਿਆ ਨਾ, ਆਪਾਂ ਪਹਿਲਾਂ ਵੀ ਬਾਣੀ ਪੜ੍ਹਦੇ ਰਹੇ ਆ। ਉੱਥੇ ਲਿਖਿਆ ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ।
ਹਾਂ, ਇਸ ਤੋਂ ਪਿਛਲਾ ਹੀ ਸ਼ਬਦ ਹੈਗਾ, ਪਿੱਛੇ ਹੀ ਆਪਾਂ ਕੱਲ ਹੀ ਪੜਿਆ ਸੀਗਾ। ਉਸੇ ਵਿੱਚ ਬਾਣੀ ਚ ਇਹੋ ਹੀ ਮਤਲਬ ਆ, ਮਨ ਹੈ ਸੰਸਾਰ ਹੈ, ਮਨ ਨਹੀਂ ਹੈ ਤੇ ਸੰਸਾਰ ਨਹੀਂ ਹੈ। ਮਨ ਦਾ ਮਤਲਬ ਵਿਚਾਰ, ਸਾਡਾ ਚਿੰਤਨ ਚੱਲ ਰਿਹਾ ਹੈ ਜਦ ਤੱਕ, ਤਦ ਤੱਕ ਸੰਸਾਰ ਵੀ ਹੈਗਾ। ਪਰ ਜਦੋਂ ਬੋਲ ਬੰਦ ਹੋ ਜਾਂਦੇ, ਵਿਚਾਰ ਬੰਦ ਹੋ ਜਾਂਦੇ ਆ, ਤੇ ਫਿਰ ਪ੍ਰਮਾਤਮਾ ਹੀ ਰਹਿ ਜਾਂਦਾ। ਫਿਰ ਉੱਥੇ ਹੋਰ ਕੋਈ ਚੀਜ਼ ਨਹੀਂ ਹੈਗੀ। ਜ਼ਿੰਦਗੀ ਦੇ ਵਿੱਚ ਜਿਹੜੀ ਪ੍ਰਾਪਤੀ ਹੈ ਉਹ ਹੈ ਵਿਚਾਰਾਂ ਤੋਂ ਅੱਗੇ ਲੰਘ ਜਾਣਾ, ਅੱਗੇ ਲੰਘ ਕੇ ਉਸ ਸ਼ਕਤੀ ਨੂੰ ਦੇਖ ਲੈਣਾ ਜਿਹੜੀ ਸ਼ਕਤੀ ਸਰਵ ਵਿਆਪਕ ਆ। ਕੋਈ ਐਸੀ ਚੀਜ਼ ਨਹੀਂ ਆ ਜਿਹੜੀ ਇੱਥੇ ਜ਼ਿਆਦਾ ਹੈ ਜਾਂ ਉੱਥੇ ਘੱਟ ਹੈ, ਜਾਂ ਇੱਥੇ ਘੱਟ ਹੈ ਤੇ ਉੱਥੇ ਜ਼ਿਆਦਾ ਹੈ। ਉਹ ਸਰਵ ਵਿਆਪਕ ਸ਼ਕਤੀ ਹੈ, ਉਹ ਐਂਡਲੈਸ ਹੈ, ਨਾ ਤੋਂ ਸ਼ੁਰੂ ਹੁੰਦੀ ਹੈ ਨਾ ਖਤਮ ਹੁੰਦੀ ਹੈ। ਔਰ ਉਸ ਨੂੰ ਅਨੁਭਵ ਕਰਨ ਦਾ ਇੱਕੋ ਹੀ ਤਰੀਕਾ ਹੈ, ਇਹ ਜਿਹੜਾ ਬੋਲਾਂ ਦਾ ਜਗਤ ਹੈ ਨਾ, ਅੱਖਾਂ ਦਾ ਜਗਤ, ਉਸ ਤੋਂ ਅੱਗੇ ਜਾਣਾ ਪਊਗਾ। ਹਾਂਜੀ ਨਿਜਰ ਸਾਹਿਬ, ਪਰ ਉੱਥੇ ਜਾਣਦਾ ਹੀ ਨਹੀਂ ਕੋਈ, ਜਸ ਹੋਇਆ ਤਾਂ ਲਖੇ ਨਾ ਕੋਈ। ਪ੍ਰੋਬਲਮ ਇਹੀ ਆ। ਉੱਥੇ ਨਿਜਰ ਸਾਹਿਬ ਜਾਂਦਾ ਕਿਉਂ ਨਹੀਂ? ਕਿਉਂਕਿ ਜਿਹੜਾ ਜਾਣ ਵਾਲਾ ਵਾ ਨਾ, ਉਹ ਰਹਿੰਦਾ ਨਹੀਂ। ਉਹ ਬੰਦੇ ਉਹਨਾਂ ਕੋ ਗਿਆ ਵਾ ਕਿ ਜਿਹੜੇ ਆਪ ਨਹੀਂ ਗਏ। ਨਿਜਰ ਸਾਹਿਬ ਕੋਈ ਨਦੀ ਦੇ ਕਿਨਾਰੇ ਲੰਘ ਜਾਵੇ ਤੇ ਕਹਿ ਵੀ ਦਵੇ ਕਿ ਹਾਂ ਵੀ ਨਦੀ ਦਾ ਪਾਣੀ ਏਦਾਂ ਦਾ ਵਾ, ਉੱਥੇ 3 ਫੁੱਟ ਪਾਣੀ, 4 ਫੁੱਟ ਪਾਣੀ, ਪਾਣੀ ਦੀ ਸਪੀਡ ਕਿੰਨੀ ਕੁ ਆ, ਤੁਸੀਂ ਕਿੱਦਾਂ ਲੰਘਣਾ। ਤੇ ਜਿਹੜਾ ਬੰਦਾ ਆਪ ਇੱਧਰ ਦੂਜੇ ਕਿਨਾਰੇ ਤੇ ਬੈਠਾ ਵਾ, ਉਹ ਪਰਲੇ ਕਿਨਾਰੇ ਦੀ ਕੀ ਗੱਲ ਕਰੇਗਾ? ਇਸ ਕਰਕੇ ਹੁਣ ਜੇ ਕੋਈ ਦੱਸੂਗਾ ਹੀ ਨਹੀਂ ਤੇ ਜਾਣਾ ਕਿੰਨੇ? ਬਿਲਕੁਲ। ਹੁਣ ਕੋਈ ਨਿਜਰ ਸਾਹਿਬ, ਹੁਣ ਪਹਿਲਾਂ ਕੋਈ ਜਾਊਗਾ ਤੇ ਉਹ ਫਿਰ ਹੀ ਪ੍ਰਚਾਰ ਕਰੂਗਾ ਨਾ। ਆਪਾਂ ਕੋਈ ਚੀਜ਼ ਬਣਾਉਂਦੇ ਆ, ਪਹਿਲਾਂ ਸੁਣਦੇ ਆ ਨਾ ਕੰਨਾਂ ਦੇ ਰਾਹੀਂ, ਫਿਰ ਆਪਾਂ ਲੋਕੀ ਜ਼ਿਕਰ ਕਰਦੇ ਨੇ ਕਿ ਯਾਰ ਉੱਥੇ ਨਾ ਫਲਾਨੀ ਜਗ੍ਹਾ ਤੇ ਨਾ ਕੰਮ ਬਹੁਤ ਵਧੀਆ ਹੁੰਦਾ ਵਾ ਤੇ ਲੱਕੜ ਦਾ ਸਮਾਨ ਬਹੁਤ ਵਧੀਆ ਮਿਲਦਾ ਹੈ। ਹੁਣ ਕੋਈ ਜਾਵੇਗਾ, ਉਹ ਸਾਨੂੰ ਦੱਸੇਗਾ ਕਿ ਸਮਾਨ ਬਹੁਤ ਵਧੀਆ ਮਿਲਦਾ ਹੈ, ਤੇ ਉਹਦੀ ਗੱਲ ਸੁਣ ਕੇ ਅਸੀਂ ਵੀ ਤੇ ਨਿਜਰ ਸਾਹਿਬ ਜਾਵਾਂਗੇ ਉੱਥੇ। ਹੁਣ ਜਿੱਥੇ ਗਿਆ ਹੀ ਕੋਈ ਨਹੀਂ, ਉਹਦਾ ਪ੍ਰਚਾਰ ਕਿਹਨੇ ਕਰਨਾ? ਬਿਲਕੁਲ। ਪ੍ਰਚਾਰ ਤੇ ਇਹਨਾਂ ਵਿਚਾਰਿਆਂ ਨੇ ਉਸੇ ਚੀਜ਼ ਦਾ ਕਰਨਾ ਹੈ ਨਾ ਜਿੱਥੇ ਲੋਕ ਗਏ ਨੇ, ਖੁਦ ਗਏ ਨੇ। ਔਰ ਉਹ ਤੇ ਗਏ ਕਿੱਥੇ ਆ? ਕੋਈ ਮੰਦਿਰ 'ਚ ਬੈਠਾ ਹੈ, ਕੋਈ ਮੂਰਤੀਆਂ 'ਚ ਬੈਠਾ ਹੈ, ਕੋਈ ਕਿਤਾਬਾਂ 'ਚ ਬੈਠਾ ਹੈ। ਇਸੇ ਤਰ੍ਹਾਂ ਸੰਸਾਰ ਉਲਝਿਆ ਪਿਆ ਤੇ ਇੱਥੇ ਕਬੀਰ ਜੀ ਨੂੰ ਕਹਿਣਾ ਪਿਆ ਉੱਥੇ ਕੋਈ ਜਾਂਦਾ ਹੀ ਨਹੀਂ ਆ। ਹਾਂਜੀ ਨਿਜਰ ਸਾਹਿਬ, ਅੱਲਾ ਲਹੋ ਤਾਂ ਕਿਆ ਕਹੋ, ਫਿਰ ਆ ਗਈ ਖੰਗ। ਅੱਲਾ ਲਹੋ ਤਾਂ ਕਿਆ ਕਹੋ, ਕਹੋ ਤਾਂ ਕੋ ਉਪਕਾਰ। ਕਹਿੰਦੇ ਮੈਂ ਪਰਮਾਤਮਾ ਨੂੰ ਜੇ ਮੰਨ ਲਓ ਮੈਂ ਅਨੁਭਵ ਵੀ ਕਰ ਲਵਾਂ ਤੇ ਮੈਂ ਕੀ ਕਮਾਉਣ ਨੂੰ, ਮੈਂ ਕਿਹੜੇ ਅੱਖਰ ਲਿਆਵਾਂ ਉਹਨੂੰ ਦੱਸਣ ਵਾਸਤੇ। ਅੱਲਾ ਲਹੋ ਤਾਂ ਕਿਆ ਕਹੋ ਤੇ ਕਹੋ ਤਾਂ ਕੋ ਉਪਕਾਰ। ਜੇ ਮੈਂ ਕਹਿ ਵੀ ਦੇਵਾਂ ਤੇ ਉਹਦਾ ਕੀ ਉਪਕਾਰ ਆ? ਕਿਹਨੇ ਮੰਨਣਾ ਹੈ ਮੇਰੀ ਗੱਲ ਨੂੰ? ਕਿਹਨੇ ਮੰਨਣਾ ਹੈ ਮੇਰੀ ਗੱਲ ਦੇ ਉੱਤੇ? ਕਿਹਨੇ ਚੱਲਣਾ ਹੈ ਮੇਰੇ ਕਹਿਣੇ ਦੇ ਉੱਤੇ? ਅੱਲਾ ਲਹੋ ਤਾਂ ਕਿਆ ਕਹੋ, ਕਹੋ ਤਾਂ ਕੋ ਉਪਕਾਰ। ਬਟਕ ਬੀਜ ਮੈਂ ਰਵ ਰਿਹੋ, ਜਾਕੋ 3 ਲੋਕ ਵਿਸਥਾਰ। ਬਟਕ ਕਹਿੰਦੇ ਆ ਜਿਹੜਾ ਪਿੱਪਲ ਦਾ ਜਿਹੜਾ ਹੈਗਾ ਬੋੜ ਦਾ ਦਰਖਤ ਹੁੰਦਾ ਹੈ, ਉਹਦਾ ਬੀਜ ਕਿੰਨਾ ਕੁ ਛੋਟਾ ਹੁੰਦਾ ਦੇਖ ਲਓ। ਕਹਿੰਦੇ ਇਸ ਤਰ੍ਹਾਂ ਜਿਹੜਾ ਹੈਗਾ ਦੇਖ ਲਓ, ਇੰਨਾ ਵੱਡਾ ਦਰਖਤ ਬੀਜ ਦੇ ਵਿੱਚ ਛੁਪਿਆ ਹੋਇਆ ਹੈ। ਬਟਕ ਬੀਜ ਮੈਂ ਰਵ ਰਿਹੋ, ਜਾਕੋ 3 ਲੋਕ ਵਿਸਥਾਰ। ਤਰਤ ਪਤਾਲ ਆਕਾਸ਼ ਦਾ ਵਿਸਥਾਰ ਕਰਨ ਵਾਲਾ ਜਿਹੜਾ ਮਾਲਕ ਪਰਮਾਤਮਾ ਹੈਗਾ, ਉਹ ਬੋੜ ਦੇ ਜਿਹੜੇ ਹੈਗੇ ਕਿ ਪਿੱਪਲ ਦੇ ਬੀਜ ਵਾਂਗੂ ਜਿਹੜਾ ਹੈਗਾ, ਬੀਜ ਦੇ ਵਿੱਚ ਦਰਖਤ ਹੈਗਾ, ਦਰਖਤ ਦੇ ਵਿੱਚ ਬੀਜ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਦੁਬਾਰਾ ਤੋਂ ਬੋਲਿਓ। ਹਾਂ ਕਹਿੰਦੇ ਅੱਲਾ, ਹਾਂ ਆ ਤੋਂ ਬੋਲਦੇ ਅੱਲਾ ਲਹੋ ਤਾਂ ਕਿਆ ਕਹੋ। ਕਹਿੰਦੇ ਕੀ ਕਮਾਂ ਮੈਂ, ਜਿਹੜਾ ਹੈਗਾ ਮੈਂ ਤਾਂ ਅਨੁਭਵ ਕਰ ਸਕਦਾ, ਮੈਂ ਇਹਦੇ ਅੱਖਰ ਹੀ ਹੈ ਨਹੀਂ ਗੇ, ਮੈਂ ਕੀ ਕਮਾਂ? ਹੁਣ ਦੱਸੋ ਪਰਮਾਤਮਾ ਨੂੰ ਮੈਂ ਜੇ ਆ ਪ੍ਰਗਟ ਹੋ ਗਿਆ। ਹਾਂ ਸੰਗਤ ਜੀ, ਪਰਮਾਤਮਾ ਨੂੰ ਤੁਸੀਂ ਅਨੁਭਵ ਕਰ ਸਕਦੇ ਜੇ, ਉਹਦੇ 'ਚ ਆਪਣਾ ਜੀਵਨ ਬਤੀਤ ਕਰ ਸਕਦੇ ਜੇ। ਜੇ ਤੁਸੀਂ ਕਹੋਗੇ ਨਾ ਕੱਲ ਨੂੰ ਤੇ ਮੈਂ ਕਿਸੇ ਨੂੰ ਸਬੂਤ ਦੇ ਦਾਂ ਤੇ ਮੁਸ਼ਕਲ ਹੈ ਕੰਮ, ਬਹੁਤ ਮੁਸ਼ਕਲ ਕੰਮ। ਇਹੋ ਹੀ ਇੱਕ ਗੱਲ ਯਾਦ ਰੱਖਣੀ ਕਿ ਗੂੰਗਾ ਗੁੜ ਖਾ ਕੇ ਉਹਦਾ ਸਵਾਦ ਨਹੀਂ ਦੱਸ ਸਕਦਾ। ਉਸੇ ਹੀ ਤਰ੍ਹਾਂ ਜਦੋਂ ਬੰਦਾ ਕੋਈ ਆਤਮ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ, ਉਹ ਕੁਝ ਪ੍ਰੂਫ ਨਹੀਂ ਦੇ ਸਕਦਾ ਕਿ ਮੈਨੂੰ ਆਤਮ ਗਿਆਨ ਪ੍ਰਾਪਤ ਹੋ ਗਿਆ, ਜੇ ਮੈਂ ਪਰਮਾਤਮਾ ਦੇਖ ਲਿਆ, ਕਿਉਂਕਿ ਉਹ ਕਹਿਣ ਤੇ ਉਹਨਾਂ ਦਾ ਵਿਸ਼ਾ ਨਹੀਂ ਹੈ, ਨਾ ਹੀ ਉਹ ਬੋਲਣ ਦਾ ਵਿਸ਼ਾ। ਹਾਂਜੀ ਨਹੀਂ ਦੱਸੋ। ਪਰ ਇੱਕ ਚੀਜ਼ ਹੈਗਾ ਬਈ, ਉਹਦੇ ਜਿਹੜੇ ਹੈਗੇ ਉਹ ਪ੍ਰਗਟ ਹੋ ਜਾਏਗਾ ਇਨਸਾਨ, ਉਹਦੀ ਖੁਸ਼ਬੂ ਆ ਜਾਏਗੀ। ਹਾਂ ਨਿਜਰ ਸਾਹਿਬ, ਉਹਦੇ ਬੋਲਾਂ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਬੰਦਾ ਮੁਕਤ ਹੈ, ਕਿਉਂਕਿ ਉਹ ਨਾ ਵੀ ਚੱਕਰ ਤੋਂ ਕਥਾ ਨਹੀਂ ਕਰਦਾ, ਨਾ ਉਹ ਬੋਲਦਾ,
ਉਹਦੀਆਂ ਲਫ਼ਜ਼ਾਂ 'ਚ ਤੁਹਾਨੂੰ ਪਤਾ ਲੱਗੇਗਾ ਕਿ ਇਹ ਬੰਦਾ ਕੋਈ ਜਾਣਦਾ ਹੈ, ਕਿਉਂਕਿ ਇੰਨੀ ਜ਼ਰੂਰਤ ਨਾਲ ਗੱਲ ਕੀਤੀ ਨਹੀਂ ਜਾ ਸਕਦੀ। ਉਦਾਂ ਤੇ ਬੰਦਾ ਹਿਲਦਾ ਨਾ, ਉਹ ਫਿਰ ਉਹ ਬੰਦਾ ਜਦੋਂ ਤੁਹਾਡੇ ਅੰਦਰ ਆਤਮ ਗਿਆਨ ਦੀ ਅਵਸਥਾ ਪ੍ਰਾਪਤ ਹੋਈ ਤੇ ਤੁਹਾਡੇ ਜੀਵਨ 'ਚ ਤੁਸੀਂ ਕਿੱਦਾਂ ਦਾ ਜੀਵਨ ਬਤੀਤ ਕਰ ਰਹੇ ਜੋ, ਉਹ ਤੋਂ ਪਤਾ ਲੱਗ ਜਾਣਾ ਹੈ ਇਹ ਬੰਦਾ ਭੀੜ ਦਾ ਵਿਸ਼ਾ ਨਹੀਂ ਰਹਿ ਗਿਆ, ਨਾ ਉਹ ਭੀੜ ਦਾ ਹਿੱਸਾ ਵਾ, ਇਹ ਵੱਖਰਾ ਹੋ ਗਿਆ। ਤਾਂ ਹੀ ਉਹ ਕਹਿੰਦੇ ਭਗਤਾਂ ਕੀ ਸੰਸਾਰੀਆਂ ਜੋੜ ਕਦੇ ਨਾ ਆਇਆ। ਹਾਂ, ਫਿਰ ਉਹ ਕਿਉਂ ਅਲੱਗ ਹੋ ਜਾਂਦਾ ਹੈ? ਕਿਉਂਕਿ ਸੰਸਾਰੀ ਕਹਿੰਦੇ ਆ ਮੂਰਤੀਆਂ 'ਚ ਬੈਠਾ ਹੈ, ਇੱਥੇ ਰੋਜੇ ਰੱਖ, ਇੱਥੇ ਵਰਤ ਰੱਖ, ਇੱਥੇ ਇੰਨੇ ਚਲੀਏ ਕੱਟੀਏ, ਤੇ ਉਹ ਕਹਿੰਦਾ ਹੈ ਇਹਦੀ ਲੋੜ ਨਹੀਂ ਹੈਗੀ, ਕਿਉਂਕਿ ਜਿਹਦੇ ਚਲੀਏ ਕੱਟਣੇ ਆ ਉਹਦੇ ਵਿੱਚ ਤੇ ਮੈਂ ਇੱਕਮਿਕ ਹੋ ਗਿਆ, ਉਹਦੇ ਤੇ ਮੇਰੇ 'ਚ ਕੋਈ ਭੇਦ ਨਹੀਂ ਆ, ਫਿਰ ਮੈਂ ਕਿਹਦੇ ਚਲੀਏ ਕੱਟਾਂ? ਚਲੀਏ ਕੱਟਣ ਦੇ ਲਈ ਥੋੜਾ ਗੈਪ ਵੀ ਤੇ ਚਾਹੀਦਾ ਨੇਚਰ ਸਾਹਿਬ। ਬਿਲਕੁਲ। ਪੂਜਾ ਕਰਨ ਵਾਸਤੇ ਕਾਹਦੀ ਪੂਜਾ ਕਰੋਗੇ ਜਿਹਦੇ ਤੁਹਾਡੇ ਤੇ ਬ੍ਰਹਮ ਦੇ ਵਿੱਚ ਕੋਈ ਭੇਦ ਹੀ ਨਹੀਂ ਰਹਿ ਗਿਆ, ਤੇ ਪੂਜਾ ਕਰਨੀ ਤੇ ਝੁਕਣਾ ਵੀ ਤੇ ਚਾਹੀਦਾ ਨਾ। ਹੁਣ ਤੁਸੀਂ ਵੇਖ ਲਓ, ਜਿਹੜਾ 1.5 ਸਾਲ ਸਾਧਨਾ ਕਰੂਗਾ, ਬਾਅਦ ਚ ਸ਼ੁਰੂ ਚ ਤੁਸੀਂ ਮੱਥਾ ਟੇਕਣਾ, ਬਾਅਦ ਚ ਤੁਸੀਂ ਮੱਥਾ ਟੇਕਣਾ ਵੀ ਬੰਦ ਕਰ ਦੇਣਾ। ਮੱਥਾ ਟੇਕਣਾ ਕਿਹਦਾ ਵਾ? ਮੱਥਾ ਉਹਦਾ ਟੇਕੀਏ ਨਾ ਕਿ ਜੇ ਤਾਂ ਤੁਸੀਂ ਦੋ ਹੋਵੋ, ਹੁਣ ਇੱਕ ਹੀ ਤੇ ਹੋ ਗਏ, ਮੱਥਾ ਕਿਹਨੂੰ ਟੇਕਣਾ? ਹਾਂਜੀ ਨੇਜਰ ਸਾਹਿਬ। ਅੱਲਾ ਲਹੰਤਾ ਭੇਦ ਛੈ ਕਛ ਕਛ ਪਾਇਓ ਭੇਦ। ਕਹਿੰਦੇ ਪਰਮਾਤਮਾ ਦੀ ਨੇੜਤਾ ਹੋਈ ਹੈ, ਪਰਮਾਤਮਾ ਦੀ ਨੇੜਤਾ ਹੋਈ ਹੈ, ਪਰਮਾਤਮਾ ਅੰਦਰ ਪ੍ਰਗਟ ਹੋਇਆ ਆ, ਤੇ ਮੇਰਾ ਜਿਹੜਾ ਹੈਗਾ ਭੇਦ ਜਿਹੜਾ ਹੈਗੇ, ਮੇਰੇ ਮਾਇਆ ਜਿਹੜੀ ਸੀਗੀ, ਭਰਮ ਜਿਹੜੇ ਸੀਗੇ ਉਹ ਛੈ ਹੋ ਗਏ। ਕਹਿੰਦੇ ਭਰਮ ਖਤਮ ਹੋ ਗਏ, ਹੁਣ ਮਾਇਆ ਜਿਹੜੀ ਹੈਗੀ ਆ, ਸ਼ਕਤੀ ਜਿਹੜੀ ਹੈਗੀ ਖਤਮ ਹੋ ਗਈ। ਅੱਲਾ ਲਹੰਤਾ ਭੇਦ ਛੈ ਕਛ ਕਛ ਪਾਇਓ ਭੇਦ। ਕਹਿੰਦੇ ਹੁਣ ਮੈਂ ਕੁਛ ਥੋੜਾ ਮਾਲਕ ਪਰਮਾਤਮਾ ਦਾ ਭੇਦ ਮੈਨੂੰ ਪਤਾ ਲੱਗ ਗਿਆ, ਮਾਲਕ ਦੇ ਬਾਰੇ ਨੇੜਤਾ ਹੋ ਗਈ, ਮਾਲਕ ਦੀ ਸੂਝ ਹੋ ਗਈ ਕੁਛ। ਉਲਟ ਭੇਦ ਮਨ ਵੇਦਿਓ ਪਾਇਓ ਅਪੰਗ ਅਸ਼ੇਦ। ਮੇਰਾ ਭੇਦ ਜਿਹੜਾ ਮਾਇਆ ਜਿਹੜੀ ਹੈਗੀ, ਮਾਇਆ ਵੱਲੋਂ ਮੇਰੀ ਸੁਰਤ ਜਿਹੜੀ ਹੈ, ਮੇਰਾ ਮਨ ਜਿਹੜਾ ਹੈਗਾ, ਸੁਰਤ ਮੇਰੇ ਮਨ ਦੇ ਵਿੱਚ ਵੇਦ ਗਈ, ਮਨ ਨੂੰ ਵੇਦਤਾ ਸੁਰਤ ਨੇ। ਉਲਟ ਭੇਦ ਮਨ ਵੇਦਿਓ, ਮਨ ਨੂੰ ਵਿੰਨ ਲਿਆ ਸੁਰਤ ਨੇ। ਪਾਇਓ ਅਪੰਗ ਅਸ਼ੇਦ, ਔਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਅਪੰਗ ਜਿਹੜਾ ਹੈਗਾ, ਅਸ਼ੇਦ ਜਿਹੜਾ ਛੇਦਿਆ ਨਹੀਂ ਜਾ ਸਕਦਾ, ਜਿਹਨੂੰ ਘਾਓ ਕਟਾਰਾ ਕੁਛ ਨਹੀਂ ਕਰ ਸਕਦੇ, ਕਹਿੰਦੇ ਉਸ ਮਾਲਕ ਪਰਮਾਤਮਾ ਨੂੰ ਪਾ ਲਿਆ। ਹਾਂਜੀ ਵੀਰ ਜੀ। ਹਾਂਜੀ, ਉੱਪਰ ਕਹਿ ਰਹੇ ਨੇ ਕਿ ਅੱਲਾ ਲਹੰਤਾ ਭੇਦ ਛੈ ਹੋ ਗਿਆ। ਭੇਦ ਜਿਹੜਾ ਸੀ ਮਾਲਕ ਪਰਮਾਤਮਾ ਤੋਂ, ਜਿਹੜੀ ਹੈ ਭਿੰਨਤਾ ਸੀਗੀ, ਮਾਇਆ ਜਿਹੜੀ ਸੀਗੀ, ਉਹ ਪਾਸੇ ਹੋ ਗਈ। ਹਾਂਜੀ ਵੀਰ। ਹਾਂਜੀ, ਉਹ ਕਹਿੰਦੇ ਆ ਕਿ ਮੈਂ ਜਦੋਂ ਬੰਦਗੀ ਕੀਤੀ ਤੇ ਹੁਣ ਕੀ ਹੋ ਗਿਆ, ਜਿਹੜਾ ਮੇਰਾ ਭਰਮ ਸੀ ਉਹ ਖਤਮ ਹੋ ਗਿਆ, ਹੁਣ ਕੋਈ ਭਰਮ ਨਹੀਂ ਰਹਿ ਗਿਆ, ਦੁਬਿਧਾ ਨਹੀਂ ਰਹਿ ਗਈ। ਜਿੱਦਾਂ ਤੁਸੀਂ ਆਮ ਦੇਖਿਆ ਹੋਊਗਾ, ਤੁਸੀਂ ਬੰਦੇ ਨੂੰ ਕਹੋਗੇ ਕੰਮ ਆ ਕਰ ਲਾ, ਉਹਦੇ ਮਨ 'ਚ ਹੋਊਗਾ ਕੰਮ ਕਰਾਂ ਜਾਂ ਨਾ ਕਰਾਂ। ਕਬੀਰ ਜੀ ਕਹਿੰਦੇ ਹੁਣ ਏਦਾਂ ਦੀ ਅਵਸਥਾ ਨਹੀਂ ਰਹੀ, ਦੁਬਿਧਾ ਖਤਮ ਹੋ ਚੁੱਕੀ ਹੈ, ਮੈਨੂੰ ਪਤਾ ਮੈਂ ਕੀ ਕਰਨਾ। ਏਦਾਂ ਦਾ ਉਹ ਇੱਕ ਮੇਰੇ ਅੰਦਰ ਅਵਸਥਾ ਬਣ ਚੁੱਕੀ ਹੈ, ਕਿਉਂਕਿ ਉਹਨੇ ਬੰਦੇ ਨੇ ਜਿਹੜਾ ਵੀ ਕੰਮ ਕਰਨਾ ਹੈ ਨਾ, ਆਤਮਲੀਨ ਬੰਦੇ ਨੇ, ਉਹਨੇ ਉਹੀ ਕਰਮ ਕਰਨਾ ਹੈ ਜਿਹੜਾ ਉਹਦੀ ਆਤਮਾ ਨੂੰ, ਉਹਦੀ ਸੁਰਤੀ ਨੂੰ ਪਰਮਾਤਮਾ ਦੇ ਵੱਲ ਲੈ ਕੇ ਜਾਵੇ। ਉਹਨੇ ਏਦਾਂ ਦਾ ਕਰਮ ਨਹੀਂ ਕਰਨਾ। ਤਾਂ ਹੀ ਉਹ ਤੇ ਦੂਜਾ ਰਸਤਾ, ਦੋ ਹੀ ਤੇ ਰਸਤੇ ਆ, ਇੱਕ ਉੱਪਰ ਵੱਲ ਨੂੰ ਯਾਤਰਾ ਤੇ ਇੱਕ ਥੱਲੇ ਵੱਲ ਨੂੰ। ਹੁਣ ਉੱਪਰ ਤੁਸੀਂ ਇਹ ਤੇ ਹੋ ਨਹੀਂ ਸਕਦਾ, ਉੱਪਰ ਵੀ ਚੱਲ ਜਾਓ, ਥੱਲੇ ਵੀ ਤੁਰੇ ਜਾਓ, ਕੰਮ ਤੇ ਇੱਕ ਹੋਣਾ। ਬਿਲਕੁਲ। ਉਹ ਫਿਰ ਬੰਦਾ ਜਦੋਂ ਇਸ ਅਵਸਥਾ 'ਚ ਪਹੁੰਚ ਜਾਂਦਾ ਹੈ ਤੇ ਥੱਲੇ ਦਾ ਰਸਤਾ ਤਿਆਗੇ ਹੀ ਜਾਂਦਾ, ਉੱਧਰ ਤੇ ਜਾਂਦਾ ਹੀ ਨਹੀਂ। ਉਹ ਹੁਣ ਆਪ ਇੱਕ ਚੰਗੀ ਚੀਜ਼ ਖਾ ਕੇ ਮੁੜ ਕੇ ਮਾੜੀ ਚੀਜ਼ ਖਾਓਗੇ? ਨਹੀਂ ਖਾਓਗੇ, ਕਿਉਂਕਿ ਤੁਹਾਡਾ ਸਟੈਂਡਰਡ ਅਪਗ੍ਰੇਡ ਹੋ ਗਿਆ ਤੇ ਉਹਦੇ ਅੰਦਰ ਜਿਹੜਾ ਦੁਵਿਧਾ ਸੀ ਉਹ ਖਤਮ ਹੋ ਗਈ ਆ। ਹੁਣ ਉਹਦੀ ਜਿੰਨੀ ਵੀ ਕੋਸ਼ਿਸ਼ ਆ ਉੱਪਰ ਵੱਲ ਨੂੰ ਆ। ਤਾਂ ਹੀ ਕਬੀਰ ਜੀ ਕਹਿੰਦੇ ਨੇ ਕਿ ਔਕਟ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ। ਹੁਣ ਉੱਪਰ ਨੂੰ ਜਾ ਰਿਹਾ, ਉਹ ਥੱਲੇ ਨਹੀਂ ਆਵੇਗਾ। ਹਾਂਜੀ, ਉਲਟ ਭੇਦ ਮਨ ਵੇਦਿਓ। ਕਹਿੰਦੇ ਜਦ ਇਹ ਭੇਦ ਜਿਹੜਾ ਹੈਗਾ, ਮਨ ਮੇਰਾ ਜਿਹੜਾ ਹੈਗਾ ਮਾਇਆ ਵੱਲੋਂ ਉਲਟ ਕੇ, ਪਹਿਲਾਂ ਮੇਰੀ ਪ੍ਰਾਣ ਸ਼ਕਤੀ ਥੱਲੇ ਜਾ ਰਹੀ ਸੀਗੀ 9 ਦਰਵਾਜ਼ਿਆਂ ਤੋਂ, ਕਹਿੰਦੇ ਉਧਰੋਂ ਉਲਟ ਕੇ ਮਨ ਨੂੰ ਵਿੰਨਤਾ, ਇਹਨੇ ਮੇਰੀ ਸੁਰਤ ਨੇ ਮਨ ਨੂੰ ਵਿੰਨਤਾ। ਉਲਟ ਭੇਦ ਮਨ ਵੇਦਿਓ ਪਾਇਓ ਅਪੰਗ ਅਸ਼ੇਦ। ਇਸ ਤਰ੍ਹਾਂ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਜਿਹੜਾ ਅਪੰਗ ਹੈਗਾ, ਅਸ਼ੇਦ ਹੈਗਾ, ਜਿਹਨੂੰ ਛੇਦਿਆ ਨਹੀਂ ਜਾ ਸਕਦਾ, ਉਹ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ। ਹਾਂਜੀ, ਠੀਕ ਹੈ ਜੀ ਸਾਧ ਸੰਗਤ ਜੀ। ਹੁਣ ਇੱਥੇ ਕਬੀਰ ਜੀ ਕਹਿ ਰਹੇ ਨੇ ਕਿ ਉਹ ਜਿਹੜੀ ਪ੍ਰਾਣ ਊਰਜਾ ਸੀ, ਇੱਕ ਤੇ ਉਹਨੇ ਮੇਰੇ ਸਰੀਰ ਦੇ ਅੰਦਰ ਜਿਹੜੇ 9 ਦਰਵਾਜ਼ੇ ਸੀ ਉਹ ਵੀ ਬੰਦ ਕਰਤੇ,
ਉਤੋਂ ਜਿਹੜੇ ਮੇਰੇ ਵਿਸ਼ੇ ਵਿਕਾਰ ਸੀ ਉਹ ਵੀ ਖਤਮ ਕਰਤੇ ਔਰ ਉਹ ਪ੍ਰਾਣ ਊਰਜਾ ਉੱਪਰ ਨੂੰ ਗਈ ਤੇ ਉਹਨੇ ਮੇਰੇ ਮਨ ਨੂੰ ਵਿੰਨ ਦਿੱਤਾ। ਜਿੱਦਾਂ ਕੰਨਾਂ 'ਚ ਆਪਾਂ ਟੌਪਸ ਪਾ ਲੈਂਦੇ ਜਾਂ ਵਾਲੀਆਂ ਪਾ ਲੈਂਦੇ ਨਾ, ਉਸੇ ਹੀ ਤਰ੍ਹਾਂ ਕਹਿੰਦੇ ਆ ਕਿ ਛੇਦ ਦਿੱਤਾ ਉਹਨੂੰ ਤੇ ਹੁਣ ਜਿਹੜਾ ਮਨ ਹੈ ਮੇਰਾ ਹਿਲਦਾ ਨਹੀਂ। ਠੀਕ ਹੈ ਨਾ ਜੋ ਸਾਹਿਬ? ਬਿਲਕੁਲ। ਤੁਰਕ ਤਰੀਕਤ ਜਾਣੀ ਹੈ ਹਿੰਦੂ ਵੇਦ ਪੁਰਾਣ। ਕਹਿੰਦੇ ਭਾਈ ਪਿਆਰਿਆ ਗੱਲ ਸੁਣ, ਜਿਹੜੇ ਆ ਧਰਮ ਦੇ ਉੱਤੇ ਲੜਾਈ ਝਗੜੇ ਬੰਦ ਕਰ ਦੇ ਤੇ ਤੂੰ ਤੁਰਕ ਹੈਗਾ ਤੇ ਤਰੀਕਤ ਸਮਝ ਲਾ ਪਾਏ, ਵਿਵੇਕ ਬੁੱਧੀ ਲੈ। ਤੁਰਕ ਤਰੀਕਤ ਜਾਣੀ ਹਿੰਦੂ ਵੇਦ ਪੁਰਾਣ। ਜੇ ਹਿੰਦੂ ਹੈਗਾ ਤੇ ਵੇਦ ਪੁਰਾਣ ਜਿਹੜਾ ਹੈਗਾ ਇਹ ਸ਼ਬਦ ਬ੍ਰਹਮ ਜਿਹੜਾ ਹੈਗਾ ਇਸ ਚੋਂ ਗਿਆਨ ਲੈ ਲਾ। ਤੁਰਕ ਤਰੀਕਤ ਜਾਣੀ ਹੈ, ਜਾਣਨਾ ਚਾਹੀਦਾ ਹੈ ਭਾਈ। ਜੇ ਮੁਸਲਮਾਨ ਹੈਗਾ ਤੇ ਤਰੀਕਤ ਜਿਹੜਾ ਹੈਗਾ ਉਹਦਾ ਜਿਹੜਾ ਸ਼ਬਦ ਬ੍ਰਹਮ ਆ ਉਸ ਚੋਂ ਉਹਨੂੰ ਗਿਆਨ ਲਓ। ਹਿੰਦੂ ਹੈਗਾ ਤੇ ਵੇਦ ਪੁਰਾਣਾ ਚੋਂ ਗਿਆਨ ਲਓ। ਤੁਰਕ ਤਰੀਕਤ ਜਾਣੀਏ, ਜਾਣੀਏ ਲਫ਼ਜ਼ ਜਿਹੜਾ ਦਿਉਰੀ ਦੀਪਕ ਹੈ ਦੋਨੋਂ ਪਾਸੇ ਲੱਗੂਗਾ। ਤੁਰਕ ਤਰੀਕਤ ਜਾਣੀਏ ਹਿੰਦੂ ਵੇਦ ਪੁਰਾਣ, ਮਨ ਸਮਝਾਵਨ ਕਾਰਨੇ ਕਛੁਅਕ ਪੜੀਏ ਗਿਆਨ। ਕਹਿੰਦੇ ਮਨ ਪਤੰਦਰ ਜਿਹੜਾ ਹੈਗਾ ਨਹੀਂ ਸਮਝਦਾ ਪਿਆਰਿਆ, ਇਹਨੂੰ ਮਨ ਨੂੰ ਸਮਝਾਉਣ ਦੇ ਵਾਸਤੇ ਥੋੜਾ ਬਹੁਤ ਗਿਆਨ ਤਾਂ ਲੈਣਾ ਲਾਜ਼ਮੀ ਹੈਗਾ, ਜ਼ਰੂਰੀ ਹੈਗਾ। ਇਹ ਸ਼ਬਦ ਬ੍ਰਹਮ ਇਹਦੇ ਬਗੈਰ ਗੱਲ ਬਣਨੀ ਨਹੀਂ ਹੈਗੀ, ਕਿਉਂਕਿ ਜਿਹੜੇ ਇਹਨਾਂ ਨੇ ਯਾਤਰਾ ਕੀਤੀ ਹੈ ਉਹਨਾਂ ਦੀ ਜਿਹੜੀ ਹੈ ਸੇਧ ਹੈਗੀ ਹੈ। ਇਹਦੇ ਬਗੈਰ ਥੋੜਾ ਬਹੁਤ ਤੈਨੂੰ ਲੈਣਾ ਪਊਗਾ, ਇਹਦੇ ਬਗੈਰ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਇਹ ਲਿਵ ਵਾਲੇ ਰਸਤੇ ਤੇ ਤੁਰ ਨਹੀਂ ਸਕਦਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਦੋ ਵਿਦਿਆ ਨੇ, ਇੱਕ ਪਰਾ ਵਿਦਿਆ, ਇੱਕ ਅਪਰਾ ਵਿਦਿਆ। ਪਰਾ ਵਿਦਿਆ ਆਤਮ ਅਨੁਭੂਤੀ ਹੈ, ਅਨਮਨੀ ਅਵਸਥਾ ਹੈ, ਪਰ ਉਸ ਅਵਸਥਾ ਤੱਕ ਪਹੁੰਚਣ ਦੇ ਲਈ ਸਾਨੂੰ ਅਪਰਾ ਵਿਦਿਆ ਦੀ ਮਦਦ ਲੈਣੀ ਪਵੇਗੀ। ਉਦਾਂ ਤੇ ਗੱਲ ਨਹੀਂ ਬਣੇਗੀ, ਕਿਉਂਕਿ ਗਿਆਨ ਕਿੱਥੋਂ ਆਊਗਾ? ਉਹ ਕੌਣ ਦੱਸੂਗਾ ਪਰਮਾਤਮਾ ਕਿੱਥੇ ਹੈਗਾ? ਫਿਰ ਅਵਸਥਾ ਨੂੰ ਤਸਦੀਕ ਕਿੰਨੇ ਕਰਨਾ ਹੈ? ਇਹ ਅਪਰਾ ਵਿਦਿਆ ਨੇ ਕਰਨਾ ਹੈ। ਇਸ ਤੋਂ ਪਰੇ ਵਿਦਿਆ ਦੀ ਮਦਦ ਲੈਣੀ ਪਊਗੀ, ਕਿਉਂਕਿ ਗਿਆਨ ਸਾਰਾ ਅਪਰਾ ਵਿਦਿਆ ਦੇ ਅੰਦਰ ਹੀ ਹੈ। ਆਪਾਂ ਵੀ ਇਹੀ ਕੁਝ ਕਰ ਰਹੇ ਹਾਂ ਗੁਰਕੀ ਸਾਹਿਬ। ਆਪਾਂ ਕੀ ਕਰ ਰਹੇ ਹਾਂ? ਇਹੀ ਕਰ ਰਹੇ ਹਾਂ ਨਾ। ਇਹ ਵੀ ਤਾਂ ਮਨ ਨੂੰ ਸਮਝਾ ਰਹੇ ਹਾਂ, ਆਪਣੇ ਅੰਦਰ ਜਿਹੜੀ ਜਿਗਿਆਸਾ ਪੈਦਾ ਹੋ ਜੇ, ਅਸੀਂ ਬੰਦਗੀ ਸ਼ੁਰੂ ਕਰ ਦਈਏ। ਬਿਲਕੁਲ। ਮਨ ਸਮਝਾਉਣ ਵਾਲੀ ਬੋਲਦੇ ਤੋਂ ਮਨ ਸਮਝਾਵਨ ਕਾਰਨੇ ਕਛੁਅਕ ਪੜੀ ਹੈ ਗਿਆਨ। ਕਹਿੰਦੇ ਵੀ ਤੈਨੂੰ ਪੜ੍ਹਨਾ ਪੈਣਾ ਭਾਈ, ਇਹ ਨਹੀਂ ਹੋ ਸਕਦਾ। ਦੇਖ ਨਹੀਂ ਪੜ੍ਹ ਸਕਦਾ ਤੇ ਸੁਣਨਾ ਪੈਣਾ ਕਿਸੇ ਕੋਲੋਂ। ਜੇ ਨਹੀਂ ਪੜ੍ਹਿਆ ਲਿਖਿਆ ਤੇ ਸੁਣ ਲਾ ਕਿਸੇ ਕੋਲੋਂ। ਮਨ ਸਮਝਾਵਨ ਕਾਰਨੇ ਕਛੁਅਕ ਪੜੀ ਹੈ ਗਿਆਨ। ਕਵੀ ਜੀ ਕਹਿੰਦੇ ਥੋੜਾ ਬਹੁਤ ਲੈਣਾ ਪਊਗਾ। ਹਾਂਜੀ ਵੀਰ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਵੈਸੇ ਆਪਾਂ ਕੋਈ ਕਿਤਾਬ ਪੜ੍ਹੀਏ ਨਾ, ਸਾਨੂੰ ਪਤਾ ਕਿਤਾਬ 'ਚ ਕੀ ਲਿਖਿਆ। ਤੁਸੀਂ ਕੋਈ ਖਬਰ ਪੜ੍ਹ ਕੇ ਵੇਖ ਲੈ, ਤੁਹਾਨੂੰ ਪਤਾ ਖਬਰ 'ਚ ਕੀ ਲਿਖਿਆ। ਅਖਬਾਰਾਂ ਪੜ੍ਹਦੇ ਨਾ ਆਪਾਂ, ਮੈਗਜ਼ੀਨ ਪੜ੍ਹਦੇ ਹਾਂ, ਸਾਨੂੰ ਪਤਾ ਖਬਰ 'ਚ ਕੀ ਲਿਖਿਆ। ਪਰ ਬਾਣੀ ਨੂੰ ਆਪਾਂ ਪੜ੍ਹਦੇ ਹਾਂ, ਪਰ ਇਹ ਸਾਨੂੰ ਨਹੀਂ ਪਤਾ ਵਿੱਚ ਕੀ ਲਿਖਿਆ, ਨਾ ਹੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਇਹ ਬਿਲਕੁਲ ਦੁੱਖ ਦੀ ਰਗ ਦੇ ਉੱਤੇ ਤੁਸੀਂ ਹੱਥ ਧਰਤਾ ਗੁਰਕੀ ਸਾਹਿਬ। ਤੁਸੀਂ ਵੇਖ ਲਓ ਸਕੂਲ ਦੇ ਵਿੱਚ, ਕਾਲਜਾਂ 'ਚ ਬੱਚੇ ਕਿੱਡੀਆਂ ਮੋਟੀਆਂ ਕਿਤਾਬਾਂ ਪੜ੍ਹਦੇ ਆ, ਡਾਕਟਰ ਬਣਨਾ ਕਿੰਨਾ। ਉਹਨਾਂ ਪੜ੍ਹੀਆਂ ਵੀ ਤੇ ਸਮਝੀਆਂ ਵੀ ਆ ਵਿੱਚ ਕੀ ਲਿਖਿਆ ਵਾ। ਉਹਨਾਂ ਨੂੰ ਪਤਾ ਕਿਉਂ ਸਮਝਣ ਦੀ ਲੋੜ ਪਈ? ਕਿਉਂਕਿ ਫਾਰਮੂਲਾ ਗਲਤ ਨਹੀਂ ਲਿਖ ਸਕਦੇ। ਪਰ ਬਾਣੀ ਨੂੰ ਸਾਰੀ ਦੁਨੀਆ ਹੀ ਪੜ੍ਹਦੀ ਹੈ, ਤਾਂ ਹੀ ਤੇ ਉਹ ਕਹਿ ਗਏ ਨੇ ਰਾਮ ਰਾਮ ਕਰਤਾ ਸਭ ਜੱਗ ਫਿਰੇ ਰਾਮ ਨਾ ਪਾਇਆ ਜਾਏ। ਉਹ ਕਹਿੰਦੇ ਪੜ੍ਹਨਾ ਨਹੀਂ ਆ, ਉਹਨੂੰ ਸਮਝ ਕੇ ਲਿਖਿਆ ਕੀ ਅੰਦਰ ਉਹਦੇ। ਬਿਲਕੁਲ। ਉਹ ਤੇ ਇੰਸਟਰਕਸ਼ਨ ਦਿੱਤੀ ਹੋਈ ਆ, ਪਰ ਬੰਦਾ ਸਮਝਣਾ ਨਹੀਂ ਚਾਹੁੰਦਾ। ਆ 5 ਬਾਣੀਆਂ ਦੇ ਪਾਠ ਪੜ੍ਹਦੇ ਨੇ ਸਾਰੇ। ਅੱਜ ਨਿੱਜਰ ਸਾਹਿਬ ਇੱਕ ਨਵੀਂ ਅਨਾਉਂਸਮੈਂਟ ਕਰਤੀ ਉਹਨਾਂ ਨੇ। ਕਹਿੰਦੇ ਆ ਕਿ ਜਿੱਦਾਂ ਮਤਲਬ ਰਾਖੀ ਸਿੰਘ ਕਥਾਵਾਚਕ 5 ਬਾਣੀਆਂ ਦਾ ਪਾਠ ਜ਼ਬਾਨੀ ਹੋਣਾ ਚਾਹੀਦਾ। ਤੇ ਇਹ ਵੇਖੋ ਉਹ ਗੱਲ ਤੇ ਕਿ ਇਹ ਨਹੀਂ ਕਹਿੰਦੇ ਕਿ ਹਾਂ ਜਿਹੜੀ ਬਾਣੀ ਦਾ ਜਿਹੜਾ ਬਾਣੀ ਦੇ ਅੰਦਰ ਲਿਖਿਆ ਕਿ ਉਹ ਸਮਝਣਾ ਜ਼ਰੂਰੀ ਆ, ਪਰ ਜ਼ਬਾਨੀ ਆ ਜਾਊਗਾ। ਉਹ ਤੇ ਇੱਕ ਮੈਮਰੀ ਦੀ ਗੱਲ ਹੈ, ਆਪਾਂ ਯਾਦ ਕਰ ਲਾਂਗੇ। ਪਰ ਵੇਖੋ ਯਾਦ ਕਰਨ ਦੀ ਗੱਲ ਕਰਦੇ ਨੇ, ਸਮਝਣ ਦੀ ਗੱਲ ਨਹੀਂ ਕਰਦੇ। ਠੀਕ ਹੈ ਨਾ ਜਦ ਅੱਗੇ ਚੱਲੀਏ। ਓਂਕਾਰ ਆਦ ਮੈਂ ਜਾਨਾ, ਲਿਖ ਔਰ ਮੇਟੇ ਤਾਹੇ ਨਾ ਮਾਨਾ। ਲਓ ਕਬੀਰ ਜੀ ਤਾਂ ਬਿਲਕੁਲ ਭੋਗ ਹੀ ਪਾ ਦਿੰਦੇ ਆ। ਕਹਿੰਦੇ ਓਂਕਾਰ ਆਦ ਮੈਂ ਜਾਨਾ। ਕਹਿੰਦੇ ਮੈਂ ਉਸ ਓਂਕਾਰ ਮਾਲਕ ਪਰਮਾਤਮਾ ਆਦ ਤੋਂ ਜਿਹੜਾ ਹੈਗਾ, ਜਿਹੜਾ ਹਮੇਸ਼ਾ ਹੀ ਹੈਗਾ, ਮੈਂ ਉਹਨੂੰ ਜਾਣਦਾ ਹਾਂ ਭਾਈ। ਬਸ ਉਸ ਮਾਲਕ ਪਰਮਾਤਮਾ ਉਹਦੀ ਮੈਂ ਭਗਤੀ ਕਰੂੰਗਾ, ਉਹਨੂੰ ਜਾਣਦਾ ਹਾਂ ਮੈਂ। ਬਾਕੀ ਲਿਖੇ ਔਰ ਮੇਟੇ ਤਾਹੇ ਨਾ ਮਾਨਾ। ਜਿਹੜਾ ਕਹਿੰਦੇ ਆ ਬਾਕੀ ਪੈਦਾ ਹੁੰਦਾ ਹੈ ਔਰ ਮਿਟ ਜਾਂਦਾ ਹੈ,
ਕਹਿੰਦੇ ਉਹ ਨਹੀਂ ਮੈਂ। ਜਿਹੜਾ ਇਹ ਜੂਨਾਂ ਦੇ ਵਿੱਚ, ਕਰਮਾਂ ਦੇ ਵਿੱਚ, ਦੁਨੀਆ ਦੇ ਵਿੱਚ ਆਉਂਦਾ ਹੈ ਤੇ ਜਾਂਦਾ ਹੈ, ਕਹਿੰਦੇ ਉਹਨੂੰ ਨਹੀਂ ਮੈਂ ਮੰਨਦਾ ਭਾਈ, ਉਹਨੂੰ ਰੱਬ ਨਹੀਂ ਮੈਂ ਮੰਨਦਾ ਨਾ। ਓंकार आद मैं जाना, लिखे और मेटे ताहे न माना। ओंकार लखै जो कोई, सोई लखै मेटना ना होई। ओंकार लखै जो कोई, जे किसी ने परमात्मा नू लखना है, मालक परमात्मा दी नेड़ता प्राप्त करनी है, ते सोई लखै मेटना ना होई। ਉਹਦੇ ਨਾਲ ਨੇੜਤਾ ਕਰ ਪਾਏ ਜਿਹੜਾ ਦੁਬਾਰਾ ਜਿਹੜਾ ਹੈਗਾ ਮਰਦਾ ਨਹੀਂ ਹੈਗਾ। ਮੇਟਣਾ ਮਤਲਬ ਜਿਹੜਾ ਮਿਟਦਾ ਨਹੀਂ ਆ, ਆਉਂਦਾ ਜਾਂਦਾ ਨਹੀਂ ਹੈਗਾ। ਓंकार ਲਖੇ ਜੋ ਕੋਈ, ਸੋਈ ਲਖੇ ਮੇਟਣਾ ਨਾ ਹੋਈ, ਜਿਹੜਾ ਨਹੀਂ ਮਿਟਦਾ ਪਾਏ। ਹਾਂਜੀ ਵੀਰ, ਹਾਂਜੀ ਠੀਕ ਹੈ ਸਾਧ ਸੰਗਤ ਜੀ। ਕਬੀਰ ਜੀ ਸਮਝਾ ਰਹੇ ਨੇ, ਕਹਿੰਦੇ ਓंकार ਆਦ ਮੈਂ ਜਾਣਾ। ਉਹ ਕਹਿੰਦੇ ਕਿ ਜਿਹੜਾ ਆਦਿ ਆ, ਅੰਤ ਤੋਂ ਰਹਿਤ ਆ, ਕਹਿੰਦੇ ਉਹਨੂੰ ਮੈਂ ਜਾਣ ਲਿਆ ਵਾ। ਓंकार ਨੂੰ, ਉਸ ਪਰਮਾਤਮਾ ਨੂੰ, ਅਵਿਨਾਸ਼ੀ ਨੂੰ ਮੈਂ ਜਾਣਦਾ ਹਾਂ, ਮੈਂ ਉਹਨੂੰ ਜਾਣ ਲਿਆ। ਕੀ ਤੁਕ ਨੀਚੇ ਸਾਹਿਬ ਬੋਲੋ। ਲਿਖਿਆ ਔਰ ਮੇਟੇ ਤਾਹੇ ਨਾ ਮਾਨਾ। ਕਹਿੰਦੇ ਜਿਹੜਾ ਆਉਂਦਾ ਹੈ ਔਰ ਜਾਂਦਾ ਹੈ, ਮਿਟ ਜਾਂਦਾ ਹੈ, ਕਹਿੰਦੇ ਉਹਨੂੰ ਨਹੀਂ ਮੈਂ ਮੰਨਦਾ, ਉਹਨੂੰ ਰੱਬ ਨਹੀਂ ਮੈਂ ਮੰਨਦਾ ਨਾ। ਹਾਂ, ਉਹ ਕਹਿੰਦੇ ਜਿਹੜਾ ਅਵਿਨਾਸ਼ੀ ਆ, ਜਿਹੜਾ ਨਿਰਗੁਣ ਆ, ਜਿਹੜਾ ਗੁਣ ਨੂੰ ਗ੍ਰਹਿਣ ਨਹੀਂ ਕਰਦਾ, ਮੈਂ ਉਹਨੂੰ ਪ੍ਰਮਾਤਮਾ ਨੂੰ ਜਾਣਦਾ ਹੈ ਔਰ ਮੈਂ ਮੰਨਦਾ ਵੀ ਉਹਨੂੰ ਆ। ਤੇ ਜਿਹੜਾ ਲਿਖ ਔਰ ਮੇਟੇ, ਜਿਹੜਾ ਜਨਮਨ ਮਰਨ ਦੇ ਵਿੱਚ ਆ ਰਿਹਾ ਹੈ, ਚਾਹੇ ਕੋਈ ਵੀ ਆ, ਕਹਿੰਦੇ ਮੈਂ ਨਹੀਂ ਉਹਨੂੰ ਮੰਨਦਾ। ਬਿਲਕੁਲ। ਤਾਂ ਆਪਾਂ ਵੇਖ ਲਓ, ਇਹ ਲੋਕੀ ਤੁਹਾਨੂੰ ਕਹਿੰਦੇ ਸਾਨੂੰ ਮੱਥਾ ਟੇਕੀ ਜਾਓ। ਹੈ ਕਬੀਰ ਜੀ ਕਿੱਥੇ ਕਿਹਾ ਕਿ ਤੇ ਮੱਥਾ ਟੇਕ ਲਈਏ ਤੇ ਕੰਮ ਬਣ ਜਾਊ? ਉਹ ਕਹਿੰਦੇ ਆ ਕਿ ਧਰਤੀ ਤੇ ਬੰਦਾ ਕੀ, ਕੋਈ ਦੇਵੀ ਦੇਵਤਾ ਕੋਈ ਵੀ ਆ ਜੇ, ਮੈਂ ਨਹੀਂ ਮੰਨਦਾ ਕਿਸੇ ਨੂੰ। ਮੈਂ ਮੰਨਦਾ ਉਹਨੂੰ ਹੀ ਆ ਜਿਹੜਾ ਅਬਿਨਾਸ਼ੀ ਆ, ਜਿਹੜਾ ਸਰਵ ਵਿਆਪਕ ਆ। ਕੋਈ ਚਰਨਜੀਤ ਜਾਂ ਨਿੱਜਰ ਸਾਹਿਬ ਨਹੀਂ ਆ ਜਿਹੜੇ ਕਿ ਛੋਟੇ ਜਿਹੇ ਦਾਇਰੇ 'ਚ ਬੈਠੇ ਨੇ, ਉਹ ਕੋਈ ਸਰਵ ਵਿਆਪਕ ਸ਼ਕਤੀ ਨੂੰ ਮੰਨਦੇ ਨੇ। ਕਹਿੰਦੇ ਮੈਂ ਉਹਦਾ ਕਾਰਨ ਹੈ ਸਾਧ ਸੰਗਤ ਜੀ, ਜਦੋਂ ਤੁਸੀਂ ਸੁਰਤੀ ਕਿਸੇ ਇਨਸਾਨ ਦੇ ਅੰਦਰ ਧਾਰਨ ਕਰ ਲਈ ਜਾਂ ਉਹਦੀ ਇਕਾਗਰ ਕਰ ਲਈ ਨਾ, ਤੁਹਾਡੀ ਸੁਰਤੀ ਆਕਾਰ ਨਾਲ ਜੁੜ ਜਾਣੀ ਹੈ। ਤੁਸੀਂ ਨਿਰਾਕਾਰ ਕੋ ਨਹੀਂ ਜਾ ਸਕਦੇ, ਬਹੁਤ ਔਖਾ ਹੈ। ਕਿਉਂਕਿ ਜਦੋਂ ਆਪਾਂ ਕਿਸੇ ਬੰਦੇ ਦੀ ਤਸਵੀਰ ਹੀ ਅੱਗੇ ਬਣਾ ਰਹੀ ਹੈ, ਹੁਣ ਉਹ ਸ਼ੀਸ਼ੇ 'ਚ ਪਹਿਲਾਂ ਮੈਨੂੰ ਕੀ ਦਿਖੂਗਾ? ਉਹ ਜਿਹੜੀ ਫੋਟੋ ਲਾਈ ਹੈ, ਸਟਿੱਕਰ ਲੱਗਾ, ਉਹ ਦਿਖੂਗਾ ਕਿ ਜਾਂ ਅਗਲੇ ਬੰਨੇ ਦ੍ਰਿਸ਼ ਦਿਖੂਗਾ? ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਫੋਟੋ ਹੀ ਇਸੇ ਕਰਕੇ ਕਬੀਰ ਜੀ ਸਾਨੂੰ ਜਿਹੜੇ ਭੌਤਿਕ ਲੋਕਾਂ ਤੋਂ, ਪਦਾਰਥਾਂ ਤੋਂ, ਮੂਰਤੀਆਂ ਤੋਂ ਜਾਂ ਹੋਰ ਵੀ ਕਲਪਨਿਕ ਜਿਹੜੇ ਬਣਾਏ ਨੇ ਦੇਵੀ ਦੇਵਤੇ, ਉਹਨਾਂ ਤੋਂ ਸਾਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ। ਹਾਂਜੀ ਨਿਜਰ ਸਾਹਿਬ। ਓंकार ਲਖੈ ਜੋ ਕੋਈ, ਸੋਈ ਲਖੇ ਮੇਟਣਾ ਨਾ ਹੋਈ। ਕਹਿੰਦੇ ਓंकार ਮਾਲਕ ਪਰਮਾਤਮਾ ਹੈਗਾ। ਜੇ ਉਸ ਨੂੰ ਲਖਣਾ ਕੋਈ ਚਾਹੁੰਦਾ ਹੈ, ਉਹਦੀ ਨੇੜਤਾ ਪ੍ਰਾਪਤ ਕਰਨਾ ਚਾਹੁੰਦਾ ਹੈ ਭਾਈ, ਤੇ ਉਸ ਮਾਲਕ ਪਰਮਾਤਮਾ ਦੀ ਭਗਤੀ ਕਰੇ ਜਿਹੜਾ ਕਿ ਮਰਦਾ ਨਹੀਂ ਹੈਗਾ, ਜਨਮ ਮਰਨ ਦੇ ਰਹਿਤ ਹੈਗਾ। ਜਿਹੜਾ ਸੋਈ ਲਖੇ ਮੇਟਣਾ ਨਾ ਹੋਈ, ਜਿਹੜਾ ਨਹੀਂ ਮਿਟਦਾ, ਹਮੇਸ਼ਾ ਰਹਿੰਦਾ ਹੈ। ਹਾਂਜੀ ਵੀਰ ਜੀ। ਠੀਕ ਹੈ ਜੀ। ਕਹਿੰਦੇ ਕਿ ਜਿਹੜਾ ਮਿਟਦਾ ਨਹੀਂ ਆ, ਤੇ ਉਹ ਜਿਹੜਾ ਓंकार ਲਖੇ ਜੋ ਕੋਈ, ਜਿਹੜਾ ਪਰਮਾਤਮਾ ਨੂੰ ਜਾਣ ਲੈਂਦਾ ਭਗਤੀ ਕਰਕੇ, ਉਹਦੇ ਪਿਆਰ ਨੂੰ, ਉਹਦੇ ਸਪਰਸ਼ ਨੂੰ ਅਨੁਭਵ ਕਰ ਲੈਂਦਾ ਹੈ, ਤੇ ਉਹ ਕਹਿੰਦੇ ਆ ਕਿ ਫਿਰ ਉਹ ਬਹੁਤ ਵੱਡੀ ਗੱਲ ਹੈ ਨਿਜਰ ਸਾਹਿਬ, ਕਿਉਂਕਿ ਉਹ ਸ਼ਕਤੀ ਤੇ ਮਿਟਣ ਵਾਲੀ ਨਹੀਂ ਆ। ਬਿਲਕੁਲ, ਉਹ ਸਹੀ ਆ, ਅਬਿਨਾਸ਼ੀ ਹੈ, ਨਾਸ ਰਹਿਤ ਹੈ। ਤੇ ਜਦੋਂ ਅਸੀਂ ਉਹਨੂੰ ਅਨੁਭਵ ਕਰਦੇ ਹਾਂ ਤੇ ਅਸੀਂ ਵੀ ਉਹਦਾ ਹੀ ਰੂਪ ਹੋ ਜਾਂਦੇ ਹਾਂ। ਬਿਲਕੁਲ। ਹਾਂਜੀ ਨਿਜਰ ਸਾਹਿਬ। ਕੱਕਾ ਕਿਰਨ ਕਮਲ ਮੈਂ ਪਾਵਾਂ। ਕਹਿੰਦੇ ਬਸ ਜਿਸ ਤਰ੍ਹਾਂ ਇੱਕ ਕਮਲ ਹੈ ਨਾ, ਕਮਲ ਦਾ ਫੁੱਲ, ਉਹਨੂੰ ਕਿਰਨ ਆ ਜੇ ਨਾ ਸੂਰਜ ਦੀ, ਉਸੇ ਵੇਲੇ ਖਿੜ ਜਾਂਦਾ ਹੈ। ਕਹਿੰਦੇ ਉਸੇ ਵੇਲੇ ਖਿੜ ਜਾਂਦਾ ਹੈ। ਕਹਿੰਦੇ ਇਸ ਤਰੀਕੇ ਦੇ ਨਾਲ ਮੇਰੇ ਅੰਦਰ ਜਿਹੜੀ ਆ ਮਾਲਕ ਪਰਮਾਤਮਾ ਜਿਹੜੀ ਹੈਗੀ ਆ, ਉਹਦੀ ਜੋਤ ਪ੍ਰਗਟ ਹੋ ਜਾਂਦੀ ਹੈ। ਕੱਕਾ ਕਿਰਨ ਕਮਲ ਮੈਂ ਪਾਵਾਂ, ਸਸ ਵਿਗਾਸ ਸੰਪਟ ਨਹੀਂ ਆਵਾਂ। ਕਹਿੰਦੇ ਫਿਰ ਜਿਹੜਾ ਹੈਗਾ ਸਸ ਕਹਿੰਦੇ ਚੰਦਰਮਾ। ਕਹਿੰਦੇ ਚੰਦਰਮਾ ਜਿਹੜਾ ਹੈਗਾ, ਜਿਹੜੀ ਮਾਇਆ ਜਿਹੜੀ ਹੈਗੀ ਆ, ਉਹਦੀ ਜਿਹੜੀ ਹੈ, ਉਹਦਾ ਜਿਹੜਾ ਹੈਗਾ ਮਾਇਆ ਦਾ ਜਿਹੜਾ ਸਵਾਦਾਂ ਦਾ, ਰਸਾਂ ਕਸਾਂ ਦਾ ਵਿਗਾਸ ਹੈਗਾ, ਕਹਿੰਦੇ ਉਹ ਹਨੇਰਾ ਦੁਬਾਰਾ ਨਹੀਂ ਆਉਂਦਾ। ਫਿਰ ਉਹ ਕਮਲ ਜਿਹੜਾ ਹੈਗਾ ਦੁਬਾਰਾ ਜਿਹੜਾ ਹੈਗਾ ਸੰਪਟ 'ਚ ਨਹੀਂ ਜਾਂਦਾ, ਜਿਹੜਾ ਹੈਗਾ ਬੰਦ ਨਹੀਂ ਹੁੰਦਾ, ਜਿਹਦੇ ਅੰਦਰ ਜਿਹੜੀ ਹੈਗੀ ਉਹ ਮਾਲਕ ਪਰਮਾਤਮਾ ਦੀ ਜੋਤ ਦੀ ਪ੍ਰਕਾਸ਼ ਹੋ ਗਿਆ, ਕਿਰਨ ਆ ਗਈ ਜਿਹਦੇ ਅੰਦਰ। ਕੱਕਾ ਕਿਰਨ ਕਮਲ ਮੈਂ ਪਾਵਾਂ, ਸਸ ਵਿਗਾਸ ਸੰਪਟ ਨਹੀਂ ਆਵਾਂ। ਕਹਿੰਦੇ ਉਹ ਤਾਂ ਫਿਰ ਜਿਹੜਾ ਹੈਗਾ
ਸਸ ਕਹਿੰਦੇ ਚੰਦਰਮਾ ਜਿਹੜਾ ਹੈਗਾ ਸਵਾਦ, ਜਿਹੜੀ ਮਾਇਆ ਹੈਗੀ, ਮਾਇਆ ਦੇ ਰਸਾਂ ਕਸਾਂ ਦੇ ਵਿੱਚ ਜਿਹੜਾ ਹੈਗਾ ਉਹ ਫਿਰ ਬੰਦ ਨਹੀਂ ਹੁੰਦਾ ਸਵਾਦਾਂ ਦੇ ਵਿੱਚ। ਆਪਣਾ ਕਮਲ ਮੁੱਦਾ ਪਿਆ ਬੰਦ ਹੈ ਸਵਾਦਾਂ ਦੇ ਵਿੱਚ। ਫਿਰ ਉੱਥੇ ਕੀ ਹੁੰਦਾ ਹੈ, ਔਰ ਜੇ ਤਾਹਾਂ ਕੁਸਮ ਰਸ ਪਾਵਾਂ, ਕਹਿੰਦੇ ਬਸ ਕਹਿੰਦੇ ਉੱਥੇ ਤਾਂ ਫਿਰ ਅੰਦਰੋਂ ਨੈਕਟਰ ਆ ਗਿਆ, ਅੰਮ੍ਰਿਤ ਰਸ ਆ ਗਿਆ। ਫਿਰ ਜਦੋਂ ਕਮਲ ਵਿਕਾਸ ਹੋ ਗਿਆ, ਜਦ ਉਹਦਾ ਜਿਹੜਾ ਹੈਗਾ ਜਲ, ਜਿਹੜਾ ਵਿਸ਼ੇ ਵਿਕਾਰਾਂ ਦਾ ਜਲ ਨਿਕਲ ਗਿਆ ਔਰ ਕਮਲ ਜਿਹੜਾ ਹੈਗਾ ਪੂਰਾ ਜਿਹੜਾ ਖਿੜ ਗਿਆ, ਤੇ ਉੱਥੇ ਫਿਰ ਅੰਮ੍ਰਿਤ ਰਸ ਆ ਗਿਆ। ਔਰ ਜੇ ਤਹਾਂ ਕੁਸਮ ਰਸ ਪਾਵਾਂ, ਕੁਸਮ ਕਹਿੰਦੇ ਫੁੱਲ ਅੰਮ੍ਰਿਤ, ਔਰ ਜੇ ਤਹਾਂ ਕੁਸਮ ਰਸ ਪਾਵਾਂ, ਆਕਾ ਕਹਾਂ ਕਹਿ ਕਾ ਸਮਝਾਵਾਂ। ਕਹਿੰਦੇ ਇਹ ਤਾਂ ਅਕਾ ਹੈ, ਕਹਿਣ ਤੋਂ ਬਾਹਰ ਦੀ ਗੱਲ ਹੈਗੀ ਆ ਇਹ ਰਸ, ਅੰਮ੍ਰਿਤ ਰਸ। ਕਹਿੰਦੇ ਇਹਨੂੰ ਮੈਂ ਹੁਣ ਕਿਸ ਤਰ੍ਹਾਂ ਸਮਝਾਵਾਂ, ਕਿਹਨੂੰ ਸਮਝਾਵਾਂ ਮੈਂ ਇਸ ਅੰਮ੍ਰਿਤ ਦੀ ਗੱਲ ਨੂੰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਉਹ ਕਹਿੰਦੇ ਆ ਕਿ ਥੋੜਾ ਸ਼ਾਰਟ ਕਰਕੇ ਸਮਝਾ ਦਿਓ। ਕੱਕਾ ਕਿਰਨ ਕਮਲ ਮੈਂ ਪਾਵਾਂ, ਕਹਿੰਦੇ ਕਮਲ ਦੇ ਵਿੱਚ ਜਿਹੜੀ ਹੈ ਸੂਰਜ ਦੀ ਕਿਰਨ, ਉਹ ਜੋਤ ਪ੍ਰਕਾਸ਼ ਹੋ ਗਈ, ਕਿਰਨ ਕਮਲ ਦੀ ਆ ਗਈ, ਉਹਨੇ ਕਮਲ ਨੂੰ ਪ੍ਰਕਾਸ਼ਿਤ ਕਰ ਦਿੱਤਾ, ਤੇ ਉਹਦੇ ਵਿੱਚੋਂ ਜਿਹੜਾ ਹੈਗਾ ਵਿਸ਼ੇ ਵਿਕਾਰਾਂ ਦਾ ਜਲ ਨਿਕਲ ਗਿਆ। ਸਸ ਵਿਗਾਸ, ਸਸ ਕਹਿੰਦੇ ਚੰਦਰਮਾ ਦੇ ਨਾਲ ਜਿਹੜਾ ਹੈ ਵਿਗਾਸ ਜਿਹੜਾ ਹੈਗਾ, ਜੇ ਸਵਾਦਾਂ ਦੇ ਵਿੱਚ ਰਸਾਂ ਕਸਾਂ ਦੇ ਵਿੱਚ ਹੀ ਖੁਸ਼ ਹੋ ਰਿਹਾ ਸੀ ਇਨਸਾਨ। ਕਹਿੰਦੇ ਸੰਪਟ ਸੀਗਾ ਉਹ ਪਾਏ, ਹਨੇਰਾ ਸੀਗਾ, ਉਹ ਬੰਦ ਸੀਗਾ ਕਮਲ, ਨਹੀਂ ਆਵਾਂ ਹੁਣ ਉਹ ਸੰਪਟ ਨਹੀਂ ਆਉਂਦਾ ਪਾਈ। ਹੁਣ ਉੱਥੇ ਜੋਤ ਪ੍ਰਕਾਸ਼ ਹੈ, ਕਮਲ ਖਿੜ ਗਿਆ ਹੈਗਾ, ਹੁਣ ਉੱਥੇ ਅੰਮ੍ਰਿਤ ਰਸ ਹੈਗਾ। ਔਰ ਜੇ ਤਹਾਂ ਕੁਸਮ ਰਸ ਪਾਵਾਂ, ਉੱਥੇ ਫਿਰ ਜੇ ਕੁਸਮ ਰਸ ਅੰਮ੍ਰਿਤ ਰਸ ਮਿਲ ਜਾਏ ਤੇ ਫਿਰ ਕਹਿੰਦੇ ਇਹ ਅਕਹਿ ਕਹਾਂ ਕਹਿ ਕਾ ਸਮਝਾਵਾਂ। ਮੈਂ ਹੁਣ ਇਹ ਕਹਿਣ ਤੋਂ ਬਾਹਰ ਦੀ ਗੱਲ ਹੈਗੀ ਆ, ਇਹਨੂੰ ਮੈਂ ਕਿਸ ਤਰੀਕੇ ਨਾਲ ਬੋਲ ਕੇ ਸਮਝਾਵਾਂ। ਹਾਂਜੀ ਵੀਰ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਉਹ ਕਹਿ ਰਹੇ ਨੇ ਕਿ ਜਿੱਦਾਂ ਇੱਕ ਕਮਲ ਆ, ਪਹਿਲਾਂ ਕਲੀ ਆ, ਉਹ ਕਲੀ ਜਦੋਂ ਖਿਲ ਜਾਂਦੀ ਆ ਫਿਰ ਦੁਬਾਰਾ ਕਮਲ ਜਿਹੜਾ ਖਿਲ ਗਿਆ ਉਹ ਕਲੀ ਨਹੀਂ ਬਣ ਸਕਦਾ, ਉਹ ਖਿਲ ਗਿਆ। ਉਸੇ ਹੀ ਤਰ੍ਹਾਂ ਸਾਡੇ ਅੰਦਰ ਜਦੋਂ ਕਮਲ ਆ, ਜਿਹਨੂੰ ਸਹਸਰਾ ਚੱਕਰ ਕਹਿੰਦੇ ਆ ਆਪਾਂ, ਉੱਪਰ ਜਦੋਂ ਇੱਥੇ ਕਮਲ ਆ, ਉਹ ਪਤਾ ਨਹੀਂ ਕਿੰਨੀਆਂ ਉਹਦੀਆਂ ਪੰਖੜੀਆਂ ਵਾ, ਉਹ ਤੁਹਾਡੇ ਅੰਦਰ ਖਿਲ ਜੇਗਾ। ਔਰ ਜਦੋਂ ਖਿਲ ਗਿਆ ਤਾਂ ਸਮਝ ਲਓ ਕਿ ਉਹ ਉਸ ਅਵਸਥਾ ਨੇ ਹੋਰ ਉੱਚੀ ਹੋਈ ਜਾਣਾ ਹੈ, ਹੋਰ ਉੱਚੀ ਹੋਈ ਜਾਣਾ ਹੈ। ਉਸ ਅਵਸਥਾ ਤੋਂ ਥੱਲੇ ਡਿੱਗਣਾ ਬਹੁਤ ਮੁਸ਼ਕਲ ਹੈ ਨਜੋ ਸਾਹਿਬ। ਉਹ ਜਿਹੜੀ ਅਵਸਥਾ ਫਿਰ ਕਹਿੰਦੇ ਮੈਂ ਕਹਿ ਨਹੀਂ ਸਕਦਾ, ਮੈਂ ਬਿਆਨ ਨਹੀਂ ਕਰ ਸਕਦਾ, ਉਹ ਤੇ ਕੇਵਲ ਅਨੁਭਵ ਦਾ ਵਿਸ਼ਾ ਹੈ। ਔਰ ਆਪਾਂ ਵੀ ਉਸੇ ਚੀਜ਼ ਨੂੰ ਅਨੁਭਵ ਕਰ ਸਕਦੇ ਹਾਂ, ਕਿਉਂਕਿ ਉੱਥੇ ਕਹਿਣ ਦੇ ਲਈ ਕੋਈ ਰੂਪ ਚਾਹੀਦਾ ਹੈ, ਆਕਾਰ ਚਾਹੀਦਾ ਹੈ। ਉਹ ਜਦੋਂ ਅਸੀਂ ਉਸ ਅਵਸਥਾ 'ਚ ਜਾਂਦੇ ਹਾਂ ਤੇ ਅਸੀਂ ਵੀ ਉਹਦੇ ਹੀ ਰੂਪ ਹੋ ਜਾਂਦੇ ਹਾਂ, ਇੱਕ ਚੇਤਨ ਰੂਪ ਸਥਿਰ ਹੋ ਜਾਂਦੇ ਹਾਂ। ਤੇ ਉਸ ਫਿਰ ਦੇਖਦੇ ਹਾਂ ਕਿ ਸਾਡੇ ਆਲੇ ਦੁਆਲੇ ਸੱਜੇ ਖੱਬੇ ਥੱਲੇ ਉੱਤੇ ਉਹ ਕੇਵਲ ਨਿਰਾਕਾਰ ਪਰਮਾਤਮਾ ਹੀ ਹੈ। ਹਾਂਜੀ ਨਿਜੋ ਸਾਹਿਬ। ਹਾਂ, ਕਹਿੰਦੇ ਉੱਥੇ ਅੰਮ੍ਰਿਤ ਰਸ ਆ ਜਾਂਦਾ ਹੈ। ਔਰ ਜੇ ਤਹਾਂ ਕੁਸਮ ਰਸ ਪਾਵਾਂ, ਅਕਹਿ ਕਹਾਂ ਕਹਿ ਕਾ ਸਮਝਾਵਾਂ। ਕਹਿੰਦੇ ਉਸ ਨੂੰ ਮੈਂ ਹੁਣ ਇਹ ਅਕਹਿ ਕਹਿਣ ਤੋਂ ਬਾਹਰ ਦੀ ਗੱਲ ਹੈਗੀ, ਇਹ ਮੈਂ ਕਿਸ ਤਰ੍ਹਾਂ ਸਮਝਾਵਾਂ ਇਸ ਨੂੰ, ਇਹ ਅੰਮ੍ਰਿਤ ਰਸ ਦੀ ਗੱਲ ਨੂੰ। ਹਾਂਜੀ ਬੇਟੇ। ਅਬਲ ਠੀਕ ਹੈ ਜੀ। ਕਹਿੰਦੇ ਜਿੱਦਾਂ ਪਾਣੀ ਪੀ ਕੇ ਉਹ ਪਾਣੀ ਪੀਣ ਤੋਂ ਬਾਅਦ ਤ੍ਰਿਪਤੀ ਹੋ ਗਈ ਆ, ਉਹ ਤ੍ਰਿਪਤੀ ਦਾ ਅਨੁਭਵ ਹੋ ਸਕਦਾ ਹੈ। ਅੰਦਰ ਕੀ ਹੋਇਆ, ਉਹ ਅਨੁਭਵ ਕਿੱਦਾਂ ਦਾ ਹੋਇਆ, ਉਹਦੇ ਬਾਰੇ ਨਹੀਂ ਦੱਸਿਆ ਜਾ ਸਕਦਾ। ਅਸੀਂ ਕੇਵਲ ਇਹੋ ਕਹਿ ਸਕਦੇ ਹਾਂ ਕਿ ਸਾਡਾ ਜਿਹੜਾ ਅੰਤਰਾਕਰਨ ਸੀ, ਜਿਹੜਾ ਪਿਆਸ ਦੇ ਕਾਰਨ ਤੜਫ ਰਿਹਾ ਸੀ, ਹੁਣ ਸ਼ਾਂਤ ਹੋ ਗਿਆ। ਉਸੇ ਅਵਸਥਾ ਨੂੰ ਕਹਿੰਦੇ ਆ ਕਿ ਹੁਣ ਮੈਂ ਉਹ ਚੀਜ਼ ਨੂੰ ਪੀ ਲਿਆ, ਪ੍ਰਾਪਤ ਕਰ ਲਿਆ ਹੈ, ਪਰ ਮੈਂ ਉਹ ਚੀਜ਼ ਨੂੰ ਦੱਸ ਨਹੀਂ ਸਕਦਾ। ਅੱਜ ਦੇ ਜੱਸਾ ਅੱਗੇ ਹੁਣ ਜਿਹੜਾ ਹੈਗੇ ਕਹਿੰਦੇ ਆ ਖੱਖਾ ਇਹ ਖੋੜ ਮਨ ਆਵਾਂ, ਖੱਖੇ ਅੱਖਰ ਤੋਂ ਗਿਆਨ ਦੇ ਰਹੇ। ਕਹਿੰਦੇ ਬਸ ਹੁਣ ਤਾਂ ਦਿਲ ਕਰਦਾ ਹੈ ਕਿ ਬਸ ਮੈਂ ਨਾ ਇੱਥੇ ਜਿਹੜਾ ਸੁੰਨ ਦੇ ਵਿੱਚ ਹੀ ਸਮਾਇਆ ਰਵਾਂ। ਇਹ ਖੋੜ ਦੇ ਵਿੱਚ, ਖੋੜ ਕਹਿੰਦੇ ਆ ਨਾ ਜਦ ਪਕਸ਼ੀ ਕਿਸੇ ਖੁੱਡ ਦੇ ਵਿੱਚ ਸਮਾਇਆ ਟਿਕ ਜਾਂਦਾ ਜਾ ਕੇ, ਕਹਿੰਦੇ ਬਸ ਮਨ ਮੇਰਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਚੌਥੇ ਪਦ ਦੇ ਵਿੱਚ ਟਿਕਿਆ ਜਾ ਕੇ ਖੋੜ ਦੇ ਵਿੱਚ ਚਲਾ ਗਿਆ। ਖੱਖਾ ਇਹ ਖੋੜ ਮਨ ਆਵਾਂ, ਮਨ ਇੱਥੇ ਹੀ ਟਿਕਿਆ ਰਹੇ, ਇਸੇ ਦੇ ਵਿੱਚ ਜਾਈ ਸਮਾਇਆ ਰਵਾਂ। ਖੋੜੇ ਛਾੜ ਨਾ ਦੈ ਦਿਸ ਧਾਵਾਂ। ਕਹਿੰਦੇ ਖੋੜ ਨੂੰ ਛੱਡ ਕੇ, ਇਹ ਖੁੱਡ ਨੂੰ ਛੱਡ ਕੇ ਹੁਣ ਮੈਂ 10 ਦਿਸ਼ਾਵਾਂ ਦੇ ਵਿੱਚ ਨਹੀਂ ਦੌੜਦਾ, ਨਹੀਂ ਜਾਂਦਾ, ਮੇਰਾ ਮਨ ਨਹੀਂ ਦੌੜਦਾ ਹੁਣ ਮਾਇਆ ਦੇ ਵਿੱਚ, ਸਵਾਦਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ, ਰੂਪ ਦੇ ਵਿੱਚ, ਰੰਗ ਦੇ ਵਿੱਚ, ਕਿਸੇ ਦੇ ਵਿੱਚ ਮੇਰਾ ਮਨ ਨਹੀਂ ਦੌੜਦਾ। ਕਹਿੰਦੇ ਇਹ ਅਵਸਥਾ ਆ ਗਈ, ਖਸਮੈ ਜਾਣ ਖਿਮਾ ਕਰ ਰਹੇ। ਕਹਿੰਦੇ ਖਸਮ ਨੂੰ ਜਾਣ ਲਿਆ ਤੇ ਹੁਣ ਖਿਮਾ ਨਾ ਛੱਡੇ, ਦੂਜਿਆਂ ਨੂੰ ਜਿਹੜਾ ਹੈਗਾ, ਦੂਜਿਆਂ ਨੂੰ ਆਪਣੇ ਆਪ ਨੂੰ ਜਿਹੜਾ ਹੈਗਾ ਹਉਮੈ ਦੇ ਵਿੱਚ ਨਾ ਆ ਜਾਏ। ਕਹਿੰਦੇ ਖਿਮਾ ਕਰ ਰਹੇ, ਖਿਮਾ ਧਾਰ ਕੇ ਰੱਖੇ ਆਪਣੇ ਅੰਦਰ,
ਤਉ ਹੋਏ ਨਿਖਿਓ ਆਖੈ ਪਦ ਲਹੈ। ਫਿਰ ਕਹਿੰਦੇ ਆ ਨਿਖਿਓ, ਕਹਿੰਦੇ ਆ ਖੈ ਨਹੀਂ ਹੁੰਦਾ, ਛੈ ਨਹੀਂ ਹੁੰਦਾ, ਜਿਹੜਾ ਮਿਟਦਾ ਨਹੀਂ, ਜਿਹੜਾ ਖਤਮ ਨਹੀਂ ਹੁੰਦਾ। ਤਉ ਹੋਏ ਨਿਖਿਓ, ਕਹਿੰਦੇ ਉਹ ਮਾਲਕ ਪਰਮਾਤਮਾ ਵਰਗਾ ਅਬਨਾਸੀ ਹੋ ਜਾਏਗਾ। ਆਖੈ ਪਦ ਲਹੈ, ਸਭ ਤੋਂ ਉੱਚੀ ਅਵਸਥਾ ਜਿਹੜੀ ਹੈਗੀ ਆ ਅਮਰ ਔਰ ਅਬਨਾਸੀ ਅਵਸਥਾ, ਉਹ ਸਟੇਜ ਜਿਹੜੀ ਹੈਗੀ ਪਾ ਲਏਗਾ। ਹਾਂਜੀ ਵੀਰ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਉਹ ਕਹਿੰਦੇ ਕਿ ਜਦੋਂ ਉਹ ਸੁੱਖ ਮਿਲ ਗਿਆ ਤੇ ਕਹਿੰਦੇ ਕਿ ਉਸ ਅਵਸਥਾ ਨੂੰ ਛੱਡ ਕੇ ਇਹ ਜਿਹੜਾ ਮੇਰਾ ਮਨ ਆ ਹੋਰ ਦੂਜੀਆਂ ਦਿਸ਼ਾਵਾਂ ਦੇ ਵੱਲ ਨਹੀਂ ਗਤੀ ਕਰਦਾ। ਠੀਕ ਹੈ ਮਿੱਤਰ ਸਾਹਿਬ? ਬਿਲਕੁਲ, ਸਵਾਦਾਂ ਦੇ ਵੱਲ ਤੁਸੀਂ ਇਹੀ ਗੱਲ ਕਹੀ ਸੀ ਵੀ ਫਿਰ ਸਵਾਦਾਂ ਦੇ ਵੱਲ ਥੋੜੀ ਨਾ ਜਾਂਦਾ ਹੈ। ਹਾਂ, ਉਹ ਇੱਕ ਅਵਸਥਾ ਹੈ, ਉਹ ਜਦੋਂ ਸਾਨੂੰ ਪ੍ਰਾਪਤ ਹੋ ਗਈ ਫਿਰ ਜਿਹੜਾ ਮਨ ਆ ਨਿੱਜ ਘਰ 'ਚ ਜਾ ਕੇ ਉੱਥੇ ਸਥਿਰ ਹੋ ਜਾਂਦਾ ਹੈ ਔਰ ਉਹਦੇ ਵਿੱਚ ਸਥਿਰ ਹੋ ਜਾਣਾ ਹੀ ਅਨਮਨੀ ਅਵਸਥਾ। ਠੀਕ ਹੈ ਨਾ ਜੀ ਸਾਹਿਬ? ਅੱਗੇ ਬੋਲੀਏ। ਉਹ ਕਹਿੰਦੇ ਕਿ ਫਿਰ ਉਹ ਖੋਡਾ ਵਾ, ਜਿਹੜਾ ਖੱਡਾ ਵਾ, ਉੱਥੋਂ ਨਿਕਲਣ ਦਿਲ ਨਹੀਂ ਕਰਦਾ ਕਿਉਂਕਿ ਉੱਥੇ ਸੁੱਖ ਆ, ਮਹਾ ਸੁੱਖ ਹੈਗਾ ਤੇ ਮਨ ਫਿਰ ਉਹ ਮਹਾ ਸੁੱਖ ਦਾ ਤਿਆਗ ਨਹੀਂ ਕਰਦਾ। ਇਸ ਤੋਂ ਜਿਹੜੀਆਂ ਛੋਟੀਆਂ ਮੋਟੇ ਸੁੱਖ ਹੈਗੇ ਆ, ਇੰਦਰੀਆਂ ਦੇ ਭੋਗ ਆ, ਇਹਨਾਂ ਕਰਕੇ ਮਨ ਉੱਥੋਂ ਨਿਕਲਦਾ ਹੀ ਨਹੀਂ। ਮਨ ਉੱਥੇ ਲੀਨ ਹੋ ਕੇ ਉਹਦਾ ਹੀ ਰੂਪ ਹੋ ਜਾਂਦਾ। ਹਾਂਜੀ ਮੇਜਰ ਸਾਹਿਬ। ਖਸਮੇ ਜਾਣ ਖਿਮਾ ਕਰ ਰਹੇ, ਬਸ ਮਾਲਕ ਪਰਮਾਤਮਾ ਦੀ ਨੇੜਤਾ ਹੋ ਗਈ ਤੇ ਬਸ ਖਿਮਾ ਕਰ ਰਹੇ। ਕਹਿੰਦੇ ਖਿਮਾ ਦਾ ਗਹਿਣਾ ਆ ਜਾਂਦਾ ਹੈ, ਕਹਿੰਦੇ ਕੋਲ ਇੰਨਾ ਸੋਹਣਾ ਗਹਿਣਾ ਆ ਜਾਂਦਾ ਹੈ, ਖਿਮਾ ਕਰਕੇ ਰਹਿੰਦਾ ਹੈ। ਤਉ ਹੋਏ ਨਿਖਿਓ ਆਖੈ ਪਦ ਲੈ। ਇਸ ਤਰ੍ਹਾਂ ਜਿਹੜਾ ਅਬਨਾਸੀ ਹੋ ਕੇ ਉਹ ਅਬਨਾਸੀ ਪਦ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦਾ ਜਿਹੜਾ ਹੈ ਹਮੇਸ਼ਾ ਜਿਹੜਾ ਰਹਿਣ ਵਾਲਾ ਜਿਹੜੀ ਹੈ ਉਹ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਪ੍ਰਕਿਰਤੀ ਦੀ ਕੈਦ ਚੋਂ ਬਾਹਰ ਹੋ ਜਾਂਦਾ ਹੈ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਕਹਿੰਦੇ ਕਿ ਉਹ ਪਰਮਾਤਮਾ ਨੂੰ ਜਾਣ ਕੇ ਫਿਰ ਜੀਵ ਕੀ ਕਰਦਾ ਕਿ ਉਹ ਫਿਰ ਖਿਮਾ ਦੇ ਵਿੱਚ ਰਹਿੰਦਾ ਹੈ। ਹਾਂ, ਹਨਾ ਨਿਜਰ ਸਾਹਿਬ? ਬਿਲਕੁਲ। ਕਿਉਂਕਿ ਉਹ ਉੱਥੋਂ ਬਾਹਰ ਨਹੀਂ ਹੋਣਾ ਚਾਹੁੰਦਾ, ਉਹ ਉਸੇ ਅਵਸਥਾ 'ਚ ਟਿਕਿਆ ਰਹਿੰਦਾ ਹੈ ਔਰ ਫਿਰ ਉਹ ਕੋਸ਼ਿਸ਼ ਵੀ ਨਹੀਂ ਕਰਦਾ ਫਾਲਤੂ ਦੀਆਂ ਜਿਹਦੇ ਕਰਕੇ ਅੰਤਰਾਕਰਨ 'ਚ ਕੋਈ ਹਲਚਲ ਪੈਦਾ ਹੋਵੇ। ਆਖਿਰ ਤੱਕ ਬੋਲੋ ਨਿਜਰ ਸਾਹਿਬ। ਤਉ ਹੋਏ ਨਿਖਿਓ ਆਖੈ ਪਦ ਲੈ। ਇਸ ਤਰ੍ਹਾਂ ਜਿਹੜਾ ਹੈਗਾ ਉਹ ਨਿਖਿਓ, ਕਹਿੰਦੇ ਖੈ ਨਹੀਂ ਹੋਣ ਵਾਲਾ, ਜਿਹੜਾ ਛੈ ਨਹੀਂ ਹੁੰਦਾ, ਖਤਮ ਨਹੀਂ ਹੁੰਦਾ, ਜਿਹੜਾ ਅਬਨਾਸੀ ਹੈਗਾ ਉਹ ਪਦਵੀ ਪਾ ਲੈਂਦਾ ਹੈ। ਹਾਂਜੀ ਠੀਕ ਹੈ ਜੀ। ਮਾਫੀ ਦੀ ਅਵਸਥਾ ਉਹਦੇ ਅੰਦਰ ਬਣ ਜਾਂਦੀ ਹੈ। ਲੋਕਾਂ ਦੇ ਗੁਣ ਜਿਹੜੇ ਨੇ ਉਹ ਵਹਿੰਦਾ ਹੈ, ਔਗਣਾਂ ਨੂੰ ਮਾਫ ਕਰ ਦਿੰਦਾ ਹੈ ਬੰਦਾ। ਫਿਰ ਇਸੇ ਹੀ ਤਰ੍ਹਾਂ ਚੱਲਦਾ ਜੀਵ ਕੀ ਕਰਦਾ ਹੈ, ਇੱਕ ਦਿਨ ਕਹਿੰਦੇ ਕਿ ਉਹ ਪ੍ਰਮਾਤਮਾ ਰੂਪੀ ਸਾਗਰ ਵਿੱਚ ਪ੍ਰਵੇਸ਼ ਕਰਕੇ, ਅਵਿਨਾਸ਼ੀ ਦੇ ਵਿੱਚ ਪ੍ਰਵੇਸ਼ ਕਰਕੇ ਉਸੇ ਦਾ ਹੀ ਰੂਪ ਹੋ ਜਾਂਦਾ ਹੈ, ਉਸੇ ਹੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਠੀਕ ਹੈ ਜੀ ਸਾਹਿਬ? ਬਿਲਕੁਲ ਠੀਕ ਹੈ ਜੀ। ਅੱਜ ਇੰਨਾ ਹੀ ਗੋਗੀ ਸਾਹਿਬ। ਹਾਂ, ਕਾਫੀ ਲੰਮਾ ਹੋ ਗਿਆ। ਤੇ ਸਾਧ ਸੰਗਤ ਜੀ ਬਸ ਇਸੇ ਤਰ੍ਹਾਂ ਹੀ ਤੁਸੀਂ ਬੰਦਗੀ ਕਰਦੇ ਜਾਣਾ ਔਰ ਜਿਵੇਂ ਜਿਵੇਂ ਤੁਸੀਂ ਬੰਦਗੀ ਕੀਤੀ ਅੰਤਰਾਕਰਨ ਸ਼ੁੱਧ ਹੋਈ ਜਾਣਾ ਹੈ। ਔਰ ਜਿਵੇਂ ਜਿਵੇਂ ਅੰਤਰਾਕਰਨ ਸ਼ੁੱਧ ਹੋ ਗਿਆ ਤੇ ਸਾਡੀ ਜਿਹੜੀ ਸੁਰਤੀ ਹੈ ਉਹ ਬ੍ਰਹਮ ਦੇ ਗਹਿਰੇ ਮੰਡਲਾਂ 'ਚ ਚਲੀ ਜਾਂਦੀ ਹੈ। ਮਤਲਬ ਇਹ ਨਹੀਂ ਕਿ ਬਾਹਰ ਚਲੀ ਜਾਂਦੀ ਹੈ, ਉਹ ਆਪਣੇ ਆਪ 'ਚ ਸਥਿਰ ਹੋਣ ਲੱਗ ਜਾਂਦੀ ਹੈ। ਸੋ ਅੱਜ ਦੀ ਵਿਚਾਰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਹਾਂਜੀ।